ਵੇਖੋ ਜੀ, ਕੋਈ ਮੰਨੇ ਚਾਹੇ ਨਾ ਮੰਨੇ, ਪਰ ਗੱਲ ਇਹ ਆ ਵੀ ਰੌਲੇ ਰੱਪੇ ਦਾ ਫਰਕ ਤੇ ਆ ਪੈਂਦਾ। ਤੇ ਜੇ ਕੋਈ ਅਜੇ ਵੀ ਆਖੇ ਵੀ ਭਾਈ ਸਾਹਿਬ ਫਰਕ ਨਹੀਂ ਪੈਂਦਾ, ਤੇ ਫਿਰ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ। ਹੁਣ ਫਰਕ ਕਿਹੜੀ ਚੀਜ਼ ਦਾ ਪਿਆ ਤੇ ਰੌਲਾ ਰੱਪਾ ਕਿਹੜਾ ਪਿਆ ਸੀ, ਆਪਾਂ ਸਾਰੀਆਂ ਗੱਲਾਂ ਕਰਨੀਆਂ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ TV, ਪ੍ਰੋਗਰਾਮ ਦਾ ਨਾਂ ਆ ਪ੍ਰਾਈਮ ਫੋਕਸ, ਤੇ ਮੈਂ ਗੁਰਪ੍ਰੀਤ ਸੰਧਾਵਾਲੀਆ, ਨਾਲ ਮੇਰੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ। ਸਿਹਤਾਂ ਬਾਲਣੇ ਆਨੰਦ ਆ। ਇਹ ਬਲ ਕਿਉਂ ਪੈ ਗਿਆ ਸਿਹਤਾਂ 'ਚ? ਬਲ ਇਸ ਕਰਕੇ ਪੈ ਗਿਆ ਕਿ ਬੰਦਾ ਕਈ ਵਾਰੀ ਸਿੱਧਾ ਤੁਰਿਆ ਹੁੰਦਾ, ਉਹਨੂੰ ਐਂ ਲੱਗਦਾ ਹੁੰਦਾ ਕਿ ਮੇਰੇ ਨਾਲ ਸਿੱਧਾ ਕੋਈ ਨਹੀਂ, ਪਰ ਲੋਕ ਮਗਰੋਂ ਕਹਿੰਦੇ ਯਾਰ ਇਹ ਤੇ ਸਿੱਧਾ। ਨਹੀਂ ਦੇਖੋ, ਇਹ ਵੀ ਹੈ ਨੇ, ਇੰਨਾ ਸਿੱਧਾ ਵੀ ਨਹੀਂ ਹੋਣਾ ਚਾਹੀਦਾ ਬੰਦਾ ਨਾ, ਵੀ ਲੋਕੀ ਸਿੱਧਾ ਕਹਿਣ, ਲੋਕੀ ਨਾ ਸਿੱਧਾ ਕਹਿਣ, ਬੰਦਾ ਸਿੱਧਾ ਹੋਣਾ ਚਾਹੀਦਾ। ਲੋਕ ਸਿੱਧਾ ਕਹਿਣ ਉਹ ਨਹੀਂ ਠੀਕ ਹੈਗਾ। ਨਹੀਂ, ਇਹ ਥੋੜੀ ਗੱਲ ਠੀਕ ਹੈ। ਮੈਨੂੰ ਹੁਣ ਸਿੱਧੇ ਤੋਂ ਚੇਤਾ ਆ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ, ਅੱਜ ਤੀਸਰਾ ਦਿਨ ਹੋ ਗਿਆ ਗੱਲ ਕਰਦੇ ਨੂੰ, ਤੇ ਤੀਸਰੇ ਦਿਨ ਗੱਲ ਕਰਨ ਤੋਂ ਭਾਵ ਇਹ ਹੈ ਕਿ ਹੁਣ ਉਹਨਾਂ ਨੇ ਕਿਹਾ ਸੀ ਕਿ ਮੈਂ ਬੱਸ ਅੱਡਿਆਂ ਤੋਂ ਨਜਾਇਜ਼ ਜਿਹੜੇ ਕਬਜ਼ੇ ਆ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਚੁਕਾ ਦੇਣੇ, ਮੈਨੂੰ 12 ਦਿਨ ਦੇ ਦਿਓ, ਮੈਂ ਆਹ ਕਰ ਦੇਣਾ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਆਈ, ਉਹ ਵੀਡੀਓ ਦੋ ਬੰਦਿਆਂ ਨੂੰ ਸੰਬੋਧਿਤ ਹੋ ਕੇ ਆ, ਇੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ, ਦੂਸਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ। ਉਹਦੇ ਤੋਂ ਲੱਗਦਾ ਕਿ ਕੰਮ ਰਾਜਾ ਵੜਿੰਗ ਸਾਹਿਬ ਨੇ ਜਿੰਨਾ ਸਿੱਧਾ ਸੰਭਲਿਆ ਸੀ ਉਹਨਾਂ ਸਿੱਧਾ ਹੈ ਨਹੀਂ। ਤੁਸੀਂ ਪਿਛਲੇ ਫੋਕਸ ਦੇ ਵਿੱਚ ਹੀ ਕਿਹਾ ਸੀ ਕਿ ਭਾਈ ਅਗਲੇ ਤਾਂ ਦਿੱਲੀੋਂ ਬੱਸਾਂ ਕਿਹਦੀਆਂ ਚੱਲਣ ਦੇਣੀਆਂ, ਕਿਹਦੀਆਂ ਨਹੀਂ, ਉੱਦਾਂ ਵੀ ਚਲਾ ਲੈਂਦੇ ਕੰਮ। ਉਹ ਬੰਦਾ ਕਹਿੰਦਾ ਮੈਂ ਮਲੇਰਕੋਟਲੇ ਦਾ, ਸ਼ਾਹਬਾਜ਼ ਹੁਸੈਨ ਉਹਦਾ ਨਾਂ, ਮੈਂ ਦਿੱਲੀੋਂ ਆਉਣਾ ਸੀ ਕਸ਼ਮੀਰੀ ਗੇਟ ਤੋਂ। ਕਸ਼ਮੀਰੀ ਗੇਟ ਉਹ ਬੱਸ ਅੱਡਾ ਜਿੱਥੋਂ ਪੰਜਾਬ ਨੂੰ ਬੱਸਾਂ ਚੱਲਦੀਆਂ। ਉਹ ਕਹਿੰਦੇ ਬੱਸ ਅੱਡੇ ਦੇ ਬਾਹਰ, ਜਾਣੀ ਕਸ਼ਮੀਰੀ ਗੇਟ ਦੇ ਬਾਹਰ ਪ੍ਰਾਈਵੇਟ ਬੱਸਾਂ ਬਹੁਤ ਚੱਲਦੀਆਂ ਪੰਜਾਬ ਨੂੰ, ਸਾਨੂੰ ਨਹੀਂ ਪਤਾ ਪਰਮਿਟ ਹੈਗੇ ਕਿ ਨਹੀਂ ਹੈਗੇ। ਉਹ ਕਹਿੰਦੇ ਜੀ ਹੁਣ ਮੈਂ ਦੱਸਦਾ, ਵੜਿੰਗ ਸਾਹਿਬ ਤੇ ਕੇਜਰੀਵਾਲ ਸਾਹਿਬ ਤੁਸੀਂ ਦੋਨੋਂ ਹੀ, ਕੇਜਰੀਵਾਲ ਸਾਹਿਬ ਪਿਛਲੇ ਦਿਨੀ ਪੰਜਾਬ ਤੋਂ ਹੋ ਕੇ ਗਏ ਤੇ ਵੜਿੰਗ ਸਾਹਿਬ ਰੋਜ਼ ਬੱਸਾਂ 'ਚ ਸਫ਼ਰ ਕਰਦੇ ਆ ਤੇ ਨਵੇਂ ਮੰਤਰੀ ਬਣੇ, ਕਹਿੰਦੇ ਮੈਂ ਸਾਰਾ ਕੁਝ ਦਰੁਸਤ ਕਰ ਦੇਣਾ। ਉਹ ਕਹਿੰਦੇ ਜੀ ਮੈਂ ਉੱਥੋਂ ਪ੍ਰਾਈਵੇਟ ਬੱਸ 'ਚ ਬੈਠਾ, ਪਹਿਲੀ ਗੱਲ ਹੈ ਕਿ ਜਿੰਨੇ ਵਜੇ ਕਿਹਾ ਸੀ ਬੱਸ 2 ਘੰਟੇ ਲੇਟ ਤੋਰੀ, ਮੇਰੇ ਸਮੇਤ ਸਾਰਿਆਂ ਦੇ 2-2 ਘੰਟੇ ਖਰਾਬ ਕੀਤੇ। ਦੂਸਰਾ, ਜਿਹੜੇ ਕੈਬਨ ਵਾਲੀ ਬੱਸ ਸੀ 2-2 ਬੰਦੇ ਬੈਠ ਸਕਦੇ ਸੀ ਤੇ ਉੱਥੇ 4-4 ਤੁੰਨੇ। ਤੀਸਰਾ, ਜਿੰਨਾ ਕਿਰਾਇਆ ਦਿੱਲੀੋਂ ਲੁਧਿਆਣੇ ਦਾ ਬਣਦਾ ਸੀ 10 ਗੁਣਾ ਮੰਗਿਆ। ਚੌਥਾ, ਜਿਹੜੇ ਹੋਟਲ ਤੇ ਲਿਆ ਕੇ ਬੱਸ ਰੋਕੀ ਉੱਥੇ ਬਹੁਤ ਮਹਿੰਗਾ ਸੀ, ਲੋਕਾਂ ਨੂੰ ਮਹਿੰਗਾ ਖਾਣਾ ਖਾਣ ਲਈ ਮਜਬੂਰ ਕੀਤਾ। ਪੰਜਵਾਂ, ਮੈਂ ਕਹਿੰਦੇ ਜਦੋਂ ਲੁਧਿਆਣੇ ਤੋਂ ਥੋੜ੍ਹਾ ਜਿਹਾ ਪਹਿਲਾਂ ਮੈਨੂੰ ਲੱਗਾ ਕਿ ਮੇਰਾ ਇਲਾਕਾ ਆ ਗਿਆ, ਮੈਂ ਹੁਣ ਆਵਾਜ਼ ਤਾਂ ਬੁਲੰਦ ਕਰਾਂ ਕਿ ਸਾਡੇ ਕੋਲੇ ਵਧੀਆ ਦਿੱਲੀ ਦੇ ਮੁੱਖ ਮੰਤਰੀ, ਵਧੀਆ ਪੰਜਾਬ ਦੇ ਟਰਾਂਸਪੋਰਟ ਮੰਤਰੀ ਹੈ। ਕਹਿੰਦੇ ਉਹਨਾਂ ਨੇ ਲੁਧਿਆਣੇ ਲਾ ਕੇ ਮੈਨੂੰ ਕੁੱਟਿਆ ਵੀ, 4 ਕੰਨਾਂ ਤੇ ਵੀ ਰੱਖੀਆਂ, ਤੇ ਨਾਲ ਇਹ ਵੀ ਕਹਿੰਦੇ ਕਿ ਤੂੰ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਦੀ ਗੱਲ ਕਰਦਾ ਹੈ, ਭਾਵੇਂ ਪ੍ਰਧਾਨ ਮੰਤਰੀ ਨੂੰ ਵੀ ਲੈ ਕੇ ਆ ਜਾ, ਇਹ ਸਾਡੀਆਂ ਟਰਾਂਸਪੋਰਟਾਂ ਤਾਂ ਇਦਾਂ ਹੀ ਚੱਲਣਗੀਆਂ। ਹੁਣ ਜਿਹੜੀ ਵੀਡੀਓ ਉਸ ਬੰਦੇ ਨੇ ਜਾਰੀ ਕਰਤੀ, ਉਹ ਕਹਿੰਦੇ ਮੈਂ ਬੇਨਤੀ ਕਰਦਾ ਕਿ ਇਹਦੇ ਨਾਲ ਸਰਕਾਰ ਨੂੰ ਵੀ ਚੂਨਾ ਲੱਗਦਾ, ਲੋਕਾਂ ਨੂੰ ਵੀ ਚੂਨਾ ਲੱਗਦਾ। ਕੇਜਰੀਵਾਲ ਸਾਹਿਬ ਤੇ ਵੜਿੰਗ ਸਾਹਿਬ ਇੱਧਰਲੇ ਪਾਸੇ ਨੂੰ ਧਿਆਨ ਦਿਓ ਕਿ ਪੰਜਾਬ ਦਾ ਦਿੱਲੀ ਨਾਲ ਰਿਸ਼ਤਾ ਗਹਿਰਾ ਹੈ। ਇਹ ਦੇਖੋ ਗੱਲ ਇਹ ਆ ਵੀ ਜਿਹੜੇ ਤੇ ਦੋ ਬੰਦੇ ਨੂੰ ਸੰਬੋਧਿਤ ਹੋ ਕੇ ਉਹਨਾਂ ਨੇ ਵੀਡੀਓ ਕੀਤੀ ਹੈ ਜਾਰੀ, ਉਹਨਾਂ ਦੇ ਬਿਆਨ ਤੇ ਆ ਜਾਣੇ ਜੀ। ਅੱਜ ਆ ਜੇ 2 ਘੰਟਿਆਂ ਨੂੰ ਆ ਜੇ, ਕੱਲ੍ਹ ਤਾਂ ਕੁਛ ਨਾ ਕੁਛ ਆ ਜੇ, ਆਪਾਂ ਦੇਖੋ ਜੀ ਚੂੜੀ ਹੋਰ ਟਾਈਟ ਕਰਤੀ। ਪਹਿਲਾਂ ਜਾਪਦਾ ਵੀ ਨੱਟ ਥੋੜ੍ਹਾ ਜਿਹਾ ਢਿੱਲਾ ਰਹਿ ਜਾਣਾ, ਫਿਰ ਇੱਦਾਂ ਕੀਤਾ ਵੀ 2 ਵਾਸ਼ਲਾਂ ਪਾਈਆਂ, ਫਿਰ ਮਤਲਬ ਚੂੜੀ ਟਾਈਟ ਕੀਤੀ। ਪਰ ਚੱਕਰ ਪਤਾ ਕੀ ਹੈ, ਇਹਨਾਂ 2 ਬੰਦਿਆਂ ਦੇ ਹੱਥ ਵਾਸਤੇ ਸਿਰਫ ਇਹੋ ਹੀ ਹੈ ਨਾ ਵੀ ਕਾਨੂੰਨ ਬਣਾ ਦਿਓ। ਪਰ ਗੱਲ ਇਹ ਆ ਵੀ ਜਿਹੜੀ ਇਹ ਸਾਰਾ ਕੁਛ ਚੱਲਦਾ, ਇਹ ਨਿਰਾ ਪੂਰਾ ਕਾਨੂੰਨ ਦੇ ਹਿਸਾਬ ਨਾਲ ਨਹੀਂ ਨਾ ਚੱਲਦਾ। ਹੁਣ ਕਈ ਬੰਦਿਆਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਾ ਆਉਂਦੀ ਹੋਵੇ ਵੀ ਯਾਰ ਜਿਹੜੀਆਂ ਬੱਸਾਂ ਉੱਥੋਂ ਸਵਾਰੀਆਂ ਲੱਦ ਕੇ ਆਪਣੇ ਹਿਸਾਬ ਨਾਲ ਹੀ ਤੋਰ ਲੀਆਂ ਜਾਂਦੀਆਂ, ਉਹ ਆ ਕਿੱਦਾਂ ਜਾਂਦੀਆਂ, ਚਲੇ ਕਿੱਦਾਂ ਜਾਂਦੀਆਂ, ਉਹਦੇ ਵਿੱਚ ਹੋਰ ਅੰਦਰਲੀਆਂ ਘੁੰਡੀਆਂ ਦੇ ਬਹੁਤ ਸਾਰੀਆਂ। ਚਲੋ ਆਪਾਂ ਮੋਟੀ ਜੀ ਗੱਲ ਕਰ ਲਈਏ, ਇੱਕ ਹੁੰਦਾ ਨਾ ਟੂਰਿਸਟ ਪਰਮਿਟ। ਟੂਰਿਸਟ ਪਰਮਿਟ ਦੇ ਹਿਸਾਬ ਨਾਲ ਆਪਾਂ ਗੱਲ ਕਰ ਲਈ ਵੀ ਟੂਰਿਸਟ ਦਾ ਕੀ ਮਤਲਬ ਵੀ ਮੇਰੀ ਭਾਈ ਸਾਹਿਬ ਬੱਸ ਆ ਤੇ ਜੀ ਇਹ ਫਿਰ ਟੂਰਿਸਟ ਦੇ ਤੌਰ ਤੇ ਆ ਜੀ, ਇਹ ਵਿੱਚ ਜਿਹੜੇ ਬੰਦੇ ਬੈਠੇ ਇਹ ਟੂਰਿਸਟ ਨੇ ਜੀ, ਇਹ ਕਿੱਥੋਂ ਆਏ ਜੀ, ਇਹ ਦਿੱਲੀੋਂ ਜੀ, ਇਹ ਕਿੱਥੇ ਟੂਰਿਸਟ ਬਣ ਕੇ ਚੱਲੇ ਜੀ, ਅੰਮ੍ਰਿਤਸਰ ਚੱਲੇ ਜੀ, ਜਲੰਧਰ ਚੱਲੇ ਜੀ, ਲੁਧਿਆਣੇ ਚੱਲੇ ਜੀ, ਹੈ ਨਾ। ਹੁਣ ਇਹ ਹੋ ਗਿਆ ਮੋਟਾ ਕਾਗਜ਼, ਤੇ ਇਸ ਮੋਟੇ ਕਾਗਜ਼ ਨੇ ਜਿੰਨੇ ਸਰਕਾਰੀ ਕਾਗਜ਼ ਆ ਉਹਨਾਂ ਸਾਰਿਆਂ ਦਾ ਢਿੱਡ ਭਰ ਦੇਣਾ ਜੀ। ਹੁਣ ਤੁਸੀਂ ਇੱਥੇ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ ਵੀ ਹਾਂਜੀ ਕਾਨੂੰਨ ਕਹਿੰਦਾ ਵੀ ਇੱਕ ਜਿੱਦਾਂ ਜਸਟ ਲਾਈਕ ਟੈਕਸੀ ਹੋ ਗਈ, ਆਪੇ ਇੱਕ ਜਗ੍ਹਾ ਤੋਂ ਬੰਦੇ ਚੱਕੇ ਤੇ ਉਹਨਾਂ ਨੂੰ ਸਪੈਸ਼ਲ ਇੱਕ ਥਾਂ ਲਈ ਲੈ ਕੇ ਗਏ, ਇੱਕ ਰਾਹ ਦੇ ਲੈ ਗਏ, ਉਹ ਰਾਹ 'ਚ ਟਿਕਟਾਂ ਨਹੀਂ ਕੱਟਣੀਆਂ ਉਹਨਾਂ ਦੀਆਂ, ਨਾ ਬਾਹਰ ਲਾਉਣੇ ਨਾ ਰਾਹ ਚੜਾਉਣੇ। ਹਾਂ, ਮਤਲਬ ਕੁੱਲ ਮਿਲਾ ਕੇ ਇਸ ਮੋਟੇ ਜਿਹੇ ਕਾਨੂੰਨ ਦੇ ਤਹਿਤ ਇਹ ਸਾਰਾ ਜਿਹੜਾ ਧੰਦਾ ਉਹ ਚੱਲਦਾ। ਜਦੋਂ ਆਪਾਂ ਕਹ ਲਓ ਵੀ ਸਾਲ ਨੂੰ ਟੈਕਸੀ ਕਰ ਲਈ, ਜੇ ਹੀ ਸੁਮੋ ਕਰ ਲਈ ਤੇ ਹੀ ਬੱਸ ਕਰ ਲਈ, ਇੱਕੋ ਹੀ ਗੱਲ ਹੈ ਨਾ। ਹੁਣ ਗੇਮ ਇਹ ਆ ਵੀ ਇਹਦੇ ਵਿਚਲਾ ਜਿਹੜਾ ਆਹ ਕੰਮ ਆ ਵੀ ਭਾਈ ਸਾਹਿਬ ਬੰਦੇ ਨੂੰ ਟਾਈਮ ਦਿਓ, ਬੰਦਾ ਭੱਜ ਕੇ ਚੜੇ, ਉਦੋਂ ਬਾਅਦ ਫਿਰ ਜਿਹੜਾ ਬਾਅਦ 'ਚ ਮਗਰੋਂ ਤੁਰਿਆ ਆਉਂਦਾ 2 ਘੰਟੇ 'ਚ ਹੋਰ ਕੁਛ ਨਹੀਂ, ਚਲੋ 10 ਵਾਰੀਆਂ ਉਹਨਾਂ ਚੜੀਆਂ ਹੋਣਗੀਆਂ। ਫਿਰ ਜਿਹੜੇ ਬੰਦੇ ਨੇ ਜਾਣਾ ਉਹਨੂੰ ਪਤਾ ਵੀ ਵੀਰ ਹੋਰ ਹੈ ਕੋਈ ਨਹੀਂ, ਜਾਣਾ ਤੇ ਇਹਨਾਂ ਨੇ ਪੈਣਾ। ਫਿਰ ਉਹਦੋਂ ਬਾਅਦ ਆਪਣੀ ਮਰਜ਼ੀ ਦੇ ਪੈਸੇ ਲੈ ਲਓ, ਜਦੋਂ ਤੁਸੀਂ ਪੈਸੇ ਆਪਣੀ ਮਰਜ਼ੀ ਦੇ ਲੈ ਲਓ। ਹੁਣ ਜੇ ਬੰਦਾ ਤੰਗ ਕਰੂ ਤੇ ਉਹਦੇ ਨਾਲ ਉਹ ਹੋਣਾ ਜਿਹੜਾ ਇਹਨਾਂ ਨਾਲ ਹੋਇਆ, ਕਿਉਂਕਿ ਬੰਦੇ ਉਹਨਾਂ ਨੇ ਤਦੇ ਰੱਖੇ ਹੁੰਦੇ ਆ ਨਾ ਵੀ ਦੇਖੋ
ਉਨੀਆਂ ਕੁ ਮਾਰਨੀ ਉਹਦੇ ਕੰਨ ਜ਼ਰੂਰ ਲਾਲੀ ਜਾਉਣ, ਪਰ ਸਵੇਰੇ ਜੇ ਐਕਸ-ਰੇ ਚੈੱਕ ਕਰਾਉਣ ਤੇ ਆਖਣ ਨਹੀਂ ਕੁਝ ਵੀ ਨਹੀਂ ਆਇਆ, ਠੀਕ ਸੀ ਬੰਦਾ। 26 ਬਣੇ ਹੀ ਨਾ। ਹਾਂ, ਹੁਣ ਇਹ ਜਿਹੜਾ ਸਾਰਾ ਕੁਛ ਆ ਇਹ ਤੇ ਹੈ ਨਹੀਂਗਾ ਵੀ ਉਹ ਕੱਲਾ ਉਹ ਜਿਹੜਾ ਵਿਚਾਰਾ ਡਰਾਈਵਰ ਚਲਾਉਂਦਾ ਅੱਖਾਂ ਸੁੱਜੀਆਂ ਹੁੰਦੀਆਂ ਤੇ ਕੋਈ ਨਾ ਕੋਈ ਇੱਧਰੋਂ ਉੱਧਰੋਂ ਚਾਹ ਨਾਲ ਮਾਲ ਵੀ ਛਕਣਾ ਪੈਂਦਾ ਵੀ ਇਹ ਚੱਲਦੀ ਰਵੇ, ਉਹ ਤਾਂ ਵਿਚਾਰੇ ਨੂੰ ਆਪਣੀ ਤਨਖਾਹ ਮਿਲਦੀ ਹੈ। ਜਿਹੜੇ ਕੋਈ 2-4 ਤੁਹਾਡੇ ਮਿਰਗੇ ਲੱਗੇ ਹੋਣੇ ਜਿਹਨਾਂ ਦਾ ਕੰਮ ਹੁੰਦਾ ਵੀ ਕੰਨ ਲਾਲ ਕਰਨੇ, ਉਹਨਾਂ ਨੂੰ ਵੀ ਉਨੇ ਪੈਸੇ ਮਿਲਦੇ ਜਿੰਨੇ ਆਮ ਮਿਲਣੇ ਚਾਹੀਦੇ ਬੰਦੇ ਨੂੰ। ਅਸਲ ਦੇ ਵਿੱਚ ਤੇ ਜਿਹੜਾ ਇਹ ਸਾਰਾ ਧੰਦਾ ਜਿੱਥੋਂ ਚੱਲਦਾ ਇਹ ਤਾਂ ਨਹੀਂ ਵੀ ਇੱਕ ਹੀ ਬੰਦੇ ਦੀ ਜੇਬ 'ਚ ਪੈਂਦਾ ਹੋਊਗਾ। ਜਿੱਥੋਂ ਬੱਸ ਚੱਲਦੀ ਆ ਤੇ ਜਿੱਥੇ ਆ ਕੇ ਰੁਕਦੀ ਆ, ਜਾਂ ਜਿੱਥੋਂ ਫਿਰ ਚੱਲਦੀ ਆ ਤੇ ਜਿੱਥੇ ਆ ਕੇ ਫਿਰ ਰੁਕਦੀ ਆ, ਰਾਹ 'ਚ ਕਈ ਬੰਦਿਆਂ ਦਾ ਘਰ ਚੱਲਦਾ ਨਾ। ਹੋ ਸਕਦਾ ਵੀ ਜਿਹੜਾ ਬੰਦਾ ਆਮ ਤੌਰ ਤੇ ਕੱਦੂ ਦੀ ਦਾਲ ਖਾਣ ਵਾਲਾ ਹੋਵੇ ਜੀ, ਉਹਨੂੰ ਜਦੋਂ ਲੈਗ ਪੀਸ ਆਉਂਦੇ ਹੋਣ ਤੇ ਉਹ ਲੈਗ ਪੀਸਾਂ ਦੀ ਸੇਵਾ ਇੱਧਰੋਂ ਜਾਂਦੀ ਹੋਵੇ ਤੇ ਫਿਰ ਭਾਈ ਸਾਹਿਬ ਕੁਛ ਵੀ ਹੋ ਸਕਦਾ। ਹੁਣ ਜੇ ਆਪਾਂ ਇਹ ਆਖੀਏ ਵੀ 2 ਬੰਦਿਆਂ ਨੇ ਸਾਰਾ ਕੁਝ ਰੋਕ ਦੇਣਾ, ਇਹ ਪੋਸੀਬਲ ਹੈ ਨਹੀਂ। ਨਹੀਂ, ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮੈਨੂੰ ਚੇਤਾ ਆਉਂਦਾ ਇਹ ਤਕਰੀਬਨ 2003-4 ਦੀਆਂ ਗੱਲਾਂ ਹੋਣੀਆਂ। ਪੰਜਾਬ ਰੋਡਵੇਜ ਦੀ ਬੱਸ ਸੀ ਤੇ ਉਹ ਪਤਾ ਨਹੀਂ ਕਿਲੋਮੀਟਰ ਸਕੀਮ ਸੀ, ਅੱਧੀ ਕੱਚੀ ਅੱਧੀ ਪੱਕੀ, ਇਹ ਨਹੀਂ ਮੈਨੂੰ ਚੇਤਾ। ਮੈਂ ਉਹਦੇ ਵਿੱਚ ਹੀ ਬੈਠਾ ਸੀ ਤੇ ਅਚਾਨਕ ਨਾ ਜਦੋਂ ਅਗਲੇ ਅੱਡੇ ਤੇ ਜਾ ਕੇ ਉਹਨੇ ਲਾਈ ਆ ਬੱਸ ਤੇ ਪਿੱਛੋਂ ਇੱਕ ਪ੍ਰਾਈਵੇਟ ਬੱਸ ਚੀ ਹੌਰਨ ਮਾਰਦੀ ਐ ਉਹਨੂੰ ਟੇਢੀ ਕਰਕੇ ਉਹਦੇ ਮੂਹਰੇ ਲਾਤੀ। ਉਹਦੇ ਵਿੱਚੋਂ 5-7 ਦਗੜ ਕਰਦੇ ਉਤਰੇ। ਉਹਨਾਂ ਨੇ ਕੰਡਕਟਰ ਬਾਹੋਂ ਫੜ ਕੇ ਥੱਲੇ ਲਾਇਆ, 3-4 ਚਪੇੜਾਂ ਮਾਰੀਆਂ, ਉਹਦੀ ਪੱਗ ਵੀ ਲਾਤੀ। ਉਹ ਕੰਡਕਟਰ ਹੁਣ ਲਾਤੀ ਪੱਗ, ਉਸ ਤੋਂ ਬਾਅਦ ਉਹਨੂੰ ਗਾਲਾਂ ਗੂਲਾਂ ਜੋ ਕੱਢੀਆਂ, ਕਿਉਂਕਿ ਉਹ ਸਮਝ ਨਹੀਂ ਸੀ ਇੰਨੀ ਕੁ ਗੱਲ ਕਹਾਣੀ ਕੀ ਹੈ। ਉਹਦੇ ਤੋਂ ਬਾਅਦ ਕੰਡਕਟਰ ਨੇ ਪੱਗ ਝੋਲੇ 'ਚ ਪਾਈ, ਪਰਨਾ ਰੱਖਿਆ ਹੁੰਦਾ ਉਹਨਾਂ ਨੇ, ਪਰਨਾ ਲਪੇਟ ਲਿਆ ਤੇ ਨਾਲੇ ਉਹਦੀਆਂ ਅੱਖਾਂ 'ਚੋਂ ਪਾਣੀ ਨਿਕਲੇ। ਪਾਣੀ ਤਾਂ ਨਿਕਲਣਾ ਹੀ ਸੀ ਨਾ। ਹੁਣ ਬਾਅਦ 'ਚ ਚਲੋ ਹੌਲੀ ਹੌਲੀ ਸਵਾਰੀਆਂ ਨੇ ਦੋਵਾਂ ਨੇ ਪੁੱਛਿਆ, ਇੰਨੀ ਕੁ ਸਮਝ ਆਈ, ਕਹਿੰਦਾ ਜੀ ਮੈਂ ਤਾਂ ਟਾਈਮ ਨਾਲ ਹੀ ਤੁਰਿਆ ਸੀ। ਉਹ ਪਤਾ ਨਹੀਂ ਹੁਣ ਉੱਪਰਲਿਆਂ ਦੀ ਕੀ ਸਾਂਝ ਆ, ਥੱਲੜਿਆਂ ਦੀ ਕੀ ਸਾਂਝ ਆ, ਕਹਿੰਦੇ ਅਸੀਂ ਭਾਈ ਇੱਥੇ ਨਹੀਂ ਰੋਕਣੀ ਉੱਥੇ ਨਹੀਂ ਰੋਕਣੀ, ਸਾਡੀਆਂ ਸਵਾਰੀਆਂ ਉਹਦੀਆਂ ਸਵਾਰੀਆਂ। ਜਾਣੀ ਕਿ ਉਹ ਜਿਹੜਾ ਤਾਂ ਸਰਕਾਰੀ ਮੁਲਾਜ਼ਮ ਆ ਉਹ ਤਾਂ ਇਕੱਲਾ ਹੀ ਹੁੰਦਾ। ਉਹਦੇ ਵਿੱਚੋਂ ਜਦੋਂ 10 ਜਣੇ ਨਿਕਲਦੇ ਆ ਤੇ ਆਣ ਕੇ ਫਿਰ ਚਪੇੜਾਂ ਵੀ ਮਾਰਦੇ ਤੇ ਇਹ ਵੀ ਕਹਿੰਦੇ ਕਿ ਭਾਈ ਤੂੰ ਸਾਡੀਆਂ ਸਵਾਰੀਆਂ ਕੋ ਚੱਕਦਾ, ਇੱਥੋਂ ਤਾਂ ਅਸੀਂ ਚੱਕਾਂ ਕਿਉਂਕਿ ਸਾਡਾ ਹੀ ਰਾਜ ਚੱਲਦਾ, ਭਾਵੇਂ ਉੱਪਰ ਲੈ ਲਾ ਥੱਲੇ ਲੈ ਲਾ, ਸਰਕਾਰ ਜਿਹਦੀ ਮਰਜ਼ੀ ਹੋਵੇ, ਬੱਸਾਂ ਇਦਾਂ ਹੀ ਚੱਲਣੀਆਂ। ਉਦੋਂ ਕੰਮ ਖਰਾਬ ਹੋ ਜਾਂਦਾ। ਜਿਹੜੇ ਦਗੜ ਕਰਕੇ ਆਉਂਦੇ ਆ, ਕਿਹਦੀ ਸ਼ਹਿ ਤੇ ਆਉਂਦੇ ਆ, ਕਿੱਥੇ ਰੁਪਈਏ ਜਾਂਦੇ ਆ, ਕਿੱਥੇ ਪੈਸੇ ਚੜ੍ਹਦੇ ਆ, ਉਹ ਸਾਰਾ ਕੁਝ ਪਤਾ ਲੱਗਣਾ ਚਾਹੀਦਾ। ਵੜਿੰਗ ਸਾਹਿਬ ਨੇ ਚਲੋ ਕੰਮ ਸ਼ੁਰੂ ਕੀਤਾ, ਅਸੀਂ ਉਮੀਦ ਕਰਦੇ ਹਾਂ ਕਿ ਧੁਰ ਲਾਉਣ, ਪਰ ਇੰਨੀ ਗੱਲ ਦਾ ਖਿਆਲ ਜ਼ਰੂਰ ਰੱਖਣ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਰੂਟ, ਜਿਹੜੇ ਪਰਮਿਟ ਕਦੇ ਸਰਕਾਰੀ ਬੱਸਾਂ ਕੋਲ ਹੁੰਦੇ ਸੀ, ਉਹ ਕਿਹੜੇ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਵਿੱਚੋਂ ਕਈ ਪਰਮਿਟ ਪ੍ਰਾਈਵੇਟਾਂ ਕੋਲ ਚਲੇ ਗਏ। ਜਿੱਥੇ ਕਦੇ ਸਰਕਾਰੀ ਬੱਸਾਂ ਚੱਲਦੀਆਂ ਸੀ, ਉਹ ਕਿਹੜੇ ਕਾਨੂੰਨ ਦੇ ਮੁਤਾਬਕ ਵੱਡੇ ਵੱਡੇ ਜਿਹੜੇ ਘਰਾਣੇ ਨੇ ਉਹਨਾਂ ਦੇ ਕੋਲੇ ਚਲੇ ਗਏ। ਤੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਅਜੇ ਤੱਕ ਵੀ ਉਧਰਲੇ ਪਾਸੇ ਨੂੰ ਤੁਰਦੀ ਨਹੀਂ, ਆਬਾਦੀ ਵੱਧ ਗਈ, ਕਮਾਈਆਂ ਦਾ ਪਤਾ ਲੱਗ ਗਿਆ ਕਿੱਦਾਂ ਹੁੰਦੀਆਂ। ਆਬਾਦੀ ਵਧੀ ਦੇ ਮੁਤਾਬਕ ਤੁਸੀਂ ਰੂਟ ਦਿਓ, ਪਰਮਿਟ ਦਿਓ, ਵੀ ਆਬਾਦੀ ਵੱਧ ਗਈ ਹੈ, ਲੋਕਾਂ ਨੇ ਤਾਂ ਜਾਣਾ। ਫਿਰ ਤੁਸੀਂ ਕਹਿਣਾ ਜਿੱਥੇ ਪ੍ਰਦੂਸ਼ਣ ਹੋ ਗਿਆ, ਇੱਥੇ ਕਾਰਾਂ ਬੜੀਆਂ ਤੁਰੀਆਂ ਫਿਰਦੀਆਂ, ਇੱਥੇ ਸਕੂਟਰ ਬੜੇ ਤੁਰੇ ਫਿਰਦੇ, ਇੱਥੇ ਮੋਟਰਸਾਈਕਲ ਬੜੇ ਤੁਰਦੇ, ਗੱਡਖਾਨਾ ਬਹੁਤ ਹੋ ਗਿਆ। ਗੱਡਖਾਨਾ ਤਾਂ ਹੋਊਗਾ ਹੀ ਜਦ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਲਿਜਾਣ ਵਾਲਾ ਕੋਈ ਨਹੀਂ। ਤੁਸੀਂ ਆਬਾਦੀ ਦੇ ਹਿਸਾਬ ਨਾਲ ਸਰਵੇ ਕਰਾ ਲਓ, ਜਿੰਨੇ ਰੂਟ ਪਰਮਿਟ ਹੋਰ ਦੇਣ ਵਾਲੇ ਆ ਉੱਥੇ ਦਿਓ, ਆਮ ਨੂੰ ਦਿਓ, ਖਾਸ ਨੂੰ ਦਿਓ, ਜਿਹਨੂੰ ਦੇਣੇ ਆ। ਪਰ ਇੱਕ ਨੀਤੀ ਸਿੱਧੀ ਹੋਣੀ ਚਾਹੀਦੀ ਹੈ, ਨਾ ਹੋਵੇ ਕਿ ਬੜਾ ਟਰਾਂਸਪੋਰਟ ਹੌਲੀ ਹੌਲੀ ਸਾਰਿਆਂ ਨੂੰ ਖਾ ਜਾਏ। ਇਹਦੇ 'ਚ ਮੇਰੇ ਖਿਆਲ ਨਾਲ ਇਹ ਸਾਰਾ ਕੁਝ ਇਹ ਨਹੀਂ ਕਿਹਾ ਜਾ ਸਕਦਾ ਵੀ ਮਤਲਬ ਜੇ ਆਪਾਂ ਇਹ ਮੰਨੀਏ ਵੀ ਪ੍ਰਾਈਵੇਟ ਵਾਲੇ ਸਾਰਾ ਕੁਝ ਕਰੀ ਜਾਂਦੇ ਤੇ ਸਰਕਾਰੀ ਤੰਤਰ 'ਚ ਸਭ ਅੱਛਾ ਹੈ, ਵੀ ਉਹ ਐਡਾ ਧੂਫ ਬੱਤੀ ਦੇ ਕੇ ਬਹਿੰਦੇ ਕੁਰਸੀ ਤੇ, ਵੀ ਉਦੋਂ ਬਾਅਦ ਲੈ ਭਾਈ ਸਾਹਿਬ ਆ ਜੋ ਖਾਣਾ ਸੁੱਚਾ ਖਾਣਾ ਜੀ, ਸੁੱਚਾ ਪਾਣੀ ਪੀਣਾ, ਇੱਦਾਂ ਨਹੀਂ ਹੈ। ਕਹਿਣ ਤੋਂ ਭਾਵ ਇਹ ਕਿ ਵੀ ਹੁਣ ਦੇ ਅੱਖਾਂ ਪਿੰਡਾਂ ਥਾਵਾਂ ਤੇ ਆਪਾਂ ਅੱਜ ਵੀ ਦੇਖ ਲਈਆਂ ਜਿਹੜੀਆਂ ਮਿੰਨੀਆਂ ਚੱਲਦੀਆਂ। ਮੇਰਾ ਖਿਆਲ ਵੀ ਕਈ ਮਿੰਨੀਆਂ ਦੇ ਹੋ ਸਕਦਾ ਵੀ ਨਿਆਣਾ ਜਦੋਂ ਜੰਮਿਆ ਹੋਵੇ ਉਦੋਂ ਅਜੇ ਚੱਲਦੀ ਹੋਵੇ ਤੇ ਨਿਆਣਾ ਮੁੜ ਕੇ ਕਾਲਜੇ ਜਾ ਕੇ ਵਿਆਹ ਵੀ ਗਿਆ ਹੁੰਦਾ, ਗਾਂ ਨਿਆਣੇ ਵਾਲਾ ਹੋ ਜਾਂਦਾ ਤੇ ਉਹ ਮਿੰਨੀ ਅਜੇ ਵੀ ਚੱਲਦੀ ਹੁੰਦੀ ਹੈ ਜੀ। ਕਹਿਣ ਤੋਂ ਭਾਵ ਇਹ ਵੀ ਜੇ ਉਹਨਾਂ ਦੀ ਪ੍ਰਾਈਵੇਟ ਬੱਸ ਆ, ਉਹ ਠੀਕ ਹੈ, ਫਿਟਨੈਸ ਟੈਸਟ ਆ ਜਾਂ ਜੋ ਵੀ ਆ, ਜੋ ਨਹੀਂ ਆ ਅਗਲੇ ਬੰਦੇ ਨੂੰ ਭੰਨ ਘੜ ਕਰਕੇ ਬਣਾ ਲੈਂਦੇ ਆ, ਹੋਰ ਕੋਈ 2-2.5 ਸਾਲ ਨੂੰ ਰੰਗ ਰੂੰਗ ਕਰਾ ਕੇ ਪਾਪੂ ਵਾਲੇ ਹਾਰਨ ਲਵਾ ਕੇ ਚਲਾਈ ਜਾਂਦੇ ਨੇ ਕੰਮ। ਫਿਰ ਇਹ ਸਰਕਾਰੀ ਬੱਸਾਂ ਦੇ ਵਿੱਚ ਐਸਾ ਕਿਹੜਾ ਲੋਹਾ ਲੱਗ ਜਾਂਦਾ ਜਿਹੜਾ ਮਤਲਬ 3.5 ਸਾਲੀ ਮੁੜ ਕੇ ਐਂ ਜਾਪਦਾ ਵੀ ਜਿਹੜੀ ਯਾਰ ਨਵੀਂ ਨਕੋਰ ਬੱਸ ਆਈ ਸੀ ਉਹ ਹਲਕੀ ਜਿਹੀ ਐਂ ਚੱਲਦੀ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਕਿਤਨਾ ਸੜਕਾਂ ਵੀ ਉਹ ਨੇ, ਉਹੀ ਕੰਪਨੀ ਉਹਨਾਂ ਨੂੰ ਬਣਾ ਕੇ ਦਿੰਦੀ ਬੱਸ, ਉਹੀ ਕੰਪਨੀ ਉਹਨਾਂ ਨੂੰ ਬਣਾ ਕੇ ਦਿੰਦੀ ਹੈ। ਉਨੀ ਕੁ ਰੇਸ ਦੇ ਕੇ ਉਹਦਾ ਗੇਅਰ ਪੈਣਾ, ਉਨੀ ਕੁ ਰੇਸ ਨਾਲ ਉਹਦਾ ਗੇਅਰ ਪੈਣਾ, ਉਨੀਆਂ ਕੁ ਸਵਾਰੀਆਂ ਉਹ 'ਚ ਬਹਿੰਦੀਆਂ, ਉਹ ਤੋਂ ਭੁਰਾ ਘੱਟ ਸਰਕਾਰੀ 'ਚ ਬਹਿੰਦੀਆਂ। ਫਿਰ ਉਹਨਾਂ ਦੀ ਹਾਲਤ ਇੰਨੀ ਖਸਤਾ ਕਿਉਂ ਹੋ ਜਾਂਦੀ ਆ? ਮੇਰੇ ਖਿਆਲ ਨਾਲ ਇਹ ਵੀ ਕਿਤੇ ਨਾ ਕਿਤੇ ਵੇਖਣਾ ਚਾਹੀਦਾ। ਨਹੀਂ, ਬਹੁਤ ਚੰਗੀ ਤਰ੍ਹਾਂ ਦੇਖਣਾ ਪਊਗਾ। ਮਤਲਬ ਮੈਂ ਤਾਂ ਇਹ ਕਹਿਣਾ ਵੀ ਵੜਿੰਗ ਸਾਹਿਬ ਇਹ ਨਹੀਂ ਵੀ ਡਾਂਗ ਲੈ ਕੇ ਪ੍ਰਾਈਵੇਟ ਵਾਲਿਆਂ ਦੇ ਘੇਰੇ ਤੋਏ ਫਿਰਨ, ਆਪਣੇ ਵਾਲੇ ਬੰਦੇ ਵੀ ਲੈਣ 'ਚ ਸਿੱਧੀ ਕਰਕੇ ਵੇਖ ਲੈਣ ਵੀ ਇਹ ਕੀ ਕਰਦੇ ਆ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਨਾ ਟਰਾਂਸਪੋਰਟ ਸੈਕਟਰ ਤੋਂ ਸਿੱਖਣਾ ਪਊਗਾ, ਜਾਂ ਦੋਨੋਂ ਇੱਕ ਦੂਜੇ ਦੇ ਨੇੜੇ ਤੇੜੇ ਚੱਲਦੀਆਂ ਲੱਗਦੀਆਂ। ਜਿਹੜੇ ਲੀਡਰਾਂ ਦੀਆਂ ਟਰਾਂਸਪੋਰਟਾਂ ਨੇ ਉਹਨਾਂ ਦੀਆਂ ਆਪਦੀਆਂ ਟਰਾਂਸਪੋਰਟਾਂ ਤਾਂ ਵਧੀਆ ਚੱਲਦੀਆਂ, ਟਰੱਕ ਵੀ ਨਵੇਂ ਪੈ ਜਾਂਦੇ, ਬੱਸਾਂ ਵੀ ਨਵੀਆਂ ਪੈਂਦੀਆਂ, ਮਿੰਨੀਆਂ ਵੀ ਨਵੀਆਂ ਪੈ ਜਾਂਦੀਆਂ, ਹਾਲਤ ਵੀ ਵਧੀਆ ਹੁੰਦੀ ਹੈ।
ਉਹਨਾਂ ਦੇ ਕੋਲ ਹੀ ਮਹਿਕਮਾ ਟਰਾਂਸਪੋਰਟ ਦਾ ਆ ਜਾਵੇ ਤਾਂ ਪੰਜਾਬ ਰੋਡਵੇਜ਼ ਤੇ ਪੈਪਸ ਰੋਡਵੇਜ਼ ਥੱਲੇ ਉਹੀ ਸੜਕ, ਉਹੀ ਕੰਡਕਟਰ, ਉਹੀ ਡਰਾਈਵਰ, ਉਹੀ ਕਿਰਾਇਆ, ਉੱਦਾਂ ਦਾ ਕਾਨੂੰਨ, ਉੱਦਾਂ ਦਾ ਨਿਯਮ, ਉਨੇ ਹੀ ਖਤਰੇ, ਉਨੇ ਹੀ ਟੋਏ ਤੇ ਉਨੇ ਹੀ ਟਿੱਬੇ। ਉਹਨਾਂ ਦੇ ਆਪਦੇ ਘਰ ਦੀਆਂ ਬੱਸਾਂ ਦੀ ਗਿਣਤੀ ਵੱਧ ਜਾਣੀ ਹੈ, ਪੈਪਸੂ ਤੇ ਪੰਜਾਬ ਰੋਡਵੇਜ਼ ਦੀ ਘਟ ਜਾਣੀ ਹੈ। ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ, ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਜਾਂ ਕਾਂਗਰਸ ਪਾਰਟੀ ਦੇ ਵਿੱਚ ਰਹੇ, ਹਾਈ ਕਮਾਂਡ ਗੱਲ ਮੰਨਦੀ ਰਹੀ, ਉਨੀ ਦੇਰ ਕਾਂਗਰਸ ਪਾਰਟੀ ਬਹੁਤ ਵਧੀਆ ਸੀ। ਮੁਕਾਬਲਾ ਹੀ ਇਹ ਦੇ ਸਕਦੀ ਹੈ, ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਪਰ ਜਿੱਦਾਂ ਹੀ ਹੁਣ ਬਾਹਰ ਗਏ ਆ, ਅਵਿਵਸਥਿਤ ਹੈ, ਨਹੀਂ ਕੁਛ ਵੀ, ਪੱਲੇ ਹੀ ਕੱਖ ਨਹੀਂ। ਅਸੀਂ ਸੀਗੇ ਤਾਂ ਕਾਂਗਰਸ ਸੀਗੀ, ਆ ਵੱਡੇ ਲੀਡਰ ਤਾਂ ਪਹਿਲੇ ਕੰਮ ਕਰਨੋਂ ਕਾਂਗਰਸ ਪਾਰਟੀ ਲਈ ਹਟ ਗਿਆ। ਮੈਂ ਹੀ ਇੱਕ ਬਚਿਆ ਸੀ, ਹੁਣ ਮੈਂ ਵੀ ਲਾਂਭੇ ਚੱਲਿਆ। ਅੱਜ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੁਣ ਕਿਹਾ ਕਿ ਮੈਂ ਪਹਿਲਾਂ 77 ਸੀਟਾਂ ਜਿਤਾਈਆਂ ਵਿਧਾਨ ਸਭਾ ਦੀਆਂ, ਫਿਰ 8-13 ਦੇ ਵਿੱਚੋਂ ਜਿਤਾਈਆਂ ਲੋਕ ਸਭਾ ਦੀਆਂ, ਫਿਰ 7 ਵੱਡੇ ਸ਼ਹਿਰਾਂ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਨਿਗਮ ਦੀਆਂ ਚੋਣਾਂ ਜਿਤਾਈਆਂ, ਉਹਦੇ ਤੋਂ ਬਾਅਦ 108 ਦੇ ਨੇੜੇ ਨਗਰ ਕੌਂਸਲਾਂ ਦੀਆਂ ਚੋਣਾਂ ਜਿਤਾਈਆਂ। ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਜਿੱਧਰਲੇ ਪਾਸੇ ਵੀ ਦੇਖੋ ਐਨ ਚੰਗੇ ਤਰੀਕੇ ਕੰਮ ਕੀਤਾ। ਬੇਅਦਬੀ ਦੇ 3 ਦੋਸ਼ੀ ਫੜੇ, ਜਿਹੜੇ ਪੁਲਿਸ ਵਾਲਿਆਂ ਤੇ ਇਲਜ਼ਾਮ ਸੀ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਪੇਸ਼ੀਆਂ ਪੈਣ ਲੱਗ ਪਈਆਂ। ਉਹ ਕਹਿੰਦੇ ਕਿ ਮੈਂ ਕਾਂਗਰਸ ਪਾਰਟੀ ਨੂੰ ਇੰਨਾ ਉੱਪਰ ਲੈ ਕੇ ਗਿਆ, ਮੈਨੂੰ ਵਿਧਾਇਕਾਂ ਨੇ ਨਹੀਂ ਲਾਇਆ ਲੋਇਆ। ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਵਿਧਾਇਕਾਂ ਤੋਂ ਧੱਕੇ ਨਾਲ ਸਾਈਨ ਕਰਾਏ ਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਨਹੀਂ। ਤਾਂ ਜੇ ਉਹ ਧੱਕਾ ਨਾ ਕੀਤਾ ਹੁੰਦਾ, ਉਹਨਾਂ ਨੂੰ ਡਰਾਇਆ ਨਾ ਹੁੰਦਾ, ਤਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਹੁੰਦਾ। ਨਹੀਂ ਦੇਖੋ, ਕੈਪਟਨ ਸਾਹਿਬ ਸਿਆਣੇ ਬੰਦੇ ਨੇ ਯਾਰ, ਹੁਣ 9.5 ਸਾਲ ਮੁੱਖ ਮੰਤਰੀ ਰਹੇ ਅਗਲੇ, ਇੰਨੀ ਦੇਰ ਤੋਂ ਕਾਂਗਰਸ ਪਾਰਟੀ 'ਚ ਨੇ, ਤੇ ਮੇਰੇ ਖਿਆਲੋਂ ਜੇ ਉਹ ਕਹਿੰਦੇ ਤੇ ਠੀਕ ਹੀ ਹੋਣਾ ਜੀ। ਪਰ ਵੈਸੇ ਮੈਂ ਗੱਲ ਕਰਦਾ ਸੀ ਵੀ ਬੰਦੇ ਉਹ ਦਿੱਲੀ ਹੁੰਦੇ ਆ, ਉਹਨਾਂ ਨੂੰ ਜਾਂ ਤੇ ਪੰਜਾਬ ਲੈ ਆਉਣ ਜਾਂ ਫਿਰ ਦਿੱਲੀੋਂ ਬਿਆਨ ਦਵਾ ਦੇਣ। ਪਿਛਲੇ ਦਿਨ ਵੀ ਉਹਨਾਂ ਨੇ ਬਿਆਨ ਦਿੱਤਾ ਸੀ, ਪਰ ਉਦੋਂ ਬਾਅਦ ਨਾ ਤੇ ਕੋਈ ਕਾਂਗਰਸ 'ਚੋਂ ਬੋਲਿਆ, ਨਾ ਕੋਈ ਅਕਾਲੀਆਂ 'ਚੋਂ ਬੋਲਿਆ ਜਿਨ੍ਹਾਂ ਦੇ ਬੰਦੇ ਆ, ਤੇ ਨਾ ਉਹਨਾਂ 'ਚੋਂ ਕੋਈ ਬੋਲਿਆ ਜਿਨ੍ਹਾਂ ਦਾ ਨਾਂ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ। ਨਰੇਸ਼ ਗੁਜਰਾਲ ਸਾਹਿਬ ਦੀ ਗੱਲ ਕਰਨ ਲੱਗਾ, ਹੁਣ ਦੇਖੋ ਹੈ ਤੇ ਉਹ ਬੰਦੇ MP ਤੇ ਹੈਗੇ, ਉਹ ਰਾਜ ਸਭਾ ਮੈਂਬਰ ਆ ਅਕਾਲੀ ਦਲ ਵਾਲੇ ਪਾਸੇ। ਕਿਹਾ ਉਹਨਾਂ ਨੇ ਇਹ ਸੀ ਵੀ ਭਾਈ ਸਾਹਿਬ ਉਦੋਂ ਤੇ ਕਲੀਅਰ ਕੱਟ ਹੋਇਆ ਸੀ ਵੀ ਭਾਈ ਸਾਹਿਬ BJP ਨੇ ਆਪਣੀਆਂ ਜਿਹੜੀਆਂ ਵੋਟਾਂ ਸੀ ਉਹ ਟਰਾਂਸਫਰ ਕੀਤੀਆਂ ਕਾਂਗਰਸ ਪਾਰਟੀ ਨੂੰ। ਇਹ ਤਾਂ ਕਾਂਗਰਸ ਦੀ ਸਰਕਾਰ ਬਣੀ ਆ ਕਿਉਂਕਿ ਅਸਲ ਦੇ ਵਿੱਚ ਗੇਮ ਇਹ ਸੀ ਵੀ ਆਪਾਂ ਇਹਨਾਂ ਨੂੰ ਰੋਕਣਾ। ਹੁਣ ਆਪਾਂ ਇਹਨਾਂ ਨੂੰ ਦੇ ਵਿੱਚ ਉਹ ਅਕਾਲੀਆਂ ਦੀ ਗੱਲ ਵੀ ਕਰਦੇ ਸੀ ਵੀ ਸਾਡੀਆਂ ਵੀ ਤਾਂ ਘੜੀਆਂ, ਇਹ ਵੀ ਗੱਲ ਕਰਦੇ ਸੀ ਵੀ ਆਮ ਆਦਮੀ ਪਾਰਟੀ ਨੂੰ ਰੋਕਣ ਦਾ ਕਰਕੇ ਕੀਤਾ ਕੰਮ। ਹੁਣ ਜੇ ਤੇ ਮੰਨ ਲਓ ਨਰੇਸ਼ ਗੁਜਰਾਲ ਸਾਹਿਬ ਸਹੀ ਕਹਿੰਦੇ ਆ, ਜੇ ਤੇ ਫਾਰਮੂਲਾ ਉਹੀ ਚੱਲਿਆ, ਤੇ ਫਿਰ ਕੈਪਟਨ ਸਾਹਿਬ ਜਿਹੜਾ ਇਹ ਬਿਆਨ ਦਿੰਦੇ ਆ ਵੀ ਭਾਈ ਸਾਹਿਬ ਮੈਂ ਜਿਤਾਇਆ, ਉਹਦਾ ਫਿਰ ਕੀ ਬਣਿਆ? ਨਹੀਂ, ਗੱਲ ਤਾਂ ਇਹ ਹੁਣ ਜਿਹੜਾ ਲਾਲ ਕੁੜੀ ਦਾ ਅੰਡਾ ਪੈਰ ਥੱਲੇ ਆ ਕੇ ਭੱਜ ਗਿਆ ਹੈ ਨਾ, ਵੀ ਉਹਦਾ ਹੁਣ ਫਿਰ ਪੈਸੇ ਕੌਣ ਦੇਊ? ਉਹ ਫਿਰ ਦੇਖੋ ਨਾ, ਲਾਲ ਕੁੜੀ ਦੇ ਆਂਡੇ ਨੂੰ ਆਪਾਂ ਸਾਈਡ ਤੇ ਕਰ ਲਈਏ, ਇਹਦੇ 'ਚ ਇੱਕ ਆਂਡਾ ਹੋਰ ਰਲਦਾ ਆ ਕੇ, ਉਹ ਆਂਡਾ ਇਹ ਰਲਦਾ ਵੀ ਇਸ ਤੋਂ ਬਾਅਦ ਵੀ ਬੜੇ ਬੰਦੇ ਇਹ ਰੌਲਾ ਪਾਉਂਦੇ ਰਹੇ ਵੀ ਯਾਰ ਹੋਰ ਕਿਸੇ ਨੂੰ ਕੋਈ ਮਿਲੇ ਨਾ ਮਿਲੇ, ਜਿਹੜੀ ਉੱਪਰਲੀ ਲੀਡਰਸ਼ਿਪ ਹੈ ਉਹ ਭੱਜ ਕੇ ਕੈਪਟਨ ਸਾਹਿਬ ਨੂੰ ਬਹੁਤ ਛੇਤੀ ਮਿਲਦੀ ਹੈ। ਇਹ ਗੱਲ ਤੁਹਾਡੀ ਮੈਂ ਨਹੀਂ ਕਹਿੰਦਾ ਵਿੱਚ ਕੋਈ ਸੱਚਾਈ ਹੈ ਜਾਂ ਵਿਰੋਧੀ ਗਲਤ ਕਹਿੰਦੇ, ਤੁਸੀਂ ਨਹੀਂ ਕਹਿੰਦੇ, ਪ੍ਰਗਟ ਸਿੰਘ ਕਹਿੰਦੇ ਆ। ਅੱਛਾ, ਹੁਣ ਪ੍ਰਗਟ ਸਿੰਘ ਹੋਰੀ ਕੈਬਨਿਟ ਮੰਤਰੀ ਨੇ, ਮਹਿਕਮਾ ਸਪੋਰਟਸ ਦਾ ਹੈਗਾ, ਓਲੰਪੀਅਨ ਰਹੇ ਆ। ਕੈਪਟਨ ਸਾਹਿਬ ਹੋਰਾਂ ਨੇ ਆਪ ਟਿਕਟ ਦਿੱਤੀ ਸੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹੁੰਦਿਆਂ, ਚਿੱਠੀਆਂ ਕਈ ਉਹਨਾਂ ਨੇ ਕੈਪਟਨ ਸਾਹਿਬ ਨੂੰ ਲਿਖੀਆਂ। ਹੁਣ ਆ ਦੇਖੋ, ਝੋਨੇ ਦਾ ਮਸਲਾ ਸੀ, ਝੋਨੇ ਦੇ ਮਸਲੇ ਦੇ ਉੱਤੇ ਪ੍ਰਗਟ ਸਿੰਘ ਨੇ ਜਿਹੜਾ ਵੱਡਾ ਇਲਜ਼ਾਮ ਲਾਤਾ, ਹੋਰ ਕਿਸੇ ਨੇ ਲਾਇਆ ਹੀ ਨਹੀਂ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਕੈਪਟਨ ਸਾਹਿਬ ਮਿਲਣ ਗਏ ਸੀ, ਜਦੋਂ ਮਿਲ ਕੇ ਆਏ ਤਾਂ ਥੋੜੀ ਦੇਰ ਬਾਅਦ ਹੀ ਫੈਸਲਾ ਹੋ ਗਿਆ ਸੀ ਇਹ ਕਿ ਝੋਨਾ ਅਸੀਂ 10 ਦਿਨ ਲੇਟ ਖਰੀਦਾਂਗੇ, 10 ਤਰੀਕ ਤੋਂ, ਹਜੇ ਨਮੀ ਬਹੁਤ ਹੈ। ਉਹ ਕਹਿੰਦੇ ਸਿਰਫ ਇਸੇ ਕਰਕੇ ਕਿ ਇਸ ਵੇਲੇ ਪੰਜਾਬ ਦੀ ਵਾਗਡੋਰ ਕਿਸੇ ਹੋਰ ਦੇ ਕੋਲ ਆ, ਤੇ ਜੇ ਕਿਸਾਨ ਤੰਗ ਹੋਊਗਾ, ਔਖਾ ਹੋਊਗਾ, ਭਾਰਾ ਹੋਊਗਾ, ਤਾਂ ਕਿਸਾਨ ਜਿਹੜਾ ਉਹ ਸਰਕਾਰ ਦੇ ਗਲ ਪਊਗਾ। ਪਰ ਇਹਦੇ ਨਾਲ ਲੱਖਾਂ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨਾਂ ਦਾ ਜਿਹੜਾ ਉਜਾੜੇ ਦਾ ਰਾਹ ਪੱਧਰਾ ਕਰਿਆ ਹੈ। ਕਿਉਂਕਿ ਇਹ ਤਾਂ ਪਿਛਲੇ ਸਮੇਂ ਦੇ ਵਿੱਚ ਚਲੋ ਰੌਲਾ ਪੈਂਦਾ ਸੀ ਜੀ, ਕੈਪਟਨ ਸਾਹਿਬ ਭਾਜਪਾ ਨਾਲ ਰਲ ਗਿਆ ਜੀ, ਹਾਈ ਕਮਾਂਡ ਨੇ ਵੀ ਕਈ ਵਾਰੀ ਕਿਹਾ ਜੀ ਐਵੇਂ ਭਾਜਪਾ ਦੇ ਹੱਥਾਂ 'ਚ, RSS ਦੇ ਹੱਥਾਂ 'ਚ ਨਾ ਖੇਡੋ ਜੀ। ਪਰ ਕੋਈ ਮੌਜੂਦਾ ਜਿਸ ਪਾਰਟੀ 'ਚ ਕੈਪਟਨ ਸਾਹਿਬ ਅਜੇ ਵੀ ਹੈਗੇ ਆ, ਉਸੇ ਪਾਰਟੀ ਦੀ ਸਰਕਾਰ ਦਾ ਕੈਬਨਿਟ ਮੰਤਰੀ ਇਹ ਕਹੇ ਕਿ ਭਾਈ ਕੇਂਦਰ ਦੀ ਸੱਤਾਧਾਰੀ ਭਾਜਪਾ ਦੇ ਨਾਲ ਰਲ ਕੇ ਝੋਨੇ ਦੀ ਖਰੀਦ ਦੇ ਵਿੱਚ ਪਛੜੇਵੇਂ ਦਾ ਮੁੱਢ ਜਿਹੜਾ ਉਹ ਕੈਪਟਨ ਸਾਹਿਬ ਨੇ ਬੰਨਿਆ। ਫਿਰ ਹੁਣ ਕੀ ਕਰੀਏ ਭਾਈ? ਗੁਜਰਾਲ ਸਾਹਿਬ ਕਹਿੰਦੇ ਆ ਕਿ ਭਾਈ ਉਹਨਾਂ ਨਾਲ ਰਲ ਕੇ ਉਹਨੂੰ ਰੋਕਿਆ, ਉਹ ਬੰਦੇ ਉਹਨਾਂ ਦੇ ਕਹੀ ਜਾਂਦੇ, ਹੁਣ ਉਹਦਾ ਨਾਲ ਰਲ ਕੇ ਆਹ ਰੋਕਤਾ। ਹੁਣ ਮੰਡੀਆਂ ਤੋਂ ਲੈ ਕੇ ਸਰਕਾਰਾਂ ਰੋਕਣ ਤੱਕ ਜੇ ਕੰਮ ਇੱਧਰ ਰਲ ਮਿਲ ਕੇ ਚੱਲੂਗਾ, ਆਮ ਬੰਦੇ ਦੀ ਸਮਝ ਤੋਂ ਤਾਂ ਬਾਹਰ ਹੈ। ਤੁਹਾਡੇ ਸਮਝ ਆ ਜਾਵੇ ਵੱਖਰੀ ਗੱਲ ਹੈ। ਤੀਜਾ ਬੰਦਾ ਤੁਸੀਂ ਦੱਸਿਆ ਨਹੀਂ, ਹਰੀਸ਼ ਰਾਵਤ ਸਾਹਿਬ ਜੋ ਕੱਲ ਕਹਿ ਕੇ ਹਟੇ ਆ, ਕਹਿੰਦੇ ਭਾਵੇਂ ਸਿੱਧਾ ਰਲਣਾ ਤੇ ਭਾਵੇਂ ਥੋੜਾ ਜਿਹਾ ਟੇਢਾ ਰਲਣਾ, ਭਾਵੇਂ ਸਿੱਧੀ ਐਂਟਰੀ ਮਾਰਨੀ ਆ, ਭਾਵੇਂ ਕੋਈ ABCPVP ਪਾਰਟੀ ਬਣਾ ਕੇ ਮਾਰਨੀ ਐਂਟਰੀ, ਪਰ ਇਹ ਗੱਲ ਤੇ ਗਲਤ ਹੈ ਕੈਪਟਨ ਸਾਹਿਬ। ਇਹ ਜਿੱਧਰ ਤੁਸੀਂ ਜਰਾਨੇ ਪਾ ਰਹੇ ਹੋ, ਇਹ ਜਰਾਨੇ ਠੀਕ ਨਹੀਂ। ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਕਈ ਤਰ੍ਹਾਂ ਦੇ ਬਿਆਨ ਆਏ ਸੀ ਵੀ ਇਦਾਂ ਨਹੀਂ ਕੈਪਟਨ ਸਾਹਿਬ, 4.5 ਸਾਲ ਦਾ ਹਿਸਾਬ ਵੱਖਰਾ ਰਹਿਣਾ, ਇਹ ਨਹੀਂ ਜੇ ਮਖੌਟਾ ਤੁਸੀਂ ਇੱਧਰਲਾ ਪਾ ਕੇ ਤੇ ਆਖੋ ਵੀ ਨਹੀਂ ਹੁਣ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ, ਇਦਾਂ ਗੱਲ ਚੱਲਣੀ ਨਹੀਂ। ਹੁਣ ਆ ਜਿਹੜੀ ਪ੍ਰਗਟ ਸਿੰਘ ਹੋਰਾਂ ਵਾਲੀ ਗੱਲ ਤੁਸੀਂ ਕੀਤੀ ਝੋਨੇ ਦੀ ਖਰੀਦ ਵਾਲੀ ਜੀ,
ਪ੍ਰੋਗਰਾਮ ਦੇ ਸ਼ੁਰੂ 'ਚ ਜਿਹੜੀ ਮੈਂ ਗੱਲ ਕਹੀ ਸੀ ਵੀ ਯਾਰ ਜਦੋਂ ਰੌਲਾ ਪੈਂਦਾ ਤੇ ਇਹ ਨਹੀਂ ਹੁੰਦਾ ਵੀ ਅਸਰ ਨਹੀਂ ਹੁੰਦਾ, ਇਹਦਾ ਮਤਲਬ ਰੌਲਾ ਪਿਆ ਜੀ। ਰੌਲਾ ਇਸ ਕਰਕੇ ਪਿਆ ਕਿ ਭਾਈ ਸਾਹਿਬ ਜਦੋਂ ਸਾਰੇ ਪ੍ਰਬੰਧ ਹੋਏ ਸੀ, ਝੋਨਾ ਵੱਢਿਆ ਗਿਆ, ਹਰੇਕ ਨੂੰ ਪਤਾ ਵੀ ਇੰਨੇ ਸਾਲਾਂ ਤੋਂ ਖਰੀਦ, ਹਾਂ 2-3 ਦਿਨ ਹਫ਼ਤਾ ਪਹਿਲਾਂ ਜ਼ਰੂਰ ਹੁੰਦੀ ਆਈ ਇਹ ਕਿਹੜੀ ਜਗ੍ਹਾ 13ਵੀਂ ਹੋ ਗਈ ਵੀ ਆਪਾਂ ਹੁਣ 10 ਦਿਨ ਬਾਅਦ ਚੁੱਕਾਂ ਜੀ। ਕੋਈ ਕਾਰਨ ਕਿਹੜਾ ਵੀ ਜਾਂ ਤੇ ਨਾ ਵੀ ਪ੍ਰਬੰਧ ਹੈ ਨਹੀਂ ਯਾਰ, ਸਾਡੇ ਕੋਲੇ ਬੋਰੀਆਂ ਹੈ ਨਹੀਂ ਭਰਾਵਾ, ਕਰੀਏ ਕਿ ਕੱਲ ਰਾਤੀ ਕੰਡੇ ਹੀ ਚੋਕੇ ਲੈ ਗਿਆ ਕੋਈ, ਕਾਹਤੇ ਤੋਲਾਂਗੇ ਹੈ ਨਾ, ਉਹ ਤੇ ਕੰਮ ਨਹੀਂ ਹੈ। ਮੀਂਹ ਦਾ ਕਰਕੇ ਨਾ 10 ਕੁ ਦਿਨ ਝੋਨਾ ਲੇਟ ਪੱਕਣਾ, ਵੀ ਮੀਂਹ ਨੇ ਕੰਨ ਵਿੱਚ ਫੂਕ ਮਾਰੀ ਉਹਦੇ ਵੀ ਦੱਸ ਵੀ ਤੁਸੀਂ ਲੇਟ ਪੱਕਣਾ। ਹੁਣ ਉਹ ਮੇਰੇ ਖਿਆਲ ਨਾਲ ਰੌਲਾ ਜਿਹੜਾ ਉੱਪਰ ਤੱਕ ਪਹੁੰਚਿਆ ਹੋਊਗਾ ਵੀ ਵੀਰ ਜੀ ਬਾਕੀ ਸਾਰੀਆਂ ਗੱਲਾਂ ਠੀਕ ਨੇ, ਘੱਟੋ ਘੱਟ ਇਹੋ ਜਿਹਾ ਪੰਗਾ ਨਾ ਲਾਓ, ਕਿਉਂਕਿ ਜਦੋਂ ਇਹ ਤੁਸੀਂ ਲੇਟ ਕਰਦੇ ਹੋ, ਜਾਂ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਨਾ ਵੀ ਸਰਕਾਰੀ ਖਰੀਦ ਆਉਣੀ ਨਹੀਂ, ਪ੍ਰਾਈਵੇਟ ਪਲੇਅਰ ਨੇ ਜਦੋਂ ਆਖਿਆ ਵੀ ਹਾਂ ਭਾਈ ਸਾਹਿਬ 1500 1300 1450 ਪੌਣੇ 1500, ਉਹ ਸਾਰੀਆਂ ਚੀਜ਼ਾਂ ਅਗਲਿਆਂ ਨੇ ਨੋਟ ਕਰਕੇ ਤੇ ਫਿਰ ਦਿੱਲੀ ਧਰਨੇ ਤੇ ਜਾ ਕੇ ਪਹੁੰਚਾ ਦੇਣੀਆਂ ਵੀ ਆਹ ਦੇਖਿਆ ਜੀ ਅਸੀਂ ਤੁਹਾਨੂੰ ਕਹਿੰਦੇ ਆ ਵੀ ਜੇ ਸਰਕਾਰੀ ਖਰੀਦ ਹੈਗੀ ਆ ਤੇ ਮੁੱਲ ਹੈਗਾ, ਜੇ MSP ਦੇ ਉੱਪਰ ਤੁਸੀਂ ਨਹੀਂ ਉਹ ਕਾਨੂੰਨ ਬਣਾਉਂਦੇ ਵੀ ਘੱਟ ਕੋਈ ਨਹੀਂ ਖਰੀਦ ਸਕਦਾ ਤੇ ਸਾਡੇ ਨਾਲ ਆਹ ਕੁਝ ਹੁੰਦਾ ਜੀ, ਤੇ ਆਹ ਹੁਣੇ ਤੱਤਾ ਤਾਜ਼ਾ ਹੋਇਆ ਜੀ। ਸੰਧਾਲੀਆ ਸਾਹਿਬ ਦੇਖੋ, ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ, ਉਹਦੀਆਂ ਮੁਬਾਰਕਾਂ ਸਾਰਿਆਂ ਨੂੰ। ਪੂਰੇ ਮੁੱਲ ਦੇ ਉੱਤੇ ਬਿਨਾਂ ਮੀਂਹ ਕਣੀ ਤੋਂ ਝੋਨਾ ਖਰੀਦਿਆ ਜਾਵੇ, ਬਹੁਤ ਵਧੀਆ ਹੋ ਗਿਆ ਕਿ ਉਹ ਅੰਦੋਲਨ ਦਾ ਇੱਕ ਨਵਾਂ ਪੱਖ, ਇੱਕ ਨਵਾਂ ਸੈਗਮੈਂਟ ਸ਼ੁਰੂ ਹੋ ਗਿਆ ਸੀ, ਉਹ ਹੁਣ ਖਤਮ ਹੋ ਜਾਊਗਾ। ਮੈਂ 2-3 ਚੀਜ਼ਾਂ ਤੁਹਾਨੂੰ ਕਲੀਅਰ ਕਰਦਾ ਕਿ ਸਿਆਸਤਦਾਨ ਕੀ ਕਰਦੇ ਆ। ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਪੂਰੇ ਸਫ਼ੇ ਦੇ ਇਸ਼ਤਿਹਾਰ ਲੱਗੇ ਆ, ਪੂਰੇ ਸਫ਼ੇ ਦੇ। ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵੀ ਲੱਗਾ, ਉਹ ਪੰਜਾਬ ਦੇ ਚੀਫ ਮਿਨਿਸਟਰ ਨੇ, ਮਾਣਯੋਗ ਮੁੱਖ ਮੰਤਰੀ ਸਾਹਿਬ ਨੇ। ਉਹ ਕਹਿੰਦੇ ਜੀ ਅੱਜ ਤੋਂ ਝੋਨੇ ਦੀ ਖਰੀਦ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ, ਪੰਜਾਬ ਦੇ ਕਿਸਾਨ ਮੰਡੀਆਂ 'ਚ ਝੋਨਾ ਲੈ ਕੇ ਆਉਣ, ਰੁਲਣ ਨਹੀਂ ਦਿਆਂਗੇ, ਵੇਲੇ ਸਿਰ ਪੇਮੈਂਟ ਹੋਏਗੀ। ਪ੍ਰਧਾਨ ਮੰਤਰੀ ਸਾਹਿਬ ਨੂੰ ਪਿਛਲੇ ਦਿਨੀ ਜਾ ਕੇ ਬੇਨਤੀ ਕੀਤੀ ਸੀ, ਜਾਣੀ ਉਹ ਸਰਕਾਰ ਦੇ ਪੈਸਿਆਂ ਚੋਂ ਜਿਹੜੇ ਕਿ ਲੋਕਾਂ ਦੇ ਟੈਕਸ ਦੇ ਵਿੱਚੋਂ ਪੈਸੇ ਆਉਂਦੇ ਆ, ਪੂਰੇ ਸਫ਼ੇ ਦਾ ਇਸ਼ਤਿਹਾਰ ਹੈ, ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਝੋਨੇ ਦੀ ਖਰੀਦ ਸ਼ੁਰੂ ਹੋਣ ਲੱਗੀ ਅੱਜ ਤੋਂ। ਪਤਾ ਹੀ ਨਹੀਂ ਕਿਸੇ ਨੂੰ ਨਾ। ਦੂਸਰਾ ਮੈਂ ਉਹੀ ਸੋਚਦਾ ਵੀ ਮਤਲਬ ਜਿਹੜੇ ਇੰਨੇ ਮਹੀਨਿਆਂ ਤੋਂ ਬੀਜ ਕੇ ਬੈਠੇ ਉਹਨਾਂ ਨੂੰ ਇਹ ਇਸ਼ਤਿਹਾਰ ਤੋਂ ਪਤਾ ਲੱਗਾ ਵੀ ਉਹ ਅੱਛਾ ਆ ਗਈ ਹੈ, ਤੇਰਾ ਭਲਾ ਜੀ, ਉਹਨਾਂ ਨੂੰ ਤਾਂ ਫਲਾਣਾ ਹੈ ਵੀ ਤੂੰ ਅਖਬਾਰ ਅੱਜ ਲੈ ਲਈ। ਕਹਿੰਦਾ ਨਹੀਂ ਅਖਬਾਰ ਤਾਂ ਨਹੀਂ ਗੁਰੂਆ, ਲੈ ਅਖਬਾਰ ਦੇ ਫਲਾਣੇ ਨੰਬਰ ਪੰਨੇ ਤੇ ਪੂਰੀ ਫੋਟੋ ਆਈ, ਵੱਡੀ ਫੋਟੋ ਆਈ ਹੈ, ਉਹ ਤੋਂ ਪਤਾ ਲੱਗਦਾ ਵੀ ਉਹ ਫਿਰ ਖਰੀਦ ਸ਼ੁਰੂ ਹੋ ਗਈ। ਹੁਣ ਦੂਸਰੇ ਪਾਸੇ ਦੇਖੋ ਤੁਸੀਂ, ਜਿਹੜੇ ਸਰਕਾਰ ਬਣਾਉਣ ਨੂੰ ਬਹੁਤ ਕਾਲੇ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ, ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਤਾਂ ਸਪੈਸ਼ਲ ਕਿਹਾ। ਉਹ ਕਹਿੰਦੇ ਅਸੀਂ ਫਿਰ ਕੀਤਾ, ਅਸੀਂ ਗਏ ਸੀ ਉੱਥੇ, ਜਗ੍ਹਾ ਜਗ੍ਹਾ ਤੇ ਇਕੱਠ ਕੀਤੇ ਆ, ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸੀ ਸਰਕਦੀ, ਅਸੀਂ ਫਿਰ ਪ੍ਰੈਸ਼ਰ ਕ੍ਰੀਏਟ ਕੀਤਾ ਤੇ ਸ਼੍ਰੋਮਣੀ, ਹਾਂ ਮੈਂ ਸੋਚਿਆ ਮੈਂ ਜੂੰ ਰੱਖ ਕੇ ਆਇਆ ਸਰਕਾਰ ਦੇ ਕੰਨ ਤੇ ਵੀ ਸਰਕੇ ਨਹੀਂ। ਉਹ ਕਹਿੰਦੇ ਪ੍ਰੈਸ਼ਰ ਕ੍ਰੀਏਟ, ਜੂੰ ਇੱਧਰ ਉੱਧਰ ਤੁਰੀ ਫਿਰਦੀ, ਉੱਥੋਂ ਚੁੱਕੀ ਆਏਗਾ ਕੰਨ ਤੇ ਰੱਖਣੀ ਵੀ ਹੁਣ ਸਰਕੀ ਜਾ। ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਹੈ, ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਦੇ ਹਿੱਤਾਂ 'ਚ ਰਹੀ ਹੈ, ਇਸ ਕਰਕੇ ਅੱਜ ਜਿਸ ਤਰੀਕੇ ਦੇ ਨਾਲ ਬਹੁਤ ਕਿਸਾਨ ਵਿਰੋਧੀ ਫੈਸਲਾ ਹੋਇਆ ਸੀ ਤੇ ਅਸੀਂ ਉਸ ਫੈਸਲੇ ਦੇ ਖਿਲਾਫ ਜਿਹੜਾ ਦਬਾਅ ਕ੍ਰੀਏਟ ਕੀਤਾ, ਉਹਦੇ ਕਰਕੇ ਆ ਗਿਆ ਪੰਜਾਬ ਦੇ ਕਿਸਾਨਾਂ ਨੂੰ ਲਿਆਓ ਝੋਨਾ। ਤੀਸਰਾ, ਬਾਕੀ ਸਿਆਸੀ ਪਾਰਟੀਆਂ ਨੇ ਵੀ ਇੱਦਾਂ ਹੀ ਕਿਹਾ, ਪਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਵੀ ਸਿਆਸੀ ਧਿਰ ਜਿਨ੍ਹਾਂ ਦੇ ਕਰਕੇ ਫੈਸਲਾ ਹੋਇਆ, ਮੈਂ ਖੱਟਰ ਸਾਹਿਬ ਦੀ ਗੱਲ ਭੁੱਲ ਨਾ ਜਾਵਾਂ, ਉਹ ਕਹਿੰਦੇ ਮੈਨੂੰ ਪਤਾ ਲੱਗਾ ਸੀ, मैं फिर अपने मुख्यमंत्री दुष्यंत जी को, कृषि मंत्री जी को साथ में लेके गया प्रधानमंत्री जी के पास, उनको बताया कि धान तो आ रहा है मंडी में धान पड़ा है, सूखा है, नमी इतनी ज़्यादा नहीं है, प्रधानमंत्री साहब जी आप फैसला कीजिए। उन्होंने फैसला कर दिया, जानी वो कहते कि असी करा के आए हैं। पर असल च जदों किसान जथेबंदियां ने ते विशेष तौर पर संयुक्त किसान मोर्चे ने ऐलान कर दिता सी कि भाई सत्ताधारी लीडरां दे घर घेर लो, मंत्रियों के घर घेर लो, पंजाब च भी हरियाणे च भी। पंचकूले च लाठीचार्ज होया, नौजवानों ने उदों ही ट्रैक्टर मार मार के बैरीकेड तोड़े जिद्दां 26-27 नवंबर नूं पिछले साल वो दिल्ली गए सी। हरियाणे के मुख्य मंत्री खट्टर साहब का घर घेर लिया, नहीं तो पहुंचो नहीं सीधे, पानी दी बशारां भी होईयां, दुष्यंत चौटाले का घेर लिया। 22 जगह के उत्ते हरियाणे दे विच किसानां ने मंत्रियों विधायकों के घर घेर लिया, JJP ते BJP दे पंजाब च कोई विधायक मंत्री नहीं छड्डिया। जगह जगह के उत्ते किसानां ने कहता अच्छा ਤੁਸੀਂ ਸਰਕਾਰ ਚੋਂ, ਤੁਸੀਂ ਸੱਤਾਧਾਰੀ ਹੋ, ਤੁਹਾਡੀ ਡਿਊਟੀ ਬਣਦੀ ਹੈ। ਜਦੋਂ ਇੱਕਦਮ ਦੋਨਾਂ ਸੂਬਿਆਂ ਦੇ ਵਿੱਚੋਂ ਉਛਾਲਾ ਹੀ ਆ ਗਿਆ ਤੇ ਉਸੇ ਵੇਲੇ ਕਾਲੀ ਕਾਲੀ ਦੇ ਵਿੱਚ ਫੈਸਲਾ ਕਰਨਾ ਪਿਆ ਕਿ ਭਾਈ ਕਿਤੇ ਉਹੀ ਗੱਲ ਨਾ ਹੋਵੇ ਕਿ ਜਿਹੜਾ ਮਾਮਲਾ ਮੜ ਜਾ ਠੰਡਾ ਪੈਂਦਾ ਨਜ਼ਰ ਆ ਰਿਹਾ ਸੀ। ਕਹਿੰਦੇ ਸੀ ਨਾ ਕਿ ਉੱਥੇ ਕਿਸਾਨ ਸੰਘਰਸ਼ ਦੇ ਵਿੱਚ ਬਹੁਤੇ ਬੰਦੇ ਨਹੀਂ ਰਹੇ, ਜਿਹੜੀ ਅੰਦਰ ਗੱਲ ਚੱਲੀ ਹੈ ਕਿ ਉੱਥੇ ਜੀ ਬੰਦੇ ਘਟ ਗਏ, ਕਈ ਬੰਦੇ ਕਹਿੰਦੇ ਛੱਡੋ ਯਾਰ ਕਿੰਨੀ ਕੁ ਦੇਰ ਜਾਣਾ। ਤੇ ਜਦੋਂ ਭਾਵੇਂ ਕਿਸੇ ਦੇ ਕੋਲ ਕਨਾਲ ਹੈ, ਭਾਵੇਂ ਮਰਲਾ ਹੈ, ਭਾਵੇਂ ਸਰਸਾਈ ਹੈ, ਭਾਵੇਂ 2 ਖੇਤ ਹੈ, ਭਾਵੇਂ 200 ਖੇਤ ਹੈ, ਭਾਵੇਂ 212 ਖੇਤ ਨੇ, ਜਦੋਂ ਝੋਨਾ ਲੈ ਕੇ ਜਾਂਦਾ ਹੋਊਗਾ, ਹੈ ਖਰੀਦ ਸ਼ੁਰੂ ਨਹੀਂ ਹੋਈ। ਫਿਰ ਉਸੇ ਵੇਲੇ ਬੰਦਾ ਜਦੋਂ ਅੰਦੋਲਨ ਵਾਲੇ ਮੋਰਚਾ ਜਾਂਦਾ ਹੋਣਾ, ਉਹ ਕਹਿੰਦੇ ਹੋਣੇ ਕਿਤੇ ਇਹ ਨਾ ਹੋਵੇ ਕਿ ਪੰਜਾਬ 'ਚ ਆਪੋ ਆਪਣੇ ਮੰਤਰੀ ਦੇ ਘਰ ਦੇ ਮੋਰੇ, ਹਰਿਆਣੇ 'ਚ ਆਪੋ ਆਪਣੇ ਮੰਤਰੀ ਦੇ ਘਰ ਮੋਰੇ
ਅੰਦੋਲਨ 'ਚ ਸ਼ਾਮਲ ਹੋਣ ਵਾਲੇ ਬੰਦਿਆਂ ਨੇ ਜੇ ਟਰੈਕਟਰ ਮੁੜ ਕੇ ਫਿਰ ਦਿੱਲੀ ਵੱਲ ਨੂੰ ਤੁਰ ਲਿਆ, ਹਾਲਾਂਕਿ ਦਿੱਲੀ ਵਾਲੇ ਅੰਦੋਲਨ 'ਚ ਇਕੱਠ ਬਥੇਰਾ ਪਰ ਉਹ ਕਹਿੰਦੇ ਸੀ, ਮੈਂ ਤਾਂ ਗੱਲ ਕਰਦਾ ਕਿ ਇੱਕਦਮ ਸਾਰੇ ਪੰਜਾਬ 'ਚੋਂ ਤੇ ਹਰਿਆਣੇ 'ਚੋਂ ਲੋਕ ਜਿਸ ਤਰੀਕੇ ਨਿਕਲ ਕੇ ਸੜਕਾਂ ਤੇ ਆਏ, ਆ ਕਰਨਾਲ ਦੇ ਵਿੱਚ ਰਾਤੋਂ ਰਾਤ ਬੰਦੇ ਆ ਗਏ ਸੀ ਨਾ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਆ ਜਿਹੜੀ ਏਕਤਾ ਦੀ ਸੂਤਰ, ਜੇ ਏਕਤਾ ਦਾ ਸੂਤਰ ਜਿਹੜਾ ਹੁਣ ਵੱਜ ਗਿਆ ਉਹਦੇ ਤੋਂ ਕੰਮ ਪਾਸੇ ਨਹੀਂ ਹੋਣਾ। ਪਰ ਸਭ ਤੋਂ ਅਹਿਮ ਗੱਲ ਸੰਧਾਲੀਆ ਸਾਹਿਬ, ਆਪਾਂ 2 ਦਿਨ ਰੌਲਾ ਪਾਇਆ, ਨਾ ਪੰਜਾਬ ਦੀਆਂ ਨਾ ਹਰਿਆਣੇ ਦੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਦਿੱਲੀ ਨਹੀਂ ਗਈਆਂ, ਆਪੋ ਆਪਣੀ ਜਗ੍ਹਾ ਤੇ ਪ੍ਰੈਸ ਕਾਨਫਰੰਸਾਂ ਕਰਦੇ ਰਹੇ, ਕੋਈ ਪੰਜਾਬ ਸਰਕਾਰ ਤੇ ਦੋਸ਼, ਕੋਈ ਕੇਂਦਰ ਤੇ ਦੋਸ਼, ਕੋਈ ਜਿਹੜਾ ਬੰਦਾ ਹੁਣ ਸੱਤਾ 'ਚ ਨਹੀਂ ਉਹਦੇ ਤੇ ਦੋਸ਼। ਪਰ ਜਿਹੜਾ ਇਹਨਾਂ ਦਾ ਫਰਜ਼ ਬਣਦਾ ਸੀ, ਜਿਹੜੀ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਪੰਜਾਬ ਦਾ ਸੰਕਟ ਹੈ, ਹਰਿਆਣੇ ਦਾ ਸੰਕਟ ਹੈ, ਇਕੱਠੇ ਹੋ ਕੇ ਚਲੋ ਦਿੱਲੀ, ਪੜਾਓ ਧੂੜਾ, ਉੱਥੇ ਜਾ ਕੇ ਬੈਠੋ। ਜੇ ਕਿਸਾਨ ਬਹਿ ਸਕਦੇ ਆ 10-11 ਮਹੀਨੇ ਤਾਂ ਤੁਸੀਂ 10-11 ਘੰਟੇ ਨਹੀਂ ਬਹਿ ਸਕਦੇ, ਉਧਰ ਨਹੀਂ ਤੁਰੇ। ਦੇਖੋ ਜੀ, ਅਗਲਾ ਦਾ ਸਰਦਾ ਅਜੇ ਸਰਦਾ, ਹੁਣ ਗਾਂ ਫਰਵਰੀ ਤੱਕ ਜਾ ਕੇ ਸਰਦਾ ਕਿ ਨਹੀਂ ਸਰਦਾ ਇਹ ਟਾਈਮ ਦੱਸੂ। ਪਰ ਕੁੱਲ ਮਿਲਾ ਕੇ ਜੋ ਕੁਝ ਵੀ ਇਸ ਵਕਤ ਚੱਲਿਆ ਉਹਦੇ 'ਚੋਂ ਇੱਕ ਗੱਲ ਤੇ ਕਲੀਅਰ ਹੋ ਗਈ ਕਿ ਵੀ ਜਿਹੜੀ ਪਹਿਲਾਂ ਵਾਲੀ ਗੱਲ ਹੁੰਦੀ ਸੀ ਨਾ ਵੀ ਯਾਰ ਚੂੜੀ ਇੱਧਰੋਂ ਟਾਈਟ ਕਰਨੀਆਂ ਨੇ, ਉੱਧਰੋਂ ਕਰਨੀ ਨੇ, ਉੱਧਰੋਂ ਕਰਕੇ ਦੇਖੋ ਕਿਸੇ ਪਾਸੇ ਜਦੋਂ ਚੂੜੀ ਟਾਈਟ ਹੁੰਦੀ ਹੈ ਨਾ ਜੀ, ਤੇ ਇਹ ਨਹੀਂ ਹੁੰਦਾ ਵੀ ਜਿਹਦੀ ਚੂੜੀ ਟਾਈਟ ਕੀਤੀ ਜਾਂਦੀ ਉਹ ਰੌਲਾ ਪਾਉਂਦਾ। ਚੂੜੀ ਟਾਈਟ ਕਰਨ ਵਾਲਾ ਤੰਗ ਹੋ ਜਾਂਦਾ, ਯਾਰ ਤੇਰਾ ਭਲਾ ਜੀ ਕਿਉਂ ਕਰਨ ਡਿਆ ਯਾਰ, ਤੰਗ ਹੋਵਾਂਗੇ ਆਪਾਂ। ਉਹ ਕਹਿੰਦਾ ਨਹੀਂ ਚੂੜੀ ਤਾਂ ਆਪਾਂ ਇੱਧਰ ਟਾਈਟ ਕੀਤੀ, ਕਹਿੰਦਾ ਤੂੰ ਉੱਧਰ ਟਾਈਟ ਕੀਤੀ, ਕੱਸ ਇੱਧਰ ਪਈ ਜਾਂਦੀ, ਪਤਾ ਨਹੀਂ ਕੀ ਗੱਲ ਹੈ। ਪਰ ਚਲੋ ਜੋ ਵੀ ਹੋਇਆ ਜਿੱਦਾਂ ਵੀ ਹੋਇਆ, ਆਪਾਂ ਇਹ ਕਹਿੰਦੇ ਵੀ ਚੰਗਾ ਹੋ ਗਿਆ। ਹੁਣ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਜਾਵੇ, ਹੁਣ ਰੱਖਿਆ ਵੀ ਜਾ ਰਿਹਾ, ਜਿਹੜੇ ਉਪ ਮੁੱਖ ਮੰਤਰੀ ਸਾਹਿਬ ਨੇ ਰੰਧਾਵਾ ਸਾਹਿਬ, ਉਹ ਕਹਿੰਦੇ ਵੀ ਸਾਰੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਆ, ਸਾਰੇ ਪੁਲਿਸ ਦੇ ਮੁਖੀਆਂ ਨੂੰ ਮੈਂ ਇਤਲਾਹ ਕਰ ਦਿੱਤੀ ਹੈ ਵੀ ਇਹ ਨਾ ਹੋਵੇ ਮੈਂ ਪਿਛਲੀ ਵਾਰ ਵਾਂਗੂ ਸੁਣਾ ਵੀ ਕਿਸਾਨਾਂ ਨੇ ਕਿਤੇ ਟਰਾਲੀ ਘੇਰੀ ਵੀ ਇਹ ਯੂਪੀ ਤੋਂ ਆਈ ਸੀ ਜੀ, ਆਹ ਟਰੱਕ ਘੇਰਿਆ ਜੀ ਇਹ ਬਿਹਾਰ ਤੋਂ ਆਇਆ ਸੀ ਜੀ। ਕਹਿੰਦੇ ਵੀ ਇਹ ਕੰਮ ਨਹੀਂ ਜੀ ਹੋਣਾ, ਕਿਉਂਕਿ ਕਾਰਨ ਇਹ ਵੀ ਆਪਾਂ ਇਹ ਵੀ ਦੱਸ ਦਈਏ ਵੀ ਐਤਕੀ ਜਿਹੜੀ ਹੱਦ ਮਿਥੀ ਆ ਸਰਕਾਰੀ ਖਰੀਦ ਦੀ, ਉਹ ਲਗਭਗ ਪਿਛਲੇ 2 ਸਾਲਾਂ ਦੇ ਹਿਸਾਬ ਨਾਲ ਹੀ ਉਹ ਉਪਜ ਵਧੇ ਜਾਂ ਘਟੇ, ਉਹ ਕਹਿੰਦੇ ਵੀ ਇੰਨਾ ਕੀ ਖਰੀਦਣਾ। ਹੁਣ ਆਲਰੇਡੀ ਜਿਹੜੀ ਯੂਨੀਵਰਸਿਟੀ ਵਾਲੇ ਦੱਸਦੇ ਆ ਉਹ ਤਾਂ ਇਹ ਕਹਿੰਦੇ ਆ ਵੀ ਭਾਈ ਸਾਹਿਬ ਐਤਕੀ ਝੋਨੇ ਦੀ ਜਿਹੜੀ ਪੈਦਾਵਾਰ ਉਹ ਜ਼ਿਆਦਾ ਹੋਣੀ ਜੀ। ਹੁਣ ਪੈਦਾਵਾਰ ਆਲਰੇਡੀ ਪੰਜਾਬ 'ਚ ਜ਼ਿਆਦਾ ਹੋਣੀ ਆ, ਖਰੀਦ ਸਰਕਾਰੀ ਦੇ ਹਿਸਾਬ ਨਾਲ ਉਹ ਕਹਿੰਦੇ ਵੀ ਥੋੜ੍ਹੀ ਜਿਹੀ ਘੱਟ ਹੋਣੀ ਆ, ਅਤੇ ਜੇ ਉਹਦੇ ਵਿੱਚੋਂ ਵੀ ਬਹੁਤ ਵੱਡਾ ਹਿੱਸਾ ਪਿਛਲੀ ਵਾਰ ਦੀ ਤਰ੍ਹਾਂ ਬਾਹਰਲੇ सूबे वाला व्यापारी तबका ले गया भी ओके जी ये कौन है, ये हमारे इत्थों मानसा से हैं जी, इनके किसान ये डालो कितनी है जी इनकी जगह, ये 2 खेत हैं इनके, ਤੇ ਝੋਨਾ ਕਿੰਨਾ, ਝੋਨਾ 4 ਟਰੱਕ ਹੈ ਜੀ, ਹੈ ਨਾ। ਉਹ ਹੋਇਆ ਪਿਛਲੇ ਸਮੇਂ ਦੇ ਵਿੱਚ, ਉਦੋਂ ਬਾਅਦ ਕਹਿੰਦੇ ਸੀ ਭਾਰਤ ਭੂਸ਼ਣ ਸਾਹਿਬ ਅਸੀਂ ਜਾਂਚ ਕਰਾਉਣੀ, ਪਤਾ ਨਹੀਂ ਜਾਂਚ ਹੋਈ ਕਿ ਨਹੀਂ ਹੋਈ, ਤੇ ਰੱਬ ਜਾਣੇ। ਪਰ ਜਿਸ ਹਿਸਾਬ ਨਾਲ ਗ੍ਰਹਿ ਮੰਤਰੀ ਹੁੰਦੇ ਰੰਧਾਵਾ ਸਾਹਿਬ ਨੇ ਹੁਣ ਸਖਤੀ ਕੀਤੀ ਹੈ ਵੀ ਭਾਈ ਸਾਹਿਬ ਇਹ ਸਾਰਾ ਕੁਝ ਇੱਥੇ ਵੜਨ ਨਹੀਂ ਦੇਣਾ। ਮੈਨੂੰ ਲੱਗਦਾ ਵੀ ਜੇ ਉਹ ਮਹੀਨਾ ਕਿੱਦਾਂ ਦੀ ਸਖਤੀ ਕਰਕੇ ਤੇ ਜੇ ਚੰਗੇ ਪ੍ਰਬੰਧ ਕਰਕੇ ਝੋਨਾ ਚੁੱਕਣ 'ਚ ਕਾਮਯਾਬ ਹੋ ਗਏ ਤੇ ਸ਼ਾਇਦ ਚੰਨੀ ਸਾਹਿਬ ਮਤਲਬ ਇੱਕ ਅੱਧਾ ਖੰਭ ਹੋਰ ਕਾਮਯਾਬੀ ਦਾ ਆਪਣੀ ਪੱਗ 'ਚ ਟੰਗ ਸਕਦੇ ਵੀ ਮੈਂ ਕਰਕੇ ਦਿਖਾਤਾ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਹੈ ਕਿ ਪੰਜਾਬ ਵਾਲਿਆਂ ਨੂੰ ਕੀ ਤੰਗੀ ਕਿ ਜੇ ਬਾਹਰੋਂ ਕਿਸੇ ਦਾ ਝੋਨਾ ਆਉਂਦਾ ਤੇ ਇਸ ਕਰਕੇ ਆਉਂਦਾ ਕਿ ਪੂਰਾ ਮੁੱਲ ਮਿਲਦਾ। ਤੰਗੀ ਇਸੇ ਕਰਕੇ ਆ ਕਿ ਉਹਨਾਂ ਨੇ ਫਿਰ ਪੰਜਾਬ ਦਾ ਵੀ ਨਹੀਂ ਖਰੀਦਣਾ ਜਦੋਂ ਕੋਟਾ ਪੂਰਾ ਹੋ ਗਿਆ, ਕਿਉਂਕਿ ਕੇਂਦਰ ਨੇ ਤੈਅ ਕਰਤਾ ਮੰਨ ਲਓ ਕਿ ਅਸੀਂ 200 ਬੋਰੀ ਖਰੀਦਣਾ ਜਾਂ ਇੰਨੀ ਕੁ ਜ਼ਮੀਨ ਆ, ਇੰਨਾ ਕੁ ਝੋਨਾ ਹੈ, ਜੇ ਉਹਦੇ ਵਿੱਚੋਂ 30 ਬੋਰੀਆਂ ਬਾਹਰੋਂ ਆ ਕੇ ਵਿਕ ਗਈਆਂ, 170 ਪੰਜਾਬ ਵਾਲਿਆਂ ਦੀਆਂ 30 ਉਹ ਇਹਨਾਂ ਦੀਆਂ 30 ਉਹਨਾਂ ਨੇ ਖਰੀਦਣੀਆਂ ਨਹੀਂ ਕਿ ਭਾਈ ਅਸੀਂ ਤਾਂ ਇੰਨਾ ਕੁ ਕੋਟਾ ਤੈਅ ਕੀਤਾ ਸੀ। ਦੂਸਰੀ ਗੱਲ ਇਹਦੇ ਵਿੱਚੋਂ ਇੱਕ ਬਹੁਤ ਵੱਡਾ ਮਸਲਾ ਨਿਕਲਦਾ, ਆਪਾਂ ਪੰਜਾਬ ਦੀਆਂ ਬਰੂਹਾਂ ਛੱਡਦੇ ਹਾਂ ਕਿਉਂਕਿ ਪੰਜਾਬ ਤੋਂ ਕਿਸਾਨ ਦਿੱਲੀ ਗਏ ਸੀ, ਨਾਲ ਹਰਿਆਣਾ ਜੁੜਿਆ, ਨਾਲ ਯੂਪੀ ਜੁੜਿਆ, ਨਾਲ ਰਾਜਸਥਾਨ ਜੁੜਿਆ, ਉੱਤਰਾਖੰਡ ਜੁੜਿਆ, ਤਾਮਿਲਨਾਡੂ, ਉੜੀਸਾ, ਕਿਹੜਾ ਸੂਬਾ ਜਿੱਥੋਂ ਕਿਸਾਨ ਨਾਲ ਆ ਕੇ ਨਹੀਂ ਜੁੜਿਆ। ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਤੇ ਜਦੋਂ ਪੰਜਾਬ ਤੋਂ ਸ਼ੁਰੂ ਹੋਇਆ ਉਹਦੇ ਤੋਂ ਪਹਿਲਾਂ 3 ਕਾਨੂੰਨ ਸੀ, ਪਰ ਚੌਥਾ MSP ਦਾ ਮੁੱਦਾ ਰੱਖਿਆ। ਅੱਜ ਕੇਂਦਰ ਦੀ ਸਰਕਾਰ ਜਾਂ ਵੱਖ-ਵੱਖ ਸਿਆਸੀ ਧਿਰਾਂ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਲਈ ਆ ਪਿਛਲੀ 1-2 ਤਰੀਕ ਜਿਹੜੇ 2 ਦਿਨ ਨੇ, ਇਹ 48 ਘੰਟੇ ਜਿਹੜੇ ਪਿਛਲੇ ਲੰਘੇ ਆ, ਇਹ ਬਹੁਤ ਇੰਪੋਰਟੈਂਟ ਨੇ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਬਿਆਨ ਬਹੁਤ ਇੰਪੋਰਟੈਂਟ ਹੈ, ਭਾਰਤ ਭੂਸ਼ਣ ਆਸ਼ੂ ਹੋਰਾਂ ਦੇ ਡਿਪਾਰਟਮੈਂਟ ਤੇ ਉੱਠੀਆਂ ਉਂਗਲਾਂ ਬਹੁਤ ਇੰਪੋਰਟੈਂਟ ਨੇ। ਇਸ ਕਰਕੇ ਨਹੀਂ ਕਿ ਪੰਜਾਬ 'ਚ ਆ ਕੇ ਝੋਨਾ ਵਿਕਿਆ ਸੀ, ਸਵਾਲ ਕਿ ਪੰਜਾਬ 'ਚ ਆ ਕੇ ਬਾਹਰਲਾ ਝੋਨਾ ਕਿਉਂ ਵਿਕਿਆ ਸੀ, ਇਸ ਕਰਕੇ ਕਿ ਪੰਜਾਬ 'ਚ ਉਹਦਾ ਪੂਰਾ ਮੁੱਲ ਮਿਲਦਾ MSP ਦੇ ਮੁਤਾਬਕ। ਸਰਕਾਰੀ ਖਰੀਦ ਹੈ ਜਿਹਦੀ ਸਰਕਾਰੀ ਲਿਖਤੀ ਕਾਨੂੰਨੀ ਗਰੰਟੀ ਕਿਸਾਨ ਮੰਗਦੇ ਆ। ਯੂਪੀ ਦੇ ਵਿੱਚੋਂ, ਪੱਛਮੀ ਯੂਪੀ ਨੂੰ ਛੱਡ ਕੇ, ਜਾਂ ਬਿਹਾਰ ਦੇ ਵਿੱਚੋਂ ਜਾਂ ਉੜੀਸਾ ਦੇ ਵਿੱਚੋਂ ਉਹ ਝੋਨੇ ਦੇ ਟਰੱਕ ਲੈ ਕੇ ਕਿਉਂ ਆਉਂਦੇ ਆ? ਕਿਉਂਕਿ ਉੱਥੇ MSP ਦੀ ਕਾਨੂੰਨੀ ਗਰੰਟੀ ਨਹੀਂ ਤੇ ਉਹਨਾਂ ਨੂੰ ਮਜਬੂਰਨ ਆਉਣਾ ਪੈਂਦਾ। ਤੇ ਉਹ ਵੀ ਕਿਸਾਨ ਨੱਥਾ ਸਿੰਘ ਆਪ ਨਹੀਂ ਆਉਂਦਾ, ਉਹ ਵਪਾਰੀ ਲੈ ਕੇ ਆਉਂਦਾ। ਨੱਥਾ ਸਿੰਘ ਦਾ ਉੱਥੇ 700 ਨੂੰ ਹੀ ਵਿਕਦਾ, ਜਾਂ ਰਾਮ ਰੱਖੇ ਦਾ, ਜਾਂ ਇਲਮਦੀਨ ਦਾ ਬਿਹਾਰ ਦੇ ਵਿੱਚ ਝੋਨਾ 700 ਨੂੰ ਕੁਆਂਟਲ ਵਿਕਦਾ ਹੈ। ਉਹ ਕੋਈ ਹੋਰ ਬੰਦਾ ਜਿਹੜਾ ਵਪਾਰੀ ਹੈ, ਵੱਡਾ ਹੈ, ਜਿਹਨੂੰ ਪਤਾ ਹੈ ਕਿ ਭਾਈ ਆਪਾਂ ਇੱਦਾਂ ਚੂੜੀ ਕੱਸੀਏ ਤਾਂ ਰੁਪਈਏ ਹੈ, ਉਹ ਦੇਖਦਾ ਕਿ ਭਾਰਤ ਇੱਕ ਦੇਸ਼ ਹੈ, ਤੁਹਾਡੇ ਵੀ ਝੋਨਾ ਹੁੰਦਾ ਪਰ ਤੁਹਾਡੇ ਮੁੱਲ ਨਹੀਂ ਮਿਲਦਾ ਕਿਉਂਕਿ MSP ਦੀ ਗਰੰਟੀ ਨਹੀਂ। ਆ ਭਾਰਤ ਦੇ ਇੱਕ ਦੂਸਰੇ ਕੋਨੇ ਦੇ ਵਿੱਚ MSP ਦੀ ਗਰੰਟੀ ਹੈ, ਮੈਂ ਇੱਥੋਂ ਸਸਤਾ ਖਰੀਦ ਕੇ ਉੱਥੇ ਲੈ ਜਾ। ਮੈਂ ਕਹਿੰਦਾ ਕਿ ਕਿਸਾਨ ਜਿਹੜਾ ਪਿਛਲੇ 10 ਮਹੀਨਿਆਂ ਤੋਂ ਅੰਦੋਲਨ ਕਰ ਰਿਹਾ,
MSP ਦੀ ਸਾਰੇ ਦੇਸ਼ ਲਈ ਗਾਰੰਟੀ ਮੰਗਦੇ ਆ ਨਾ, ਉਹਦਾ ਇਹਦੇ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਸਪੈਸ਼ਲ ਨਾਕੇ ਲੱਗਣਗੇ। ਸਿਪਾਹੀ ਜਿਹੜਾ ਨਾਕਾ ਲਾਊਗਾ, ਇੰਸਪੈਕਟਰ ਸਾਹਿਬ ਜਿਹੜੇ ਨਾਕਾ ਲਾਉਣਗੇ, DSP ਸਾਹਿਬ ਜਿਹੜੇ ਨਾਲ ਖੜਨਗੇ, ਉਹ ਨਾਕੇ ਤੇ ਖੜੇ ਸਿਪਾਹੀਆਂ ਨੂੰ, DSP ਨੂੰ ਤਨਖਾਹ ਸਰਕਾਰ ਦੇ ਖਜ਼ਾਨੇ ਚੋਂ ਮਿਲਣੀ ਹੈ। ਸਰਕਾਰ ਦਾ ਖਜ਼ਾਨਾ ਸਰਕਾਰੀ ਹੈ, ਉਹਦੀ ਕੱਲੀ ਸ਼ਿਫਟ ਦਾ ਬਿਊਰਾ ਹੁੰਦਾ ਕਿ ਇਹਨਾਂ ਨੂੰ ਕਿੱਥੇ ਖੜਾ ਕੀਤਾ ਤੇ ਲਿਖਿਆ ਜਾਂਦਾ। ਬਾਹਰਲੇ ਸੂਬਿਆਂ ਤੋਂ ਝੋਨੇ ਦੀ ਆਮਦ ਨੂੰ ਰੋਕਣ ਦੇ ਲਈ ਇਸ ਤੋਂ ਇਸ ਸ਼ਹਿਰ ਦੇ ਵਿਚਾਲੇ GT ਰੋਡ ਤੇ ਨਾਕਾ ਲਾਇਆ ਗਿਆ, 25 ਟਰੱਕ ਚੈੱਕ ਕੀਤੇ ਗਏ, 3 ਟਰੱਕ ਫੜੇ ਗਏ। ਇਹਦਾ ਮਤਲਬ ਕੀ ਹੈ ਕਿ ਸਰਕਾਰੀ ਪੈਸਾ ਬਾਹਰਲੇ ਝੋਨੇ ਨੂੰ ਆਉਣ ਦੇ ਲਈ ਵਰਤਿਆ ਗਿਆ। ਤਾਂ ਕੀ ਕੇਂਦਰ ਦੀ ਸਰਕਾਰ ਇਸ ਗੱਲ ਦਾ ਪਤਾ ਨਹੀਂ ਕਰਾ ਸਕਦੀ ਕਿ ਭਾਈ ਉਧਰਲੇ ਪਾਸੇ ਝੋਨਾ ਤਾਂ ਆਉਂਦਾ ਕਿਉਂਕਿ ਉੱਥੋਂ ਦੇ ਕਿਸਾਨਾਂ ਨੂੰ ਪੂਰਾ ਮੁੱਲ ਨਹੀਂ ਮਿਲਦਾ? ਸਾਡੀ ਤਾਂ ਦਿੱਕਤ ਇਹ ਹੈ, ਸਾਡੇ ਤਾਂ ਫੋੜਾ ਇੰਨਾ ਕਹਿ ਨਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੂਰਾ ਵਿਕੇ, ਪਰ ਇਹਦੇ ਵਿੱਚੋਂ 3 ਕਾਨੂੰਨਾਂ ਦੇ ਮਸਲੇ ਤੇ MSP ਦੀ ਸਰਕਾਰੀ ਗਾਰੰਟੀ ਦੇ ਮਸਲੇ ਤੇ ਮੈਨੂੰ ਲੱਗਦਾ ਕਿ ਚੱਲਦੇ ਅੰਦੋਲਨ ਦੇ ਵਿੱਚ ਇਹਦੇ ਤੋਂ ਵੱਡਾ ਸਬੂਤ ਕੋਈ ਨਹੀਂ ਕਿ ਭਾਈ ਉਧਰੋਂ ਰਾਮ ਰੱਖੇ ਦਾ, ਨੱਥਾ ਸਿੰਘ ਦਾ, ਇਲਮਦੀਨ ਦਾ ਝੋਨਾ ਇਸ ਕਰਕੇ ਸਸਤਾ ਖਰੀਦ ਕੇ ਇੱਥੇ ਲੈ ਆਉਂਦੇ ਆ ਕਿ ਉੱਥੇ MSP ਦੀ ਗਾਰੰਟੀ ਨਹੀਂ, ਤੇ ਜੇ ਕਿਸਾਨ ਮੰਗਦੇ ਆ ਤੇ ਇਹਦੇ ਵਿੱਚ ਗਲਤ ਕੀ ਹੈ? ਨਹੀਂ, ਬਿਲਕੁਲ ਸਹੀ ਹੈ। ਮੇਰੇ ਖਿਆਲ ਨਾਲ ਇਹ ਵਾਲਾ ਮੁੱਦਾ ਵੀ ਆਉਣ ਵਾਲੇ ਦਿਨਾਂ 'ਚ ਜੁੜ ਜਾਣਾ। ਜਿਹੜੇ ਲਗਾਤਾਰ ਇਹ ਦੂਸਰਾ ਸਾਲ ਹੋ ਗਿਆ, ਕਿਉਂਕਿ ਕਾਰਨ ਇਹ ਨਹੀਂ ਆ ਵੀ ਇਹ ਕਿਤੇ ਪਿਛਲੇ ਸਾਲ ਹੀ ਮਤਲਬ ਅਚਾਨਕ ਲੋਕਾਂ ਦੇ ਦਿਮਾਗ 'ਚ ਉਹ ਤੇਰਾ ਭਲਾ ਜੀ ਇਦਾਂ ਕਰਦੇ, ਇਦਾਂ ਨਹੀਂ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਕੰਮ ਬਹੁਤ ਦੇਰ ਪਹਿਲਾਂ ਤੋਂ ਚੱਲਦਾ ਹੋਊਗਾ। ਪਹਿਲਾਂ ਕਿਸ ਦਾ ਧਿਆਨ ਨਹੀਂ ਸੀ, ਕਿਉਂਕਿ ਪਹਿਲਾਂ ਖੇਤੀ ਮੁੱਦਾ ਨਹੀਂ ਹੁੰਦਾ ਸੀ। ਪਹਿਲਾਂ ਕਿਸਾਨ ਵਿਚਾਰਾ ਜਾਂਦਾ ਸੀ, ਉਹਨੂੰ ਪਤਾ ਸੀ ਯਾਰ ਓਕੇ ਜੀ ਕਿੰਨੇ ਦੀ ਹੋਈ ਸ਼ਾਹ ਜੀ, ਲੈ ਵੀ 100 ਦੀ ਹੋ ਗਈ, ਅੱਛਾ ਫਿਰ ਕਿੰਨੇ ਜੀ, 80 ਤੇ ਤੂੰ ਲੈ ਗਿਆ, 20 ਤੇਰੇ ਬਣਦੇ ਆ, ਲੈ ਜਾ, ਹੈ ਨਾ। ਉਹ ਵਿਚਾਰਾ ਇੰਨਾ ਕੀ ਹਿਸਾਬ ਸੂਬ ਜਿਹਾ ਕਰਕੇ ਮੁੜਿਆ ਆਉਂਦਾ ਸੀ। ਪਰ ਹੁਣ ਜਦੋਂ ਉੱਥੇ ਜਾ ਕੇ ਬੈਠਾ, ਫਿਰ ਉਹਨੂੰ ਕਹਾਣੀ ਪਤਾ ਲੱਗੀ ਵੀ ਭਾਈ ਸਾਹਿਬ ਗੇਮਾਂ ਤੇ ਹੋਰ ਚੱਲਦੀਆਂ ਪਈਆਂ। ਸ਼ਾਇਦ ਇਹੀ ਇੱਕ ਕਾਰਨ ਹੋਵੇ ਬਾਠ ਸਾਹਿਬ, ਜਿਹਦਾ ਕਰਕੇ ਬਾਕੀ ਸੂਬਿਆਂ ਦੇ ਵਿੱਚ ਕਦੀ ਵੀ ਇਹੋ ਜਿਹਾ ਰੌਲਾ ਕਿਸੇ ਨੇ ਪੈਣ ਹੀ ਨਹੀਂ ਦਿੱਤਾ ਵੀ ਯਾਰ ਇੱਧਰ ਵੀ ਸਰਕਾਰੀ ਖਰੀਦ ਆਵੇ। ਕਿਉਂਕਿ ਜੇ ਉੱਧਰ ਵੀ ਸਰਕਾਰੀ ਖਰੀਦ ਹੋ ਗਈ ਤੇ ਜਿਨ੍ਹਾਂ ਦਾ ਕੰਮ ਮੰਨ ਲਓ ਇਹ ਚੱਲਦਾ ਇੰਨੇ ਚਿਰ ਤੋਂ, ਉਹਨਾਂ ਦਾ ਕੰਮ ਤੇ ਬੰਦ ਹੋ ਜਾਣਾ ਹੈ। ਦੂਜੀ ਚੀਜ਼ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਹੁਣ ਜਿਹਨੂੰ ਨਵੀਂ ਬਣੀ ਆ ਜਾਂ ਨਵੀਂ ਜਿਨ੍ਹਾਂ ਨੇ ਵੀ ਇਸ ਵਕਤ ਅਹੁਦੇ ਸੰਭਾਲੇ ਆ, ਉਹ ਇੱਕ ਦੂਰਬੀਨ ਹੋਰ ਜ਼ਰੂਰ ਲਾਉਣ ਵੀ ਯਾਰ ਐਸੀ ਕੀ ਗੱਲ ਆ ਵੀ ਬਿਹਾਰ ਤੋਂ ਹਰਿਆਣਾ ਪਹਿਲਾਂ ਆਉਂਦਾ ਤੇ ਹਰਿਆਣੇ ਦੇ ਵਿੱਚ ਦੀ ਲੰਘ ਕੇ ਅਗਲਾ ਨੂੰ ਪੰਜਾਬ ਆਉਣਾ ਪੈਂਦਾ। ਇਹ ਗੱਲ ਤੇ ਉਹ ਹੋ ਗਈ ਨਾ ਵੀ ਜਿੱਥੇ ਚੋਰੀ ਦਾ ਸਮਾਨ ਵੇਚਦਾ ਹੱਟੀ ਉਸ ਤੇ ਜਾਣਾ। ਇਹ ਚੋਰੀ ਦਾ ਸਮਾਨ ਵੇਚਣ ਨੂੰ ਹੱਟੀ ਪੰਜਾਬ 'ਚ ਕਿਉਂ ਆ ਤੇ ਕਿਹੜੇ ਬੰਦੇ ਜਿਹੜੇ ਚਲਾਉਂਦੇ ਆ? ਦੇਖੋ, ਜਿਹੜੇ ਬੰਦੇ ਨੂੰ ਮਦਦ ਚਾਹੀਦੀ ਉਹਨੇ ਆਪਾਂ ਦੋ ਬੈਠੇ ਮੇਰੇ ਕੋਲ ਥੋੜਾ ਆਉਣਾ, ਤੁਹਾਡੇ ਕੋਲ ਹੀ ਆਉਣਾ। ਨਹੀਂ, ਮੈਂ ਉਹੀ ਕਹਿਣ ਤਗੜੇ ਬੰਦੇ ਹੋ ਤੁਸੀਂ। ਮੈਂ ਉਹੀ ਕਹਿ ਰਿਹਾ ਵੀ ਜੇ ਤਗੜੇ ਬੰਦੇ ਤੇ ਤਗੜੇ ਬੰਦੇ ਦੇ ਆਸੇ-ਪਾਸੇ ਪਤਾ ਕਰੋ ਵੀ ਕਿਹੜੇ ਬੰਦੇ ਨੇ ਉਹ, ਹੈ ਨਾ। ਵੀ ਉਹ ਹੈ ਤਾਂ ਸਰਕਾਰ 'ਚ ਹੀ ਨੇ, ਤੇ ਜੇ ਆਪਾਂ ਨੂੰ ਪਹਿਲਾਂ ਲੱਗਦਾ ਸੀ ਵੀ ਆਹ ਵਾਲਾ ਜਿਹੜਾ ਨਿਜ਼ਾਮ ਹੈ ਅਸੀਂ ਬਦਲਣਾ, ਅਸੀਂ ਲੋਕਾਂ ਨੂੰ ਇਨਸਾਫ ਦੇਣਾ। ਜੇ ਮੰਨ ਲਓ ਮੈਂ ਨਹੀਂ ਆਂਦਾ ਖੱਟਰ ਹੋਰਾਂ ਦੀ ਸਰਕਾਰ ਵਧੀਆ ਜਾਂ ਮਾੜੀ ਹੈ ਜਾਂ ਚੰਗੀ ਹੈ, ਜੇ ਉੱਥੇ ਹੱਟੀ ਨਹੀਂ ਹੈਗੀ ਤਾਂ ਹੀ ਉੱਥੇ ਨਹੀਂ ਵਿਕਦਾ ਜੀ। ਤੇ ਜੇ ਉੱਥੇ ਹੱਟੀ ਨਹੀਂ ਹੈਗੀ ਤੇ ਫਿਰ ਇਹਦਾ ਮਤਲਬ ਜਾਂ ਉਹ ਬੰਦੇ ਵਧੀਆ ਨੇ ਜਾਂ ਫਿਰ ਉਹਨਾਂ ਨੇ ਚੂੜੀ ਟੈਟ ਕੀਤੀ ਹੈ। ਬਸ ਗੱਲ ਜਾਣੀ ਉਹਨਾਂ ਨੇ ਦੁਕਾਨ ਤੇ ਇਹਦਾ ਮਤਲਬ ਬੋਰਡ ਲੱਗਣ ਨਹੀਂ ਦਿੱਤਾ। ਹਾਂ, ਇਹ ਮਤਲਬ ਇਹ ਹੋ ਗਿਆ ਵੀ ਇੱਥੇ ਕਿਹੜੇ ਬੰਦੇ ਜਿਹੜੇ ਦੁਕਾਨ ਚਲਾਉਂਦੇ। ਮੇਰੇ ਖਿਆਲ ਨਾਲ ਬਾਹਰਲੇ ਨਾਕਿਆਂ ਦੇ ਨਾਲ 2 ਕੁ ਬੰਦਿਆਂ ਨੂੰ ਟਾਰਚ ਲੈ ਕੇ ਰੰਧਾਵਾ ਸਾਹਿਬ ਅੰਦਰ ਵੀ ਭੇਜਣ ਵੀ ਭਾਈ ਸਾਹਿਬ ਉਹ ਵੀ ਬੰਦੇ ਲੱਭੀਏ ਜਿਹੜੇ ਇੱਥੇ ਆਉਂਦੇ, ਜਿਹੜੇ ਇਸ਼ਾਰਾ ਕਰਕੇ ਆਉਂਦੇ, ਉਹ ਫਿਰ ਪਿਛਲੇ ਪਾਸਿਓਂ ਦੀ ਲੈ ਆਓ ਟਰੱਕ ਫੇਰ ਦੁਕਾਨ ਤੇ ਉੱਥੇ ਲਾ ਲਈਦਾ ਗਦਾਮ 'ਚ ਹੀ। ਨਹੀਂ, ਇਹ ਤੁਹਾਡੀ ਗੱਲ ਬਹੁਤ ਪਤੇ ਦੀ ਹੈ। ਤੇ ਨਾਲ ਹੀ ਸੰਧਾਲੀਆ ਸਾਹਿਬ ਥੋੜੀ ਜਿਹੀ ਗੱਲ ਕਿਸਾਨ ਅੰਦੋਲਨ ਦੀ ਜੇ ਚੱਲੀ ਆ ਤੇ ਉਹ ਵੀ ਕਰ ਲਈਏ ਕਿ ਪਿਛਲੇ ਦਿਨਾਂ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਸੀ, ਕਿਉਂਕਿ ਇੱਕ ਸੰਸਥਾ ਕਿਸਾਨਾਂ ਦੇ ਨਾਂ ਤੇ ਬਣ ਕੇ ਉਹ ਕਹਿੰਦੇ ਜੀ ਅਸੀਂ ਦਿੱਲੀ ਦੇ ਅੰਦਰ 200 ਬੰਦੇ ਦਾ ਅੰਦੋਲਨ ਕਰਨਾ ਹੈ। ਸੁਪਰੀਮ ਕੋਰਟ ਦੀ ਟਿੱਪਣੀ ਆਈ ਸੀ ਕਿ ਦਿੱਲੀ ਦਾ ਗਲ ਤਾਂ ਪਹਿਲਾਂ ਹੀ ਘੁੱਟਿਆ ਪਿਆ, ਹੁਣ ਅੰਦਰ ਆ ਕੇ ਕਰਨਾ ਅੰਦੋਲਨ। ਉਹਨਾਂ ਨੇ ਵੀ ਕਿਹਾ ਸੀ ਜਦ ਕੇਸ ਹਾਈ ਕੋਰਟ ਦੇ ਵਿੱਚ, ਕਿਉਂਕਿ ਉਹ ਸੰਸਥਾ ਨੇ ਹਾਈ ਕੋਰਟ ਦੇ ਵਿੱਚ ਵੀ ਕੇਸ ਕੀਤਾ ਕਿ ਜੋ ਤੁਸੀਂ ਅਦਾਲਤ ਚਲੀ ਗਿਆ ਫਿਰ ਅੰਦੋਲਨ ਦੀ ਕੀ ਤੁੱਕ। ਉਹ ਕਹਿੰਦੇ ਅਸੀਂ ਤਾਂ ਸੜਕਾਂ ਰੋਕੀਆਂ ਨਹੀਂ। ਉਹ ਇੱਕ ਗੱਲ ਇਹ ਵੀ ਕਹਿ ਸਕਦੇ ਅਸੀਂ ਤਾਂ ਅੰਦੋਲਨ ਕਰਦੇ ਨਹੀਂ, ਕਿਉਂਕਿ ਉਹਨਾਂ ਵਿੱਚ ਹੈ ਹੀ ਨਹੀਂ ਉਹ ਸੰਯੁਕਤ ਕਿਸਾਨ ਮੋਰਚੇ। ਹੁਣ ਜਦੋਂ ਟਿੱਪਣੀਆਂ ਬਹੁਤ ਆ ਗਈਆਂ ਕਿ ਭਾਈ ਦਿੱਲੀ ਦਾ ਗਲ ਘੁੱਟਿਆ, ਸੜਕਾਂ, ਇੱਕ ਟਿੱਪਣੀ ਪਹਿਲਾਂ ਸੁਪਰੀਮ ਕੋਰਟ 'ਚੋਂ ਇਹ ਆਈ ਸੀ ਕਿ ਸੜਕਾਂ ਇੰਨੀ ਦੇਰ ਦੀਆਂ ਰੁਕੀਆਂ ਕਿਉਂ ਆ, ਨਹੀਂ ਰੁਕਣੀਆਂ ਚਾਹੀਦੀਆਂ, ਅੰਦੋਲਨ ਕਰਨ ਦਾ ਹੱਕ ਹੈ ਪਰ ਸੜਕਾਂ ਨਹੀਂ ਰੁਕਣੀਆਂ ਚਾਹੀਦੀਆਂ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਸ ਮੁੱਦੇ ਦੇ ਉੱਤੇ ਆਪਣੀ ਸਟੇਟਮੈਂਟ ਜਾਰੀ ਕੀਤੀ ਹੈ। ਉਹ ਕਹਿੰਦੇ ਜੀ ਪਹਿਲੀ ਗੱਲ ਇਹ ਕਿ ਸਾਨੂੰ ਬਿਨਾਂ ਵਜ੍ਹਾ ਘੜੀਸਿਆ ਜਾ ਰਿਹਾ, ਅਸੀਂ ਉਹਦੇ ਵਿੱਚ ਧਿਰ ਨਹੀਂ। ਜਿਹੜੇ ਬੰਦੇ ਧਿਰਿਆ ਉਹਨਾਂ ਦਾ ਅੰਦੋਲਨ ਨਾਲ ਲੈਣਾ ਦੇਣਾ ਕੋਈ ਨਹੀਂ। ਦੂਸਰਾ, ਉਹ ਕਹਿੰਦੇ ਕਿ ਅਸੀਂ ਅਦਾਲਤ ਦਾ ਬਹੁਤ ਸਤਿਕਾਰ ਕਰਦੇ ਹਾਂ ਪਰ ਅਸੀਂ ਇਹਨਾਂ ਟਿੱਪਣੀਆਂ ਦੇ ਨਾਲ ਸਹਿਮਤ ਨਹੀਂ ਕਿ ਦਿੱਲੀ ਦਾ ਗਲ ਘੁੱਟਿਆ। ਦੂਸਰਾ, ਉਹ ਕਹਿੰਦੇ ਜੀ ਇਸ ਵੇਲੇ ਸਰਕਾਰਾਂ ਜਦੋਂ ਸਾਰੇ ਹੀਲੇ ਵਰਤ ਕੇ ਦੇਖ ਚੁੱਕੀਆਂ, ਅੰਦੋਲਨ ਘਟਣ ਦੀ ਜਗ੍ਹਾ ਤੇ ਵਧੀ ਜਾਂਦਾ ਤੇ ਲਗਾਤਾਰ ਕਾਇਮ ਹੈ, ਉਸ ਮੌਕੇ ਤੇ ਉੱਤੇ ਅਦਾਲਤਾਂ ਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਸਾਡੇ ਖਿਲਾਫ ਕੋਈ ਨਾ ਕੋਈ ਸਖਤੀ ਕਰਾਉਣ ਦੀ ਕੋਸ਼ਿਸ਼ 'ਚ ਨੇ। ਪਰ ਉਹਨਾਂ ਨੇ ਨਾਲ ਹੀ ਇੱਕ ਮੁੱਦਾ ਚੁੱਕਿਆ। ਉਹ ਕਹਿੰਦੇ ਦੇਸ਼ ਦੀ ਰਾਜਧਾਨੀ ਹੈ, 5 ਜਗ੍ਹਾ ਤੇ ਧਰਨੇ ਲੱਗੇ ਆ, ਸੜਕ ਅਸੀਂ ਕੋਈ ਰੋਕੀ ਨਹੀਂ, ਸਰਕਾਰਾਂ ਨੇ ਰੋਕੀਆਂ। ਕਿਸਾਨ ਉੱਥੋਂ 600 ਤੋਂ ਵੱਧ ਡੱਬਿਆਂ 'ਚ ਬੰਦ ਹੋ ਕੇ ਲੱਕੜਦਿਆਂ 'ਚ ਚਲੇ ਗਿਆ ਕਿਉਂਕਿ ਉਹਨਾਂ ਦੀ ਮੌਤ ਹੋ ਗਈ। ਔਖੇ ਬੜੇ, ਗਰਮੀਆਂ ਸਰਦੀਆਂ ਇੱਥੇ ਕੱਟੀਆਂ। ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਲੀਗਲ ਵਿੰਗ ਹੈ, ਜਿਹਦੇ ਵਿੱਚ ਵਕੀਲ ਸਾਹਿਬ ਨੇ, ਉਹ ਕਹਿੰਦੇ ਅਦਾਲਤਾਂ ਦੇ ਕੋਲੇ ਇੱਕ ਰਾਹ ਹੁੰਦਾ ਸੂਓ ਮੋਟੋ ਵਾਲਾ,
ਆਪਣੇ ਆਪ ਨੋਟਿਸ ਲੈਣ ਦਾ ਕਿ ਕੋਈ ਘਟਨਾ ਜੇ ਵਾਪਰੀ ਹੈ, ਜੇ ਕਿਸੇ ਨੇ ਅਦਾਲਤ ਦੇ ਵਿੱਚ ਆ ਕੇ ਕੇਸ ਨਹੀਂ ਵੀ ਕੀਤਾ ਤੇ ਜੱਜ ਸਾਹਿਬ ਕਿਉਂਕਿ ਮਨੁੱਖੀ ਪ੍ਰਾਣੀ ਨੇ ਕਿ ਜੇ ਉਹਨਾਂ ਨੂੰ ਲੱਗਦਾ ਕਿ ਇਹ ਗੱਲ ਗਲਤ ਹੋਈ ਆ ਤੇ ਉਹਦੇ ਖੁਦ ਨੋਟਿਸ ਲੈ ਸਕਦੇ ਤੇ ਬਹੁਤ ਸਾਰੇ ਕੇਸਾਂ 'ਚ ਲੈਂਦੇ ਆ। ਤੇ ਕਹਿੰਦੇ ਹੁਣ ਤੱਕ 600 ਬੰਦੇ ਦੀ ਮੌਤ ਤੋਂ ਬਾਅਦ ਇੰਨੇ ਔਖੇ ਹੋਣ ਦੇ ਬਾਅਦ ਜੇ ਦਿੱਲੀ ਦੀਆਂ ਬਰੂਹਾਂ ਦੇ ਨੇੜੇ ਚੱਲ ਰਹੇ ਕਿਸਾਨ ਅੰਦੋਲਨ 'ਚ ਜਦ ਇਹ ਵੀ ਪਤਾ ਕਿ ਭਾਈ ਆਤਮ ਹੱਤਿਆਵਾਂ ਬਹੁਤ ਹੁੰਦੀਆਂ, ਹੁਣ ਤੱਕ ਸੂਹ ਮੋਟੋ ਨੋਟਿਸ ਲੈ ਲੈਣਾ ਚਾਹੀਦਾ ਸੀ। ਕਹਿੰਦੇ ਸਾਡੇ ਇਸ ਮਸਲੇ ਦਾ ਹਰਿਆਣੇ 'ਚ ਜਾਟ ਰਾਖਵਾਂਕਰਨ ਅੰਦੋਲਨ ਹੋਇਆ ਸੀ, ਉਦੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਲਿਆ ਸੀ ਕਿ ਭਾਈ ਇੱਥੇ ਔਰਤਾਂ ਦੇ ਨਾਲ ਧੱਕਾ ਹੋਇਆ, ਪ੍ਰਵਾਸੀਆਂ ਦੇ ਨਾਲ ਧੱਕਾ ਹੋਇਆ, ਰਾਹ 'ਚ ਗੁੰਡਾਗਰਦੀ ਹੋਈ ਹੈ, ਕਿਸੇ ਪਾਸੇ ਲੱਗਾ ਜਾਂ ਨਹੀਂ ਲੱਗਾ। ਪਰ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਜਿਸ ਤਰੀਕੇ ਆ ਸੂਹ ਮੋਟੋ ਨੋਟਿਸ ਵਾਲਾ ਕੰਮ ਅੱਗੇ ਲਿਆਂਦਾ, ਇਹ ਗੱਲ ਕਿਸੇ ਹੋਰ ਪਾਸੇ ਤੁਰ ਪੈਣੀ। ਨਹੀਂ ਤੁਰ ਪੈਣੇ ਆ। ਬਾਕੀ ਇੰਨਾ ਹੋ ਸਕਦਾ ਵੀ ਇਸ ਚੀਜ਼ ਨੂੰ ਨਾ ਮੇਰਾ ਖਿਆਲ ਬੜੇ ਬੰਦੇ ਵਿਚਾਰਦੇ ਹੋਣੇ ਵੀ ਯਾਰ ਹੁਣ ਇਹ ਨਾ ਕੇਸ ਫਿਰ ਅਦਾਲਤ 'ਚ ਚਲੇ ਗਿਆ, ਇਹ ਫਿਰ ਹੁਣ ਇਹਦਾ ਬਣੂਗਾ ਕੀ। ਮੇਰਾ ਖਿਆਲ ਆ ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਉਹ ਟੌਪਿਕ ਡਿਸਕਸ ਕਰ ਚੁੱਕੇ ਹਾਂ ਵੀ ਜਿਹੜਾ ਅਦਾਲਤਾਂ ਵਾਲਾ ਕੰਮ ਹੈ ਨਾ, ਉਹ ਵੀ ਅੱਜ ਦੀ ਡੇਟ ਦੇ ਵਿੱਚ ਬੜਾ ਅਜੀਬੋ-ਗਰੀਬ ਤਰੀਕੇ ਨਾਲ ਚਲਾਇਆ ਜਾਂਦਾ। ਮਤਲਬ ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਵੀ ਜਿਹੜੇ ਬੰਦਿਆਂ ਨੂੰ ਪਤਾ ਵੀ ਪੈਸਾ ਖੁੱਲ੍ਹਾ, ਵਕੀਲਾਂ ਦੀ ਫੌਜ ਆ ਜੀ, ਕਾਨੂੰਨ ਆਪਣੇ ਸਾਹਮਣੇ ਪਿਆ, ਇਹਦੀਆਂ ਸਾਰੀਆਂ ਕਿਤਾਬਾਂ ਪੜ੍ਹ ਕੇ ਕੋਈ ਐਸੀ ਘੁੰਡੀ ਕੱਢੋ ਜਿਹਦੇ ਨਾਲ ਆਪਾਂ ਵਿੱਚ ਬਸ ਇੱਕ ਰਹਿ ਲੱਤ ਫਸਾ ਕੇ ਰੱਖਣੀ ਹੈ। ਹੁਣ ਜੇ ਆਪਾਂ ਮੋਟੀ-ਮੋਟੀ ਇਸ ਗੱਲ ਦੀ ਵੀ ਚਰਚਾ ਕਰੀਏ, ਹੁਣ ਇਹ ਕਿੰਨੀ ਵਾਰ ਕਿਸਾਨ ਜਥੇਬੰਦੀਆਂ ਕਹਿ ਚੁੱਕੀਆਂ ਵੀ ਨਾ ਅਸੀਂ ਉੱਥੇ ਗਏ, ਨਾ ਉੱਥੇ ਸਾਡਾ ਕੋਈ ਹਿਸਾਬ ਕਿਤਾਬ। ਹੁਣ ਇਹ ਕਈ ਵਾਰ ਬੰਦਾ ਸੋਚ ਲੈਂਦਾ ਵੀ ਯਾਰ ਜਦੋਂ ਇੱਕ ਬੰਦਾ ਧਿਰ ਨਹੀਂ ਤੇ ਫਿਰ ਉੱਤੇ ਜਾ ਕੇ ਰੌਲਾ ਹੈ ਕੀ। ਮੈਂ ਨਾ ਆਪਾਂ ਮੋਟਾ ਜਿਹਾ ਦੇਸੀ ਤਰੀਕੇ ਨਾਲ ਇਹ ਵੀ ਸਮਝਾ ਦਈਏ ਪਰਿਵਾਰ ਦੇ ਮੈਂਬਰਾਂ ਨੂੰ ਵੀ ਹੁੰਦਾ ਇਹ ਆ ਵੀ ਮੰਨ ਲਓ ਬਾਠ ਸਾਹਿਬ ਦੁਖੀ ਹੈ, ਬਾਠ ਸਾਹਿਬ ਨੇ ਆਖਿਆ ਵੀ ਯਾਰ ਮੈਂ ਨਾ ਇੱਥੇ ਰਹਿਣਾ ਜੀ ਤੇ ਮੈਂ ਬੜਾ ਤੰਗ ਜੇ ਤੇ ਆ ਲਓ ਜੱਜ ਸਾਹਿਬ ਮੇਰਾ ਕੋਈ ਫੈਸਲਾ ਕਰੋ। ਹੁਣ ਹੋ ਸਕਦਾ ਵੀ ਇਹ ਤੰਗ ਮੇਰੇ ਤੋਂ ਹੋਵੇ, ਅਚਾਨਕ ਤੋਂ ਫਿਰ ਮੈਂ ਇਹ ਕਰਨਾ ਵੀ ਇੱਕ ਮੇਰੇ ਵਰਗਾ ਬੰਦਾ ਉਹਨੂੰ ਆਖਣਾ ਵੀ ਤੂੰ ਬਿਲਕੁਲ ਇਨ ਬਿਨ ਜਿਹੜੀ ਤਕਲੀਫ ਬਾਠ ਨੂੰ ਆ ਇਸੇ ਬਾਠ ਦੀ ਤਕਲੀਫ ਵਾਲਾ ਤੂੰ ਉੱਥੇ ਜਾ ਕੇ ਕੇਸ ਕਰਨਾ। ਹੁਣ ਅਦਾਲਤਾਂ ਹੀ ਕਰਦੇ ਆ ਵੀ ਉਹ ਅੱਛਾ ਤੁਹਾਨੂੰ ਇਹੀ ਤਕਲੀਫ ਆ, ਓਕੇ ਲਿਆਓ ਕਾਗਜ਼, ਉਹ ਦੋਵੇਂ ਕਾਗਜ਼ ਜੋੜ ਲੈਣੇ। ਹੁਣ ਕਾਗਜ਼ ਜਦੋਂ ਇੱਕੇ ਤਰ੍ਹਾਂ ਦੇ ਜੁੜ ਜਾਣੇ ਆ, ਅਸਲ ਦੇ ਵਿੱਚ ਇਹ ਬੰਦਾ ਜਿਹਨੂੰ ਤਕਲੀਫ ਆ, 3-4 ਬੰਦੇ ਉਹ ਆ ਜਿਹੜੇ ਸਾਡੇ ਜਿਨ੍ਹਾਂ ਨੇ ਕਿਹਾ ਜੀ ਸਾਨੂੰ ਵੀ ਬੜੀ ਤਕਲੀਫ ਆ ਜੀ ਸਾਡੀ ਸੁਣੋ। ਅਲਟੀਮੇਟਲੀ ਵਕੀਲ ਉਹਨਾਂ ਦੇ ਵੀ ਹੋਣੇ, ਵਕੀਲ ਤੁਹਾਡਾ ਵੀ ਹੈਗਾ, ਤੁਸੀਂ ਤੁਹਾਡਾ ਵਕੀਲ ਉੱਤੇ ਕੁਝ ਕਰਦਾ ਕਿ ਨਹੀਂ ਕਰਦਾ ਪਤਾ ਨਹੀਂ, ਪਰ ਜਿਹੜੇ ਸਾਡੇ ਵਾਲੇ ਵਕੀਲ ਉਹਨਾਂ ਨੇ ਉਸ ਹਿਸਾਬ ਨਾਲ ਗੱਲਬਾਤ ਕਰਨੀ ਆ ਵੀ ਉਹ ਮਾਮਲਾ ਕਿੱਥੇ ਜਾ ਕੇ ਨਿਬੜੇ। 2, 4, 5, 10 ਸਾਲਾਂ ਤੱਕ ਕਹਿ ਲਓ, ਮੈਂ ਤਰੀਕਾਂ ਤਾਂ ਨਹੀਂ ਕਹਿ, ਕਿਉਂਕਿ ਤਰੀਕਾਂ ਤਾਂ ਫਿਰ ਬਹੁਤ ਲੰਮੀਆਂ ਹੋ ਜਾਂਦੀਆਂ ਨਾ। ਜਾ ਕੇ ਕਹਾਣੀ ਉੱਥੇ ਜੇ ਨਿਬੜਦੀ ਹੈ ਵੀ ਜਿੱਥੇ ਜਾਂ ਤੇ ਉਹ ਬਾਹਰਲੇ ਬੰਦੇ ਕਹਿੰਦੇ ਸਾਡਾ ਤਾਂ ਜੀ ਫਿਰ ਰਾਜੀਨਾਮਾ ਹੋ ਗਿਆ ਜੱਜ ਸਾਹਿਬ, ਇਹਨਾਂ ਨੇ ਫਿਰ ਸਾਨੂੰ ਕਹਿਤਾ ਵੀ ਨਹੀਂ ਠੀਕ ਹੈ ਜੀ, ਫਿਰ ਅਸੀਂ ਹੁਣ ਕੇਸ ਵਾਪਸ ਲੈ ਲੈਂਦੇ ਹਾਂ। ਫਿਰ ਜਿਹੜਾ ਉਹ ਇੱਕ ਬੰਦਾ ਰਹਿ ਗਿਆ ਜਿਹਨੂੰ ਸੱਚੀ ਤਕਲੀਫ ਸੀ, ਉਹ ਇਹ ਨਹੀਂ ਨਾ ਕਹਿਦਾ ਵੀ ਹਾਂ ਯਾਰ ਤੁਸੀਂ ਤਾਂ ਜੀ ਮੇਰਾ ਕੁਝ ਕੀਤਾ, ਤੈਨੂੰ ਕੋਈ ਬਾਹਲੀ ਗੱਲ ਹੈ ਯਾਰ, ਉਹ ਬੰਦੇ 5-4 ਬੰਦੇ ਮੰਨ ਕੇ ਤੇ ਤੈਨੂੰ ਕੀ ਗੱਲ ਹੈ। ਫਿਰ ਉਹਦੇ 'ਚ ਕਹਿਣਾ ਇਹ ਤਾਂ ਜੀ ਜਾਣਬੁੱਝ ਕੇ ਪਰੇਸ਼ਾਨ ਕਰਦਾ ਸੀ ਜੀ, ਅਸੀਂ ਤਾਂ ਸ਼ੁਰੂ ਤੋਂ ਕਿਹਾ। ਫਿਰ ਮੇਰੇ ਕਹਿੰਦੇ ਹਾਜ਼ਰ ਹੋਣਾ ਨਹੀਂ ਆਇਆ ਕਰਕੇ। ਵੇਖੋ ਜੀ ਜੱਜ ਸਾਹਿਬ ਅਸੀਂ ਤੇ ਬੇਨਤੀ ਕਰ ਰਹੇ ਹਾਂ ਵੀ ਇਹ ਬੰਦਾ ਜਾਣਬੁੱਝ ਕੇ ਸਾਨੂੰ ਤੰਗ ਕਰ ਰਿਹਾ ਜੀ, ਇਹਨਾਂ ਦੇ ਨੇ ਸਾਡਾ ਖਰਚਾ ਲਵਾਤਾ, ਅਸੀਂ ਤੇ ਮਾਣ ਦਾ ਕੇਸ ਕਰਨਾ ਇੱਥੇ। ਉਹ ਖੱਜਲ ਹੋ ਕੇ ਜਿਹੜਾ ਮਹੱਤੜ ਬੰਦਾ ਅਖੀਰੋਂ ਵਿਚਾਰਾ ਪਛਾਣ ਜਾਂਦਾ। ਮੈਂ ਨਹੀਂ ਕਹਿੰਦਾ ਵੀ ਇਹ ਇੱਕ ਕੇਸ ਦਾ ਮਾਮਲਾ, ਇੱਕ ਰੀਤ ਆ। ਕੁੱਲ ਮਿਲਾ ਕੇ ਜਦੋਂ ਆਪਾਂ ਪਹਿਲਾਂ ਟੂਰਿਸਟ ਬੱਸ ਵਾਲਾ ਸਮਝਾਇਆ ਸੀ, ਉੱਦਾਂ ਕਿ ਮੋਟਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਅਸਲ ਦੇ ਵਿੱਚ ਜਿਹੜੇ ਕੇਸ ਨੇ ਉਹ ਇਸ ਹਿਸਾਬ ਨਾਲ ਉਲਝਾਏ ਜਾਂਦੇ ਆ, ਉਸ ਤੋਂ ਬਾਅਦ ਫਿਰ ਉਹ ਘੁਮਾਏ ਜਾਂਦੇ ਆ ਤੇ ਫਿਰ ਘੁੰਮਦੇ ਘੁਮਾਉਂਦੇ ਇਹ ਨਹੀਂ ਆ ਵੀ ਉਹ 'ਚ ਜੱਜ ਸਾਹਿਬ ਫੈਸਲਾ ਨਹੀਂ ਲੈਣਾ ਚਾਹੁੰਦੇ। ਹੁਣ ਇਸ ਕੇਸ ਦੇ ਵਿੱਚ ਜੱਜ ਦਾ ਤਾਂ ਕਸੂਰ ਕੋਈ ਨਹੀਂ, ਪਰ ਉਹਨੂੰ ਗੇਮ ਨੂੰ ਖੇਡਿਆ ਹੀ ਇੱਦਾਂ ਜਾਂਦਾ ਵੀ ਇਹ ਚੌਕਾ ਛਿੱਕਾ ਜਿੱਧਰ ਵੀ ਲੱਗੇ ਬਾਉਂਡਰੀ ਸਾਡੇ ਵਾਲੀ ਚਾਹੀਦੀ। ਦੇਖੋ ਸੰਧਾਲੀਆ ਸਾਹਿਬ, ਆਪਾਂ ਉਮੀਦ ਕਰਦੇ ਹਾਂ ਕਿਉਂਕਿ ਲੋਕਾਂ ਦੀਆਂ ਅਦਾਲਤਾਂ ਆਸਾਂ ਹੁੰਦੀਆਂ ਅਦਾਲਤਾਂ ਦੇ ਉੱਤੇ। ਪਿਛਲੇ ਦਿਨੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਛੱਤੀਸਗੜ੍ਹ ਵਾਲੇ ਕੇਸ ਦੇ ਵਿੱਚ ਕਿਹਾ ਸੀ ਨਾ ਕਿ ਜੀ ਕਰਦਾ ਜਿਹੜੇ ਅਫਸਰ ਜਿਹੜੇ ਨੇ, ਬਿਊਰੋਕਰੇਟਸ ਜਿਹੜੇ ਨੇ, ਉਹ ਜਿੱਦਾਂ ਰਲ ਮਿਲ ਕੇ ਰੁਪਈਏ ਕਮਾਈ ਜਾਂਦੇ ਆ, ਇਹ ਸਾਰੇ ਬੰਦੇ ਜੇਲ੍ਹ 'ਚ ਚਾਹੀਦੇ ਆ। ਪਰ ਹਾਲ ਦੀ ਘੜੀ ਤਰੀਕ ਪਾਉਂਦੇ ਆ, ਕਮੇਟੀ ਬਣਾਉਣ ਨੂੰ ਜੀ ਕਰਦਾ ਸੀ, ਕਹਿੰਦੇ ਸਥਾਈ ਕਮੇਟੀ ਕਿ ਭਾਈ ਤੁਹਾਡੇ ਵਾਲੇ ਪੇਚ ਜਿਹੜੇ ਕੱਸ ਕੇ ਰੱਖੇ। ਉੱਦਾਂ ਦੀ ਭਾਵਨਾ ਦੇ ਨਾਲ ਜੇ ਅਗਲੇ ਪਾਸੇ ਨੂੰ ਵਧੇ ਕੰਮ ਤਾਂ ਅਦਾਲਤਾਂ ਦੇ ਵਿੱਚ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਜਿਹੜਾ ਉਹ ਕਾਇਮ ਰਹੂਗਾ। ਅਸੀਂ ਉਮੀਦ ਕਰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਤੇ ਬਾਕੀ ਸਾਰਾ ਮਸਲਾ ਜਿਹੜਾ ਉਹ ਚੰਗੇ ਤਰੀਕੇ ਕਾਨੂੰਨੀ ਤੌਰ ਦੇ ਉੱਤੇ ਸਭ ਕੁਝ ਹੱਲ ਹੋਵੇ, ਤਿਕੜਮਬਾਜ਼ੀ ਨਾ ਕਿਸੇ ਵੀ ਧਿਰ ਵੱਲੋਂ ਚੱਲੇ, ਜਿਸ ਤਰੀਕੇ ਦੇ ਹਾਲਾਤ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰਾ, ਆਪਾਂ ਫਿਰ ਇੱਕ ਵਾਰੀ ਪੰਜਾਬ ਦੀ ਰਾਜਨੀਤੀ ਵਾਲੇ ਪਾਸੇ ਮੁੜਦੇ ਹਾਂ, ਕਿਉਂਕਿ ਦੋ ਚੀਜ਼ਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ, ਭਗਵੰਤ ਮਾਨ ਹੋਰਾਂ ਦੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਟਵੀਟ ਹੋਰ ਕਰਤਾ, ਅਸਤੀਫਾ ਵਾਪਸ ਨਹੀਂ ਲਿਆ, ਮਸਲਾ ਜੇ ਉੱਥੇ ਦਾ ਉੱਥੇ ਖੜਾ ਹੈ। ਹੁਣ ਡੀਜੀਪੀ ਸਾਹਿਬ ਦੇ ਬਾਰੇ UPSC ਨੇ ਪੈਨਲ ਬਣਾ ਕੇ ਭੇਜਣਾ, ਐਡਵੋਕੇਟ ਜਨਰਲ ਸਾਹਿਬ ਦੀ ਥਾਂ ਦੇ ਉੱਤੇ ਹੁਣ ਰਾਜਵਿੰਦਰ ਸਿੰਘ ਬੈਂਸ ਹੋਰੀ 4 ਕੇਸ ਲੜਨਗੇ ਬੇਅਦਬੀ ਨਾਲ ਸੰਬੰਧਿਤ। ਨਵਜੋਤ ਸਿੰਘ ਸਿੱਧੂ ਦੀ ਪ੍ਰਤੀਕਿਰਿਆ ਨਹੀਂ ਆਈ, ਅਚਾਨਕ ਇੱਕ ਟਵੀਟ ਆਉਂਦਾ ਹੈ। ਉਹ ਕਹਿੰਦੇ ਜੀ ਦੇਖੋ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਹੋਰਾਂ ਨੂੰ ਯਾਦ ਕਰਦਿਆਂ, ਉਹਨਾਂ ਦੇ ਵਿਚਾਰਾਂ ਤੇ ਤੁਰਦਿਆਂ ਮੈਂ ਇਹ ਗੱਲ ਇੱਕ ਵਾਰੀ ਫੇਰ ਕਹਿਣਾ ਕਿ ਬਹੁਤ ਸਾਰੀਆਂ ਨਾ ਪੱਖੀ ਤਾਕਤਾਂ ਮੈਨੂੰ ਹਰਾਉਣ ਦਾ ਯਤਨ ਕਰ ਰਹੀਆਂ ਪੰਜਾਬ 'ਚ। ਮੈਨੂੰ ਉਹਨਾਂ ਨੇ ਕਿਹਾ ਨਵਜੋਤ ਸਿੱਧੂ ਨੂੰ ਬਹੁਤ ਸਾਰੀਆਂ, ਪਰ ਮੈਂ ਹਾਂ ਪੱਖੀ ਅਪਰੋਚ ਲੈ ਕੇ ਪੰਜਾਬੀਆਂ ਨੂੰ ਜਿਤਾਉਣ ਦੇ ਲਈ ਆਖਰੀ ਸਾਹ ਤੱਕ ਕੰਮ ਕਰਨਾ ਹੈ। ਤੇ ਮੈਂ ਇੱਕ ਗੱਲ ਅੱਜ ਕਹਿੰਦੇ ਹੋਰ ਕਹਿ ਦਿੰਨਾ
ਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ 'ਚ ਮੈਨੂੰ ਪੂਰਨ ਯਕੀਨ ਹੈ। ਮੈਂ ਕਦੇ ਵੀ ਠੇਸ ਨਹੀਂ ਲੱਗਣ ਦਿੰਦਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ। ਮੈਂ ਕਹਿੰਦਾ ਕਿ ਭਾਈ ਖਿੱਚ ਕੇ ਰੱਖੋ ਤੁਸੀਂ ਕੰਮ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਉਹ ਦੋਨੋਂ ਕੱਚੇ ਨੇ, ਅਨਾੜੀ ਨੇ, ਐਕਸਪੀਰੀਅੰਸ ਹੈ ਨਹੀਂ, ਕਾਂਗਰਸ ਨੂੰ ਖਿਲਾਰ ਦੇਣਗੇ, ਸਲਾਹਕਾਰ ਮਾੜੇ ਨੇ। ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਭਾਈ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਹੋਰੀ ਵਧੀਆ ਤੇ ਮੇਰਾ ਪੂਰਨ ਉਹਨਾਂ ਤੇ ਯਕੀਨ ਹੈ ਤੇ ਵਿਸ਼ਵਾਸ ਹੈ। ਪਰ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕਹਿਤੀ ਕਿ ਕੁਝ ਨਾ ਪੱਖੀ ਤਾਕਤਾਂ ਮੈਨੂੰ ਹਰਾਉਣ ਨੂੰ ਲੱਗੀਆਂ, ਮੈਂ ਫਿਰ ਵੀ ਲੜਦੇ ਰਹਿਣਾ, ਪੰਜਾਬੀਆਂ ਨੂੰ ਜਿਤਾਉਣਾ, ਇਹਦਾ ਮਤਲਬ ਹੈ ਕਿ ਜਿਹੜੇ ਦੋਨੋਂ ਫੈਸਲੇ ਕੀਤੇ, ਕਿਉਂਕਿ ਇਹ ਹਟਾਉਣ ਦੀ ਮੰਗ ਕਰਦੇ ਸੀ, ਹਟਾਏ ਉਹਨਾਂ ਨੇ ਹੈ ਨਹੀਂ, ਰਾਹ ਹੋਰ ਕੱਢ ਲਿਆ। ਸ਼ਾਇਦ ਇਹਦਾ ਮਤਲਬ ਹੈ ਕਿ ਇਹਨਾਂ ਦੋਨਾਂ ਫੈਸਲਿਆਂ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਜਾਂ ਤਾਂ ਇਹ ਫੈਸਲੇ ਸਿੱਧੇ ਤਰੀਕੇ ਦਰੁਸਤ ਨਹੀਂ ਕੀਤੇ ਤਾਂ ਉਹ ਗੁੱਸੇ ਨੇ, ਜਾਂ ਫਿਰ ਇਹਦੇ ਨਾਲ ਦੋ ਚਾਰ ਚੀਜ਼ਾਂ ਕੋਈ ਹੋਰ ਸੀ। ਕਿਉਂਕਿ ਪਿਛਲੇ ਦਿਨ ਹੀ ਰੌਲਾ ਇਕੱਲੇ ਅਫਸਰਾਂ ਦਾ ਨਹੀਂ, ਨਾਲ ਉਹਨਾਂ ਨੇ ਦਾਗੀ ਨੇਤਾਵਾਂ ਦੀ ਵੀ ਗੱਲ ਕੀਤੀ ਸੀ। ਨਹੀਂ, ਪਰ ਇੱਕ ਗੱਲ ਤਾਂ ਹੈਗੀ ਜਿਹੜੀ ਆਪਾਂ ਅੱਗੇ ਕਹਿੰਦੇ ਹੁੰਦੇ ਹਾਂ ਨਾ ਵੀ ਜਦੋਂ ਇੱਥੋਂ ਦਿੱਲੀ ਨੂੰ ਜਾਂਦੇ ਆ ਲੀਡਰ ਪੰਜਾਬ ਕਾਂਗਰਸ ਵਾਲੇ, ਇਹ ਤਾਂ ਨਹੀਂ ਵੀ ਇੱਕੋ ਲੌਬੀ ਆ ਤੇ ਉਹ ਸੋਫਾ ਦੇ ਸਾਰਿਆਂ ਨੇ ਸਾਹਮਣੇ ਬਹਿ ਕੇ ਆਣਾ ਵੀ ਚਾਹ ਪੀਓ ਫਿਰ ਬਹੁਤ ਗੱਲ ਕਰਦੇ, ਇਦਾਂ ਨਹੀਂ ਆ। ਐਂਡ ਮੇਰੇ ਖਿਆਲ ਨਾਲ ਇਹਨਾਂ ਦੋਵਾਂ ਬਿਆਨਾਂ ਤੋਂ ਇਹ ਗੱਲ ਤੇ ਕਲੀਅਰ ਹੋ ਗਈ ਕਿ ਵੀ ਉੱਥੇ ਵੀ ਕਮਰੇ ਅੱਡੋ ਅੱਡ ਨੇ ਤੇ ਅੱਡੋ ਅੱਡ ਕਮਰਿਆਂ 'ਚ ਅੱਡੋ ਅੱਡ ਬੰਦਿਆਂ ਨੂੰ ਮਿਲਿਆ ਜਾਂਦਾ। ਹੁਣ ਜੇ ਆਪਾਂ ਇਹ ਦੇਖੀਏ ਤਾਂ ਕੈਪਟਨ ਸਾਹਿਬ ਦੇ ਉਸ ਬਿਆਨ ਤੋਂ ਕਿ ਵੀ ਇਹਨਾਂ ਦੋਵਾਂ ਦੇ ਅਗਲੀਆਂ ਨਹੀਂ, ਉਹ ਤੋਂ ਗੱਲ ਕਲੀਅਰ ਹੋ ਗਈ ਵੀ ਜਿਹੜੇ ਕਮਰੇ 'ਚ ਉਹ ਦੋਵੇਂ ਭੈਣ ਭਰਾ ਬਹਿੰਦੇ ਉੱਥੇ ਕੈਪਟਨ ਸਾਹਿਬ ਨੂੰ ਨਹੀਂ ਜਾਣ ਦਿੰਦੇ। ਕੈਪਟਨ ਸਾਹਿਬ ਸੋਨੀਆ ਗਾਂਧੀ ਜੀ ਨੂੰ ਮਿਲ ਕੇ ਆ ਜਾਂਦੇ ਹੋਣਗੇ। ਤੇ ਜੇ ਆਪਾਂ ਗੱਲ ਕਰੀਏ ਸਿੱਧੂ ਸਾਹਿਬ ਦੀ, ਇਹਨਾਂ ਨੂੰ ਮਿਲਣਾ ਹੋਵੇ ਤਾਂ ਸਿੱਧਾ ਫੋਨ ਉੱਧਰੋਂ ਆਉਂਦਾ ਹੋਊਗਾ ਵੀ ਹਾਂ ਠੀਕ ਹੈ ਸਿੱਧੂ ਸਾਹਿਬ ਐਸਾ ਕਰਤੇ ਹੈ। ਉਹਨਾਂ ਨੇ ਇਸ ਕਰਕੇ ਕਿਹਾ ਵੀ ਠੀਕ ਹੈ ਭਾਈ ਸਾਹਿਬ, ਆਪਾਂ ਸੋਨੀਆ ਗਾਂਧੀ ਜੀ ਦੀ ਰਿਸਪੈਕਟ ਕਰਦੇ ਹਾਂ, ਪਰ ਜੇ ਮੈਂ ਖੜਨਾ ਕਿਸੇ ਨਾਲ ਤੇ ਇਹਨਾਂ ਦੋਵਾਂ ਨਾਲ ਖੜਨਾ। ਹੁਣ ਇਹ ਜਿਹੜੀ ਪਾਟੋ ਧਾੜ ਕਾਂਗਰਸ ਹਾਈ ਕਮਾਨ ਦੇ ਵਿੱਚ ਵੀ ਆ, ਇਹ ਤੇ ਗੱਲ ਕਲੀਅਰ ਹੋ ਗਈ ਵੀ ਜੇ ਉੱਥੇ ਇੱਕ ਪਰਿਵਾਰ ਦੇ ਵਿੱਚ ਤਿੰਨ ਜੀ ਜਿਹੜੇ ਨੇ ਉਹਨਾਂ ਦੇ ਆਉਣ ਜਾਣ ਅਲੱਗ-ਅਲੱਗ ਬੰਦਿਆਂ ਦੇ ਨਾਲ ਆ। ਹੁਣ ਜਿਹੜੇ ਬੰਦੇ ਕੋਲ ਮੈਂ ਬਹਿਣਾ ਉੱਠਣਾ, ਮੈਂ ਤੇ ਫਿਰ ਉਹਦੀ ਗੱਲ ਹੀ ਕਹਿੰਦੇ ਚੱਲ ਠੀਕ ਵੀ ਵੇਖਦੇ ਹਾਂ, ਕੋਈ ਨਹੀਂ ਕਰਦੇ ਹਾਂ, ਫਿਰ ਅੱਛਾ ਚਲੋ ਕੋਈ ਗੱਲ ਨਹੀਂ, ਮੈਂ ਫਿਰ ਫੋਨ ਕਰ ਦੂੰ। ਮੰਨ ਲਓ ਜੇ ਕੈਪਟਨ ਸਾਹਿਬ ਨੇ ਕਿਹਾ ਵੀ ਆਹ ਫਲਾਨੀ ਗੱਲ ਦਾ ਖਿਆਲ ਰੱਖਿਓ, ਸੋਨੀਆ ਗਾਂਧੀ ਉਹਨਾਂ ਦੀ ਕੋਈ ਤਾਂ ਥੱਲੇ ਤੱਕ ਮੰਨਦਾ ਹੀ ਹੋਊਗਾ, ਇਹ ਤਾਂ ਨਹੀਂ ਵੀ ਸਾਰੇ ਮਨਾ ਕਰ ਜਾਣ। ਤੇ ਸੇਮ ਆਪਾਂ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਦੀ ਗੱਲ ਕਰਦੇ, ਉਹਨਾਂ ਦੀ ਵੀ ਕੋਈ ਨਾ ਕੋਈ ਮੰਨਦਾ ਹੋਊਗਾ। ਉਹ ਫਰਕ ਇੰਨਾ ਕੀ ਪੈ ਰਿਹਾ ਵੀ ਕਿਹਦਾ ਫੋਨ ਕਿਹਨੂੰ ਆਉਂਦਾ ਤੇ ਕਿਹਦੀ ਚੱਲ ਜਾਂਦੀ ਹੈ, ਬਸ ਰੌਲਾ ਇੱਥੇ ਖੜਾ ਹੈ ਨਾ। ਤੇ ਜੇ ਇਸ ਹਿਸਾਬ ਨਾਲ ਹੀ ਕਾਂਗਰਸ ਚਲਾਉਣੀ ਆ ਤੇ ਫਿਰ ਚੰਨੀ ਸਾਹਿਬ ਇਹ ਨਾ ਵਿਚਾਰੇ ਗੋਲੀਆਂ ਖਾਣ ਤੇ ਲੱਗ ਜਾਣ BP ਵਾਲੀਆਂ, ਯਾਰ ਮੈਂ ਅੱਜ ਸੈੱਟ ਕਰਾ ਗਿਆ ਅਗਲੇ ਦਿਨ ਕੋਈ ਹੋਰ ਪਵਾੜਾ ਪਾ ਦਿੰਦੇ। ਦੇਖੋ ਚੰਨੀ ਸਾਹਿਬ ਨੇ ਹੁਣ ਫੈਸਲੇ ਕੀਤੇ ਆ, ਪਰ ਇਹਦੇ ਨਾਲ ਇੱਕ ਚੁਣੌਤੀ ਖੜੀ ਹੋ ਗਈ। ਫੈਸਲਾ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਜੀ ਦੇਖੋ ਰੇਲਵੇ ਵਿਭਾਗ ਨੂੰ ਚਿੱਠੀ ਲਿਖ ਦਿੱਤੀ ਆ ਡਾਕਟਰ ਸਾਹਿਬ ਨੂੰ ਕਿ 30 ਪਰਚੇ ਕਿਸਾਨਾਂ ਦੇ ਉੱਤੇ ਰੇਲਾਂ ਵਾਲੇ ਮਸਲੇ ਤੇ ਕਿ ਰੇਲਾਂ ਰੋਕੀਆਂ ਦਰਜ ਕੀਤੇ ਗਏ ਸੀ, ਉਹ ਪਰਚੇ ਵਾਪਸ ਲਏ ਜਾਣ। ਇੱਕ ਪੈਨਸ਼ਨ ਦੇ ਮੁੱਦੇ ਤੇ, ਪਰਿਵਾਰਕ ਪੈਨਸ਼ਨ ਦੇ ਮੁੱਦੇ ਤੇ ਵੀ ਉਹਨਾਂ ਨੇ ਫੈਸਲਾ ਕਰ ਦਿੱਤਾ। ਵਧੀਆ ਫੈਸਲੇ ਤੁਸੀਂ ਕਰ ਦਿੱਤੇ। ਪਰ ਚੰਨੀ ਸਾਹਿਬ ਨਾਲ ਦੀ ਨਾਲ ਭਗਵੰਤ ਮਾਨ ਹੋਰਾਂ ਦੀ ਇੱਕ ਪ੍ਰੈਸ ਕਾਨਫਰੰਸ ਹੈ, ਉਸ ਪ੍ਰੈਸ, ਕਿਉਂਕਿ ਪਹਿਲੀ ਗੱਲ ਕਿ ਭਗਵੰਤ ਮਾਨ ਬਹੁਤ ਦੇਰ ਨਾਲ ਸਾਹਮਣੇ ਆਏ, ਨਹੀਂ ਤਾਂ ਉਹ ਪਿਛਲੇ ਮਹੀਨੇ ਦੇ ਵਿੱਚ ਉਦੋਂ ਹੀ ਆਉਂਦੇ ਜਦੋਂ ਕੇਜਰੀਵਾਲ ਸਾਹਿਬ ਆਉਂਦੇ ਸੀ। ਆ ਜਿਹੜਾ ਹੁਣ ਲੇਟੈਸਟ ਥਾਪੜਾ ਆਇਆ ਕੇਜਰੀਵਾਲ ਸਾਹਿਬ ਜੇ ਚੋਂ ਭਰਾ ਕਹਿ ਗਏ ਨਿੱਕਾ ਜੀ, ਉਦੋਂ ਬਾਅਦ ਚੱਲੇ ਨੇ ਪਤਾ ਨਹੀਂ, ਜਾਂ ਤਾਂ ਇਹੋ ਡੀਕਦੇ ਵੀ ਨਹੀਂ ਮੈਨੂੰ ਪਹਿਲਾਂ ਭਰਾ ਕਹੋ। ਅੱਛਾ, ਹੁਣ ਭਗਵੰਤ ਮਾਨ ਸਾਹਿਬ ਨੇ ਇੱਕ ਤਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫਿਰ ਸੰਗਰੂਰ ਵਾਲੇ ਘਰ ਦੇ ਵਿੱਚੋਂ ਤਸਵੀਰਾਂ ਪਾਉਣੀਆਂ ਸ਼ੁਰੂ ਕਰਤੀਆਂ ਕਿ ਸਾਰੇ ਪੰਜਾਬ ਦੇ ਵਿੱਚੋਂ ਥਾਂ ਪਿਆਰ ਮਿਲ ਰਿਹਾ। ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਜਿਹੜੇ ਖੁਦ ਲੀਡਰ ਨੇ, ਮੈਂ ਉਹਨਾਂ ਦਾ ਵਰਕਰ ਆ, ਉਹ ਮਿਲਣ ਆ ਰਿਹਾ, ਤਸਵੀਰਾਂ ਉਹ ਪਾ ਰਿਹਾ ਕਿ ਤੁਹਾਡਾ ਬਹੁਤ ਧੰਨਵਾਦ। ਆਮ ਆਦਮੀ ਪਾਰਟੀ ਦੇ ਵਰਕਰ ਜਦੋਂ ਭਗਵੰਤ ਮਾਨ ਸਰਗਰਮ ਹੁੰਦੇ ਨਾ, ਉਹਨਾਂ ਦੇ ਚਿਹਰੇ ਦਾ ਜਲਾਉ ਦੇਖਣ ਵਾਲਾ ਹੁੰਦਾ ਕਿ ਹੁਣ ਆ ਗਏ ਭਾਈ। ਦੂਸਰਾ, ਇਹਦੇ ਨਾਲ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ, ਕਹਿੰਦੇ ਚੰਨੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ, ਸਤਿਕਾਰ ਤੁਹਾਡਾ ਬਹੁਤ ਹੈ, ਪਰ ਪੰਜਾਬ ਦਾ ਕੰਮ ਪੈਚ ਵਰਕ ਨਾਲ ਨਹੀਂ ਚੱਲਣਾ। ਹੁਣ ਉਹ ਸ਼ਬਦ ਵਰਤ ਗਏ। ਦੂਸਰੀ ਗੱਲ, ਉਹ ਕਹਿੰਦੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ, ਕਿਆ ਹਵਾਈ ਜਹਾਜ਼ ਵਾਲੀਆਂ ਤੇ ਹੈਲੀਕਾਪਟਰ ਵਾਲੀਆਂ ਚਾਬੀਆਂ ਕਿਸੇ ਅਲਮਾਰੀ 'ਚ ਰੱਖ ਦਿਓ, ਕਿਉਂਕਿ ਕੰਮ ਤਾਂ ਹੈਗਾ ਤੁਹਾਡਾ ਪੰਜਾਬ 'ਚ ਕਰਨ ਦਾ, ਪਰ ਤੁਹਾਨੂੰ ਤੀਜੇ ਦਿਨ ਕੋਈ ਨਾ ਕੋਈ ਦਿੱਲੀ ਸੱਦ ਲੈਂਦਾ। ਤੁਸੀਂ ਇਦਾਂ ਨਾ ਕਰੋ, ਤੁਸੀਂ ਪੰਜਾਬ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਅਜੇ ਤੁਹਾਡੇ ਮੰਤਰੀਆਂ ਨੂੰ ਵੀ ਸਾਰਾ ਨਹੀਂ ਪਤਾ ਕਿ ਉਹ ਕੱਚੇ ਮੰਤਰੀ ਆ ਕਿ ਪੱਕੇ ਮੰਤਰੀ ਆ। ਉਹ ਅੱਜ ਮੰਤਰੀ ਹੈਗੇ ਆ, ਕੱਲ ਨੂੰ ਹੈ ਨਹੀਂ। ਟਾਈਮ ਤੁਹਾਡੇ ਕੋਲ ਥੋੜਾ, ਮਸਲੇ ਪੰਜਾਬ ਦੇ ਬਹੁਤ ਹੈ। ਪਰ ਇੱਕ ਗੱਲ ਜਿਹੜੀ ਸਿਰੇ ਦੀ ਉਹਨਾਂ ਨੇ ਕਹਿਤੀ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਕੈਬਨਿਟ ਦੀ ਜ਼ਿੰਮੇਵਾਰੀ ਹੈ। ਮਜੀਠੀਆ ਸਾਹਿਬ ਨੇ ਵੀ ਗੱਲ ਕਹੀ, ਕਹਿੰਦੇ ਸਮੂਹਿਕ ਹੁੰਦੀ ਹੈ। ਚੰਨੀ ਸਾਹਿਬ ਇਹ ਨਾ ਸੋਚੋ ਕਿ ਲੋਕਾਂ ਨੇ ਤੁਹਾਡੇ ਤੋਂ 4 ਮਹੀਨੇ ਦਾ ਹਿਸਾਬ ਲੈਣਾ ਜਾਂ 6 ਮਹੀਨੇ ਦਾ ਹਿਸਾਬ ਲੈਣਾ। ਤੁਸੀਂ ਪਹਿਲਾਂ ਕੈਬਨਿਟ 'ਚ ਰਹੇ ਹੋ, 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿੱਦਣ ਸਹੁੰ ਚੁੱਕੀ ਨਾਲ ਹੀ ਤੁਸੀਂ ਮੰਤਰੀ ਬਣ ਗਏ। ਉਹ ਕੈਬਨਿਟ ਦੀਆਂ ਸਮੂਹਿਕ ਜ਼ਿੰਮੇਵਾਰੀਆਂ ਹੁੰਦੀਆਂ। ਇਹ ਮਤ ਸੋਚੋ ਕਿ ਡਰਾਈਵਰ ਬਦਲ ਗਿਆ ਤਾਂ ਬੱਸ ਦੀਆਂ ਜਿਹੜੀਆਂ ਪਿਛਲੀਆਂ ਸੀਟਾਂ ਆ ਉਹ ਵੀ ਸਾਬਤੀਆਂ ਹੋ ਗਈਆਂ ਪਾਰਟੀਆਂ ਤੋਂ, ਡਰਾਈਵਰ ਹੀ ਬਦਲਿਆ, ਹਿਸਾਬ ਲੋਕਾਂ ਨੇ ਸਾਰੀ ਬੱਸ ਦਾ ਤੁਹਾਡੇ ਕੋਲੋਂ ਲੈਣਾ ਹੈ।
ਨਹੀਂ ਡਰਾਈਵਰ ਬਦਲਿਆ, ਨਾਲ ਮੋਰਲੀਆਂ 8-10 ਸੀਟਾਂ ਵਾਲੀਆਂ ਸਵਾਰੀਆਂ ਵੀ ਉਹ ਨੇ। ਇੱਕ ਨਾ ਪੱਕੇ ਪਾਸ ਵਾਲੇ ਬੰਦੇ, ਉਹ ਪੱਕੇ ਪਾਸ ਵਾਲੇ ਬੰਦੇ ਵੀ ਤੇ ਕੈਬਨਿਟ 'ਚ ਹੈਗੇ ਹੀ ਆ। ਜੇ ਆਪਾਂ ਚਿਹਰਿਆਂ ਦੀ ਗੱਲ ਕਰੀਏ ਤਾਂ ਥੋੜੇ ਹੀ ਨਵੇਂ ਪਾਏ ਆ। ਇਹਦਾ ਮਤਲਬ ਉਹ ਸੀਟਾਂ ਤੇ ਉਹੀ ਬੰਦੇ ਜਿਹੜੇ ਕਹਿੰਦੇ ਇਹ ਐਮਐਲਏ ਤੇ ਐਮਪੀ ਲਈ ਰਾਖਵੀਂ, ਹਾਂ ਹਨਾ, ਇਹ ਬੀਬੀਆਂ ਲਈ ਰਾਖਵੀਂ। ਬਿਲਕੁਲ, ਮਤਲਬ ਇਹ ਆਪਾਂ ਇੱਥੋਂ ਕਹਿ ਦੇ ਵੀ ਜੇ ਚੰਨੀ ਸਾਹਿਬ ਨੇ ਵੇਖਣਾ ਹੋਇਆ ਨਾ ਵੀ ਉਹਨਾਂ ਦੀ ਬੱਸ ਦਾ ਹਾਲ, ਤੇ ਕੁੱਲ ਮਿਲਾ ਕੇ ਜਾਂ ਡਰਾਈਵਰ ਆਉਂਦਿਆਂ ਬਹਿੰਦਿਆਂ ਸਾਰ 2 ਕਰਾਂ ਸ਼ੀਸ਼ਾ ਜਾਂ ਸੈੱਟ ਜਿਹਾ ਕਰਨ ਵਾਲਾ, ਉਹ 2 ਸ਼ੀਸ਼ੇ ਜਿਹੜੇ ਅਗਲੇ ਬੰਨੇ ਚਿਹਰੇ ਦੇਖਣੇ ਉਹੀ ਆ, ਉਹੀ ਆ ਹੈ ਨਾ। ਉਹਨਾਂ 'ਚ ਕੋਈ ਫਰਕ ਨਹੀਂ। ਪਿਛਲੀਆਂ ਟਾਇਰਾਂ ਤੋਂ ਬਾਅਦ ਵਾਲੀਆਂ ਸਵਾਰੀਆਂ ਥੋੜੀਆਂ ਜਿਹੀਆਂ ਬਦਲੀਆਂ, ਉਹਨਾਂ ਦਾ ਹੁਣ ਕੀ ਬਣਦਾ ਕੀ ਨਹੀਂ ਬਣਦਾ ਇਹ 3-4 ਮਹੀਨਿਆਂ 'ਚ ਆਪਾਂ ਵੇਖ ਲਾਂਗੇ। ਪਰ ਜਿਹੜਾ ਬਾਕੀ ਦੀ ਪੂਰੀ ਬੱਸ ਆ ਉਹਦਾ ਚਲਾਨ ਇਹ ਨਾ ਹੋਵੇ 22 'ਚ ਕੱਟਿਆ ਜਾਵੇ, 22 'ਚ ਕੱਟਿਆ ਜਾਵੇ, ਹੈ ਨਾ। ਇਹਦਾ ਜ਼ਰੂਰ ਖਿਆਲ ਰੱਖਣ। ਬਾਕੀ ਚਲੋ ਉਹਨਾਂ 'ਚੋਂ ਇੱਕ ਮੰਤਰੀ ਸਾਹਿਬ ਤੇ ਵਾਹਵਾ ਸਰਗਰਮ ਨੇ ਜੇ ਬੱਸ ਦੀ ਗੱਲ ਕੀਤੀ ਹੈ ਤੇ ਹੁਣ ਜਿਸ ਹਿਸਾਬ ਨਾਲ ਉਹਨਾਂ ਦੀ ਸਰਗਰਮੀ ਆ ਰਾਜਾ ਵੜਿੰਗ ਹੋਰਾਂ ਦੀ, ਤੇ ਉਹ ਤੋਂ ਮੈਨੂੰ ਲੱਗਦਾ ਵੀ ਗ੍ਰਹਿ ਮੰਤਰੀ ਜਿਹੜੇ ਨੇ ਇਸ ਵਕਤ ਉਪ ਮੁੱਖ ਮੰਤਰੀ ਰੰਧਾਵਾ ਸਾਹਿਬ, ਉਹ ਪਿੱਠ ਧਿਆਨ ਖੜੇ। ਉਹ ਕਹਿੰਦੇ ਵੀ ਜਿੰਨਾ ਅਮਲਾ ਫੈਲਾ ਚਾਹੀਦਾ ਵੀਰ ਜੀ, ਡਾਂਗਾਂ ਵਾਲੇ ਬੰਦੇ ਚਾਹੀਦੇ ਉਹ ਵੀ ਦਿਆਂਗੇ, ਵਾਇਕਰਾਂ ਨੇਰੀ ਲਿਆ ਦੇ ਵੀ ਰਾਜਾ। ਹਾਂ ਵੀ ਪ੍ਰਾਈਵੇਟ ਕਾਊਂਟਰ ਕੋਈ 2 ਨੰਬਰ ਦਾ ਨਹੀਂ ਚਾਹੀਦਾ ਬੱਸ ਅੱਡਿਆਂ ਦੇ ਅੰਦਰ। ਹੁਣ ਦੇਖੋ ਜੇ ਟਰਾਂਸਪੋਰਟ ਮੰਤਰੀ ਨੂੰ ਗ੍ਰਹਿ ਮੰਤਰੀ ਦੀ ਜਿਨ੍ਹਾਂ ਦੇ ਕੋਲੇ ਪੰਜਾਬ ਦੀ ਪੁਲਿਸ ਦਾ ਚਾਰਜ ਹੈ, ਉਹ ਦੋਨੋਂ ਰਲ ਕੇ ਕੰਮ ਕਰਨਗੇ। ਅਸੀਂ ਉਮੀਦ ਕਰਦੇ ਹਾਂ ਕਿ ਕੁਝ ਚੰਗਾ ਹੋਵੇ, ਪਰ ਰਲ ਕੇ ਕਰਨ, ਪਰ ਲੋਕਾਂ ਲਈ ਰਲ ਕੇ ਕਰਨ। ਮੈਂ ਇਹੀ ਕਿਹਾ ਜਦੋਂ ਤੁਸੀਂ ਰਲ ਕੇ ਕਰਨ ਗਿਆ ਨਾ, ਲੋਕਾਂ ਲਈ। ਮੈਂ ਕਿਹਾ ਯਾਰ ਇਹ ਰਲ ਕੇ ਦੇ ਸਾਰਾ ਰੌਲਾ ਸੀ ਪਹਿਲਾਂ। ਨਹੀਂ ਹੁਣ ਤੁਸੀਂ ਦੇਖੋ ਨਾ, ਕੰਮ ਇਹਨਾਂ ਨਹੀਂ ਕਰਨਾ ਪੈਣਾ ਚਾਹੀਦਾ। ਫਿਰ ਰਲਣਾ ਕਿੱਥੇ, ਇਹਦਾ ਰੌਲਾ ਥੋੜਾ ਜਿਹਾ ਰਲਣਾ ਇਹ ਕਿ ਡਿਪਾਰਟਮੈਂਟ ਹੁਣ ਉਹੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਹਿੰਦੇ ਕਿ ਭਾਈ ਮੈਂ ਸਹਿਮਤ ਨਹੀਂ ਪੰਜਾਬ ਦੇ ਖੇਤੀ ਮਹਿਕਮੇ ਦੇ ਫੈਸਲੇ ਨਾਲ ਕਿ ਡੀਏਪੀ ਕੋਆਪਰੇਟਿਵ ਸੁਸਾਇਟੀਆਂ ਦਾ ਰਾਹੀਂ ਘਟਾ ਦਿਓ ਨਾ, ਉਦੋਂ ਰਲ ਕੇ ਨਹੀਂ ਸੀ ਚੱਲੇ ਨਾ, ਰੌਲਾ ਇਹੀ ਪਿਆ ਸੀ। ਬਾਕੀ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਆਪਾਂ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਜਾਬ ਪੁਲਿਸ ਦੀਆਂ ਭਰਤੀਆਂ ਹੋਈਆਂ, ਪੁਲਿਸ ਨੇ ਆਪ ਪਰਚਾ ਵੀ ਦਰਜ ਕਰ ਦਿੱਤਾ ਕਿ ਅਸੀਂ ਇੱਕ ਬੰਦਾ ਵੀ ਫੜਿਆ ਜਿਹਨੂੰ ਪੇਪਰ ਬਾਹਰੋਂ ਕੋਈ ਹੋਰ ਕਰਾਉਂਦਾ ਸੀ, ਰੁਪਈਏ ਲੱਖਾਂ ਦਾ ਲੈਣ ਦੇਣ ਹੋਇਆ। ਉਹ ਕਹਿੰਦੇ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਕੋਈ ਬੋਲਦਾ ਕਿਉਂ ਨਹੀਂ, ਪੰਜਾਬ ਪੁਲਿਸ ਵੱਲੋਂ ਅੱਜ ਤੱਕ ਕੋਈ ਬੋਲਿਆ ਕਿਉਂ ਨਹੀਂ, ਤੇ ਸਭ ਤੋਂ ਵੱਡੀ ਗੱਲ ਕਿ ਪੇਪਰ ਕੈਂਸਲ ਕਿਉਂ ਨਹੀਂ ਕੀਤਾ। ਹੁਣ ਸੰਧਾਲੀਆ ਸਾਹਿਬ ਆਪਾਂ ਰੋਜ਼ ਰੌਲਾ ਪਾਉਂਦੇ ਸੀ ਕਿ ਸਬ ਇੰਸਪੈਕਟਰਾਂ ਦੀ ਭਰਤੀ ਹੋਈ, ਰੌਲਾ ਇਹ ਪੈ ਗਿਆ ਕਿ ਕਿਉਂਕਿ ਇੱਕ ਕੰਪਨੀ ਨੂੰ ਠੇਕਾ ਦੇਤਾ ਸੀ ਕਿ ਤੁਸੀਂ ਪੇਪਰ ਲੈਣਾ, ਕੰਡਕਟ ਤੁਸੀਂ ਕਰਨਾ ਹੈ, ਆਨਲਾਈਨ ਪੇਪਰ ਸੀ ਜਾਨੀ ਕੰਪਿਊਟਰ ਤੇ। ਉਹ ਕਹਿੰਦੇ ਜੀ ਜਿਨ੍ਹਾਂ ਨਾਲ ਠੇਕਾ ਕੀਤਾ ਸੀ ਰੁਪਈਆ 30-30 ਲੱਖ ਲਿਆ, ਉਹਨਾਂ ਨੂੰ ਤਾਂ ਉਹ ਬਸ ਉਹਨਾਂ ਨੂੰ ਕਹਿੰਦੇ ਮੋਰੇ ਬਹਿ ਕੇ ਤੁਸੀਂ ਮਾੜਾ ਮਾੜਾ ਐਂ ਕਰੀ ਜਾਣਾ ਹੈ। ਇੱਕ ਸੌਫਟਵੇਅਰ ਦੇ ਨਾਲ ਬਾਹਰ ਬੈਠਾ ਬੰਦਾ ਜਿਹਨੂੰ ਰੁਪਈਏ ਦਿੱਤੇ ਆ ਉਹ ਤੁਹਾਡਾ ਪੇਪਰ ਆਪੇ ਹੱਲ ਕਰ ਲੂ, ਕਿਉਂਕਿ ਉੱਥੇ ਕਿਹੜਾ ਕਿਸੇ ਨੇ ਦੇਖਣਾ, ਉਹ ਤਾਂ ਆਨਲਾਈਨ ਹੀ ਸਬਮਿਟ ਹੋਣਾ ਨਾ। ਹੁਣ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਲਜ਼ਾਮ ਤਾਂ ਪਹਿਲੀ ਗੱਲ ਇਹ ਲਾਤਾ, ਉਹ ਕਹਿੰਦੇ ਜੀ ਸਾਬਕਾ ਜੱਜ ਸਾਹਿਬ ਜਾਂ ਸੀਬੀਆਈ ਜਾਂਚ ਕਰਾ ਲਓ, ਕਾਂਗਰਸ ਦੇ ਵੱਡੇ ਲੀਡਰ ਫਸਣਗੇ ਕਿਉਂਕਿ ਸੈਂਕੜੇ ਕਰੋੜ ਰੁਪਈਏ ਦਾ ਘਪਲਾ ਹੈ। ਉਹ ਕਹਿੰਦੇ ਲੱਖਾਂ ਬੱਚਿਆਂ ਨੇ ਅਪਲਾਈ ਕੀਤਾ, ਕੀ ਪਤਾ ਕਿਹਦੇ ਕੋਲੋਂ 30-30 ਲੱਖ ਰੁਪਈਆ ਲੈ ਲਿਆ, ਤੇ ਕੰਪਨੀ ਆਪ ਥੋੜੀ ਲੈ ਗਈ। ਦੂਸਰਾ ਨੇ ਦੋਸ਼ ਕੀ ਲਾਇਆ, ਉਹ ਕਹਿੰਦੇ ਸਰਹੱਦੀ ਸੂਬਾ, ਤੇ ਸਰਹੱਦੀ ਸੂਬੇ ਦੇ ਵਿੱਚ ਜੇ ਇਦਾਂ ਹੋਊਗਾ ਤਾਂ ਕੰਮ ਖਰਾਬ ਹੈ। ਤੀਸਰਾ ਉਹ ਕਹਿੰਦੇ ਜਿਹੜੇ ਬੱਚੇ ਓਵਰੇਜ ਹੋ ਜਾਣੇ 4 ਸਾਲ ਹੀ ਭਰਤੀ ਕੱਢੀ ਹੈ, ਉਹਨਾਂ ਦਾ ਕੀ ਦੋਸ਼ ਹੈ। ਪੰਜਵਾਂ ਉਹਨਾਂ ਨੇ ਇਹ ਗੱਲ ਕਹੀ, ਉਹ ਕਹਿੰਦੇ ਜਿਹੜਾ ਅੱਜ ਤੱਕ ਕਿਉਂਕਿ 16 ਤਰੀਕ ਦਾ ਮੇਰੇ ਖਿਆਲ ਪਰਚਾ ਹੋਇਆ, ਮੈਨੂੰ ਲੱਗਦਾ ਜੇ ਉਦੋਂ ਦਾ ਪਰਚਾ ਹੋਇਆ, ਕਹਿੰਦੇ ਸਰਕਾਰ ਵੱਲੋਂ ਵੀ ਕੋਈ ਨਹੀਂ ਬੋਲਦੇ, ਪਰਚਾ ਜਿਹੜਾ ਪੇਪਰ ਵੀ ਕੈਂਸਲ ਨਹੀਂ ਕੀਤਾ, ਪੰਜਾਬ ਪੁਲਿਸ ਵੱਲੋਂ ਵੀ ਕੋਈ ਨਹੀਂ ਬੋਲਿਆ, ਤੇ ਇਹਦਾ ਮਤਲਬ ਹੈ ਕਿ ਮਾਮਲੇ ਨੂੰ ਦੱਬਣਾ ਚਾਹੁੰਦੇ ਆ। ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ, ਚੰਨੀ ਸਾਹਿਬ ਤੁਹਾਡੀ ਸਰਕਾਰ ਨੇ ਤਾਂ ਨਹੀਂ ਭਰਤੀਆਂ ਕੱਢੀਆਂ ਸੀ, ਪਿਛਲੀ ਨੇ ਕੱਢੀਆਂ ਸੀ, ਪਰ ਤੁਸੀਂ ਇਹ ਮਤ ਸੋਚਿਓ ਕਿ ਪਿਛਲੀ ਨੇ ਕੱਢੀਆਂ, ਤੁਸੀਂ ਕੈਬਨਿਟ 'ਚ ਬੈਠਦੇ ਸੀ, ਤੇ ਤੁਸੀਂ ਕੈਬਨਿਟ ਦੇ ਵਿੱਚ ਬੈਠਦੇ ਸੀ ਤਾਂ ਕਹਿੰਦੇ ਸੰਵਿਧਾਨ ਪੜ੍ਹ ਕੇ ਦੇਖੋ, ਉਹਦੇ ਵਿੱਚ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਉਹ ਕੈਬਨਿਟ ਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ, ਤੇ ਤੁਸੀਂ ਜ਼ਿੰਮੇਵਾਰੀ ਤੋਂ ਭੱਜ ਕਿੱਦਾਂ ਜਾਓਗੇ। ਸੰਧਾਲੀਆ ਸਾਹਿਬ ਇਹ ਬੜੀ ਅਜੀਬ ਗੱਲ ਹੈ। ਇੱਕ ਪਾਸੇ ਰੌਲਾ ਪੈਂਦਾ ਜੀ ਬਾਰਡਰ ਸਟੇਟ ਹੈ, ਜਿਹੜੇ ਪੁਲਿਸ ਵਾਲਿਆਂ ਨੇ ਲੋਕਾਂ ਨੂੰ ਮੁੜ ਕੇ ਇਨਸਾਫ ਦੇਣਾ ਹੈ। ਮੈਂ ਕਹਿੰਦਾ 30 ਲੱਖ ਤਾਂ ਬਹੁਤ ਦੂਰ ਦੀ ਗੱਲ ਹੈ, ਜੇ 30 ਰੁਪਈਏ ਵੀ ਰਿਸ਼ਵਤ ਦੇ ਕੇ ਭਰਤੀ ਹੁੰਦੇ ਆ ਤਾਂ ਭਲਕ ਨੂੰ ਅਸੀਂ ਆਸ ਕੇ ਰੱਖਾਂਗੇ ਕਿ ਪੰਜਾਬ ਦੇ ਲੋਕਾਂ ਤੋਂ ਬਿਨਾਂ ਰੁਪਈਏ ਲੈ ਕੰਮ ਕਰਨਗੇ। ਇੱਕ ਗੱਲ ਹੈ, ਅਗਲੇ ਨੇ 30 ਲੱਖ ਰੁਪਈਆ ਪੂਰਾ ਵੀ ਤਾਂ ਕਰਨਾ। ਹੁਣ ਜੇ ਅਜੇ ਤੱਕ ਇਸ ਮਸਲੇ ਦੇ ਉੱਤੇ ਸਰਕਾਰ ਨੇ ਆਪਣੀ ਚੁੱਪ ਨਾ ਤੋੜੀ, ਬੱਚਿਆਂ ਦਾ ਕੋਈ ਕਸੂਰ ਥੋੜੀ ਹੈ। ਕੋਈ ਬੱਚਾ, ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ, ਇੱਕ ਬੱਚਾ ਉੜੀਸਾ ਆਪਣੇ ਰਿਸ਼ਤੇਦਾਰਾਂ ਦੇ ਕੰਮ ਕਰਦਾ ਸੀ, ਉਹ ਕਹਿੰਦਾ ਜੀ ਮੈਂ ਜਨਵਰੀ ਦਾ ਆਇਆ, ਮੈਂ ਲੋਨ ਲੈ ਕੇ ਸਾਰੀ ਤਿਆਰੀ ਕੀਤੀ ਆ, ਮੈਂ ਕੰਮ ਛੱਡ ਕੇ ਆਇਆ, ਮੇਰੇ ਕੋਲ ਪੈਸੇ ਦੇਣ ਨੂੰ ਹੈ ਨਹੀਂ। ਜੇ ਦੂਜੇ ਬੰਦਿਆਂ ਦਾ ਰੌਲਾ ਪੈਂਦਾ ਕਿ ਭਾਈ 30-30 ਲੱਖ ਦੇ ਕੇ ਭਰਤੀ ਹੋਣਾ, ਅਸੀਂ ਕਿੱਥੇ ਜਾਈਏ। ਹੁਣ ਇਦਾਂ ਬਹੁਤ ਸਾਰੀ ਗੱਲ ਹੈ ਕਿ ਪਹਿਲਾਂ ਤਾਂ ਭਰਤੀਆਂ ਹੋਈਆਂ ਨਹੀਂ, ਜੇ ਹੋ ਰਹੀਆਂ ਤਾਂ ਰੌਲਾ ਪੈਂਦਾ, ਤੇ ਰੌਲਾ ਪੈਂਦਾ ਤਾਂ ਭਾਈ ਇਨਸਾਫ ਦਿਓ। ਇਹ ਦੇਖੋ ਗੱਲ ਇਹ ਆ ਕਿ ਚਲੋ ਮਜੀਠੀਆ ਸਾਹਿਬ ਨੇ ਕਿਹਾ ਵਧੀਆ ਗੱਲ ਆ, ਪਰ ਮੁਸ਼ਕਲ ਇਹ ਵੀ ਹੈ ਨਾ ਬਾਟ ਸਾਹਿਬ ਵੀ ਉਹ ਕਹਿੰਦੇ ਹੁੰਦੇ ਨਾ ਵੀ ਜਿਹਨੇ 30 ਦੇਤਾ ਉਹ ਕਿਤੇ ਉਰੇ ਹੀ ਬੈਠਾ ਹੋਊਗਾ। ਸੋਚਣ ਵਾਲੀ ਗੱਲ ਆ। ਹੁਣ ਜੇ ਆਪਾਂ 30 ਲੱਖ ਦਾ ਮੋਟਾ ਹਿਸਾਬ ਵੀ ਲਾਈਏ, ਮੈਂ ਨਹੀਂ ਆਂਦਾ ਵੀ ਚਲੋ ਅੱਜ ਹੀ ਕਿਤੇ ਇਹਨਾਂ ਨੂੰ ਲੱਖ ਰੁਪਈਆ ਤਨਖਾਹ ਮਿਲਣਾ ਪਾਣੀ, ਪਰ ਫਿਰ ਵੀ ਚਲੋ ਮੈਂ ਨਹੀਂ ਆਂਦਾ 10 ਮਿਲਣੀ, 20 ਮਿਲਣੀ, 25 ਮਿਲਣੀ, 30 ਮਿਲਣੀ। ਜੇ 25,000 ਵੀ ਮਿਲਣੀ ਹੋਵੇ ਤੇ ਫਿਰ ਇਹ 30 ਲੱਖ ਪੂਰਾ ਕਦੋਂ ਹੋਊਗਾ ਜਾ ਕੇ।
ਨਹੀਂ ਰੌਲਾ ਤਾਂ ਸਾਰਾ ਉਹੀ ਹੈ ਨਾ, ਫਿਰ ਪੂਰਾ ਅਗਲਿਆਂ ਨੇ ਕਰਾ ਲੈਣਾ, ਫਿਰ ਕਹਿੰਦੇ ਜੀ ਉਹ ਹੈ ਨਹੀਂ ਪਰਚਾ ਮੁੰਡੇ ਦੇ। ਅਸੀਂ ਨਹੀਂ ਕਹਿੰਦੇ ਸਾਰੇ ਇਦਾਂ ਦੇ ਆ, ਫਿਰ ਪਰਚੇ ਪਾ ਦਿੱਤੇ ਜਾਂਦੇ ਆ, ਫਿਰ ਕੰਮ ਕਰਾ ਲਿਆ ਜਾਂਦਾ, ਫਿਰ ਅਗਲਾ ਬੰਦਾ ਆਪ ਵੀ ਗਲਤ ਕਰੂਗਾ, ਕਿਸੇ ਦੇ ਕਹਿ ਤੇ ਵੀ ਕਰੂਗਾ। ਮੈਂ ਨਾ ਮੋਟਾ ਹਿਸਾਬ ਐ ਸੀ ਤੁਹਾਡੇ ਨਾਲ ਬੈਠੇ ਲਾਉਣ ਲੱਗ ਪਿਆ। ਮੈਂ ਕਿਹਾ ਵੀ ਜੇ 50,000 ਵੀ ਮੰਨ ਲਓ ਉਸ ਬੰਦੇ ਨੂੰ ਤਨਖਾਹ ਮਿਲਣੀ, ਉਹ ਜਿਹੜੇ ਵੀ ਅਹੁਦੇ ਦੇ ਉੱਪਰ ਬੰਦੇ ਨੂੰ ਭਰਤੀ ਕਰ ਅੱਜ ਤੋਂ ਹੀ ਦੇਣ ਲੱਗ ਪਏ। ਆਪਾਂ ਕਹਿੰਦੇ ਨਹੀਂ ਪ੍ਰੋਬੇਸ਼ਨਲ ਪੀਰੀਅਡ, ਦੂਜਾ ਤੀਜਾ ਪੀਰੀਅਡ। ਹੁਣ 50,000 ਦੇ ਹਿਸਾਬ ਨਾਲ ਬਾਹਰੋਂ 5, 60, 6 ਲੱਖ ਰੁਪਈਆ ਬਣਿਆ ਜੀ, ਤੇ 30 ਲੱਖ ਬੰਦੇ ਨੇ ਅੱਜ ਭਰਿਆ, ਤਾਂ ਮਤਲਬ 5 ਸਾਲ ਦੀ ਤਨਖਾਹ ਉਹ ਬੰਦਾ ਪਹਿਲਾਂ ਦੇ ਚੁੱਕਾ। ਜੇ ਉਹ ਪਾਣੀ ਤੇ ਚੱਲੇ ਤਾਂ ਹਾਂ, ਮਤਲਬ ਉਹ ਬੰਦੇ ਨੂੰ ਕੋਈ ਲੋੜ ਨਹੀਂ, ਕੋਈ ਪੈਸੇ ਦੀ ਨਹੀਂ, ਧੇਲੇ ਦੀ ਨਹੀਂ, ਵਰਦੀ, ਬੱਤੀ, ਦੂਜਾ ਤੀਜਾ, ਘਰਦਿਆਂ ਦੇ ਉਹ ਹਦਾ ਵੀ ਢਿੱਡ ਤੇ ਕੱਪੜਾ ਬੰਨ੍ਹਤਾ ਹੋਵੇ, 5 ਸਾਲ ਦੀ ਰੋਟੀ ਨਹੀਂ ਖਾਣੀ ਨਾ, ਕਿਉਂਕਿ ਆਪਾਂ 5 ਸਾਲ ਦੀ ਤਨਖਾਹ ਆਲਰੇਡੀ ਦੇ ਚੁੱਕੇ ਹਾਂ। ਹੁਣ ਜਿਹੜਾ ਬੰਦਾ 5 ਸਾਲ ਦੀ ਤਨਖਾਹ ਦੇ ਸਕਦਾ, ਕੀ ਉਹਨੂੰ ਵਾਕਿਆ ਲੋੜ ਆ ਉਸ ਨੌਕਰੀ ਦੀ? ਨਹੀਂ, ਇਹ ਸਵਾਲ ਬਹੁਤ ਵੱਡਾ ਆ ਸੰਧਾਲੀਆ ਸਾਹਿਬ। ਇਹ ਵੀ ਗੱਲ ਹੈ ਨਾ, ਹੋ ਸਕਦਾ ਕਿਸੇ ਤੋਂ 25 ਲਿਆ ਹੋਵੇ, ਕਿਸੇ ਤੋਂ 35 ਲਿਆ ਹੋਵੇ, ਪਰ ਇੱਕ ਬਹੁਤ ਵੱਡਾ ਸਵਾਲ ਹੈ ਕਿ ਪੰਜਾਬ ਪੁਲਿਸ ਵਰਗੀ ਫੋਰਸ ਦੀ ਭਰਤੀ ਕਰਨ ਦੇ ਲਈ ਸਾਨੂੰ ਕੰਪਨੀ ਦੀ ਲੋੜ ਕਿਉਂ ਪੈਂਦੀ ਹੈ? ਸਾਡੇ ਆਪਣੇ ਡਿਪਾਰਟਮੈਂਟ ਕੈਪੇਬਲ ਨਹੀਂ ਹੈਗੇ। ਉਹ ਯਾਰ ਕੀ ਕਰਦੇ ਆ ਬਾਟ ਦੇ ਇੱਥੇ, ਮੁੱਖ ਮੰਤਰੀ ਛੱਡ ਕੇ ਪ੍ਰਧਾਨ ਮੰਤਰੀ ਬਣਾਉਣ ਲਈ ਕੰਪਨੀ ਦੀ ਲੋੜ ਪੈਂਦੀ। ਉਹ ਪੀਕੇ ਹੋਰਾਂ ਦੀ ਕੰਪਨੀ ਆ। ਨਹੀਂ ਠੀਕ ਹੈ ਗੱਲ ਤਾਂ ਤੁਹਾਡੀ। ਤੇ ਫਿਰ ਪੀਕੇ ਦੀ ਕੰਪਨੀ ਨੇ ਪਹਿਲਾਂ ਪ੍ਰਧਾਨ ਮੰਤਰੀ ਬਣਾਇਆ, ਫਿਰ ਵੱਖ-ਵੱਖ ਮੁੱਖ ਮੰਤਰੀ ਬਣਾਏ। ਹੁਣ ਤੇ ਇੱਕ ਛੱਡ ਕੇ 2 ਕੰਪਨੀਆਂ ਚੱਲਣੀਆਂ ਪੰਜਾਬ 'ਚ। ਇੱਕ ਕਾਂਗਰਸ ਵਾਲਿਆਂ ਦੀ ਕੰਪਨੀ ਆ, ਇੱਕ ਅਕਾਲੀਆਂ ਦੀ ਕੰਪਨੀ ਆ, ਇੱਕ ਪੀਕੇ ਸਾਹਿਬ, ਇੱਕ ਐਸਕੇ ਸਾਹਿਬ। ਉਹ ਕਹਿੰਦੇ ਆਪਾਂ ਮੁੱਖ ਮੰਤਰੀ ਬਣਾਉਣਾ। ਅੱਜ ਕੱਲ੍ਹ ਸਾਰਾ ਕੁਝ ਕੰਪਨੀਆਂ ਨੇ ਜਦੋਂ ਦਿੱਤਾ ਹੀ ਪਿਆ, ਤੇ ਫਿਰ ਉਹ ਜਿਹੜੇ ਬਾਪੂ ਮੇਰੇ ਖਿਆਲ 8-10 ਮਹੀਨੇ ਤੋਂ ਦਿੱਲੀ ਬੈਠੇ, ਉਹ ਝੂਠ ਥੋੜਾ ਆਉਂਦੇ ਆ। ਮੈਂ ਹੋਰ ਕਹਿਣਾ, ਆਪਾਂ ਰੋਜ਼ ਸਲਾਹਾਂ ਦੇਈਆਂ, ਸਿੱਖਿਆ ਮੰਤਰੀ ਸਾਹਿਬ ਐ ਕਰਨ, ਟਰਾਂਸਪੋਰਟ ਮੰਤਰੀ ਸਾਹਿਬ ਐ ਕਰਨ, ਫਲਾਨਾ ਲੀਡਰ ਐ ਕਰੇ, ਆਪਾਂ ਕੰਪਨੀ ਨਾ ਖੋਲੀਏ। ਦੇਖੋ ਗੱਲ ਸੁਣੋ, ਸਾਨੂੰ ਕੋਈ ਪ੍ਰਧਾਨ ਮੰਤਰੀ, ਮੁੱਖ ਮੰਤਰੀ ਬਣਨ ਲਈ ਠੇਕਾ ਨਾ ਦਿਓ, ਪੰਚੀ ਦਾ ਹੀ ਠੇਕਾ ਦੇ ਦਿਓ, ਉੱਥੋਂ ਹੀ ਸ਼ੁਰੂ ਕਰ ਲਾਂਗੇ। ਆਪ ਚੰਨੀ ਸਾਹਿਬ ਵੀ ਤਾਂ ਕਹਿੰਦੇ ਹੁੰਦੇ ਮੈਂ ਪਹਿਲਾਂ ਕਾਉਂਸਲਰ ਸੀ, ਹੁਣ ਆਪਾਂ ਹੌਲੀ ਹੌਲੀ ਕੰਮ ਸ਼ੁਰੂ ਕਰਾਂਗੇ, ਸ਼ਾਇਦ ਕਿਤੇ ਭਾਈ ਮੁੜ ਕੇ ਵੱਡਾ ਹੱਥ ਪੈ ਜਾਏ। ਨਹੀਂ ਹੋ ਤੇ ਸਕਦਾ ਵੈਸੇ ਕੁੱਲ ਮਿਲਾ ਕੇ, ਪਰ ਕਾਰਨ ਇਹ ਆ ਨਾ WhatsApp। ਮੇਰੀ ਗੱਲ ਇੱਕ ਬੇਨਤੀ ਸੁਣੋ। ਨਾ ਪਹਿਲਾਂ ਮੇਰੀ ਹਾਂ, ਮੈਨੂੰ ਸੰਵਿਧਾਨਕ ਅਹੁਦਾ ਚਾਹੀਦਾ ਤੁਹਾਡੇ ਨਾਲ, ਕਿਉਂਕਿ ਮੈਨੂੰ ਤੁਹਾਡੇ ਲੀਡਰਾਂ ਤੇ ਯਕੀਨ ਨਹੀਂ। ਇਹ ਨਾ ਮੁੜ ਕੇ ਕਿਉਂ ਕਿ ਕੋਈ ਗੱਲ ਨਹੀਂ ਯਾਰ ਤੂੰ ਨਾਲ ਹੀ ਆ, ਮੁੜ ਕੇ ਰੌਲਾ ਪੈ ਜਾਂਦਾ ਹੁੰਦਾ ਕਿ ਸਰਕਾਰੀ ਮੀਟਿੰਗ ਦੇ ਵਿੱਚ ਉਹ ਪਰਲੀ ਕੁਰਸੀ ਦੇ ਉੱਤੇ ਪਰਿਵਾਰ ਦਾ ਜੀ ਬਿਠਾ ਲਿਆ ਆ। ਆਪਾਂ ਨਹੀਂ ਕਹਿੰਦੇ ਕਿਸੇ ਨੂੰ। ਨਹੀਂ ਚਲੋ ਫਿਰ ਇਦਾਂ ਕਰੋ ਫਿਰ ਵੀ 1 ਰੁਪਈਆ ਤਨਖਾਹ ਤੇ ਸਾਈਨ ਕਰੋ ਪਹਿਲਾਂ, ਫਿਰ ਮਹੀਨੇ ਦੀ, ਫਿਰ ਰੱਖਾਂਗੇ ਨਾਲ। ਮੈਂ ਖਬਰਾਂ ਹੀ ਪੜ੍ਹ ਲੈਣੀਆਂ ਭਰਾਵੋ। ਅੱਛਾ, ਦੂਜੀ ਗੱਲ, ਮੈਨੂੰ ਲੱਗਦਾ ਆਪਾਂ ਚੱਲ ਨਹੀਂ ਸਕਣਾ, ਕਿਉਂਕਿ ਚਲੋ ਤੁਸੀਂ ਜਦੋਂ ਆਖਿਆ ਨਾ ਵੀ ਬਿਲਕੁਲ ਇਨ ਬਿਨ ਹੋਏਗਾ ਜੀ, ਇੱਥੇ ਸੱਚ ਇੱਥੇ ਝੂਠ, ਉਹ ਮੈਂ ਨਾ ਯਾਰ ਬਾਠ ਸਾਹਿਬ ਥੋੜਾ ਜਿਹਾ ਯਾਰ ਕੰਪਨੀ ਹੈ, ਕੰਪਨੀ ਯਾਰ ਇਦਾਂ ਦੇ ਆਪਣਾ ਵੱਟੇ ਕੁਝ ਨਹੀਂ ਆਉਣਾ। ਨਾ ਇਦਾਂ ਕਿਦਾਂ? ਤੁਸੀਂ ਮਤਲਬ ਜੇ ਮੰਨ ਲਓ ਮੈਂ ਕਲੀਅਰ ਕੱਟ ਕਹਿਣ ਵੀ ਡਿਆ ਵੀ ਆਪਾਂ ਚੈੱਕ ਲੈਣਾ ਜਾਂ ਆਪਾਂ ਇਹਨੂੰ ਬੰਦੇ ਨੂੰ ਕਹਿ ਦੇਣਾ ਵੀ ਤੂੰ ਜਿੱਤ ਜਾਣਾ ਵੀਰ, ਤੁਸੀਂ ਉੱਥੇ ਕਹਿਣਾ ਵੇਖ ਗੱਲ ਸੁਣ ਲੈ ਮੇਰੀ, ਜਿੱਤਣਾ ਤੂੰ ਐ ਨਹੀਂ ਹੁੰਦਾ ਇਹਦੇ ਜਾ। ਇਹ ਕਰਕੇ ਆਪਣੀ ਮੁਸ਼ਕਿਲ ਕੰਪਨੀ ਚੱਲਣੀ, ਇਹ ਨਹੀਂ ਚੱਲਣੀ। ਨਹੀਂ ਚਲੋ ਫਿਰ ਆਪਾਂ ਰਹਿਣ ਦਿੰਦੇ ਆ। ਵੀ ਆਪਾਂ ਜਿਹੜਾ ਕੰਮ ਕਰਨ ਦੇ ਠੀਕ ਹੈ, ਤੇ ਮਾੜਾ ਕੀ ਆ? ਨਹੀਂ ਚਲੋ ਇਹ ਤਾਂ ਹੁਣ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ ਲੈ, ਦੱਸੋ ਭਾਈ ਕੰਪਨੀ ਖੋਲੀਏ ਕਿ ਕੰਪਨੀ ਖੋਲੀਏ ਫਿਰ, ਹਨਾ? ਇਹ ਵੀ ਇੱਕ ਤਰ੍ਹਾਂ ਦੀ ਕੰਪਨੀ ਆ। ਮਤਲਬ ਇਹ ਆ ਵੀ ਇਹਦੇ 'ਚ ਆਪਾਂ ਬਿਨਾਂ ਕੋਲ ਲਏ ਦਿੱਤੇ ਸਲਾਹ ਦਿੰਦੇ ਹੈ ਤੇ ਸਲਾਹ ਹੀ ਆ। ਜਿਹੜੇ ਤੱਕ ਪਹੁੰਚ ਜਾਂਦੀ ਅਗਲਾ ਬੰਦਾ ਧੰਨਵਾਦ ਦਾ ਫੋਨ ਕਰ ਦਿੰਦਾ, ਜੇ ਤੱਕ ਵੈਸੇ ਗੱਲ ਪਹੁੰਚ ਜਾਂਦੀ ਉਹ ਕਹਿੰਦਾ ਯਾਰ ਤੁਸੀਂ ਰੋਜ਼ ਲੱਤ ਡਾ ਦਿੰਦੇ ਆ, ਚੰਗਾ ਕੰਮਾਂ 'ਚੋਂ ਕੰਮ ਹੈ। ਨਹੀਂ ਇਹ ਗੱਲ ਠੀਕ ਹੈ। ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਠੀਕ ਹੋਵੇ, ਸਾਨੂੰ ਕੰਪਨੀ ਨਾ ਖੋਲ੍ਹਣੀ ਪਵੇ, ਰੋਟੀ ਇੱਦਾਂ ਹੀ ਮਿਲੀ ਜਾਵੇ। ਪਰ ਪ੍ਰਧਾਨ ਮੰਤਰੀ ਸਾਹਿਬ ਨੇ ਹੁਣ ਕਿਹਾ ਕਿ ਭਾਈ ਆਪਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਇੱਕ ਇੰਟਰਵਿਊ ਦੇ ਵਿੱਚ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਅੱਗੇ ਕਈ ਗੇੜ ਦੀ ਗੱਲਬਾਤ ਹੋਈ ਹੈ, ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਉਹ ਦੱਸ ਨਹੀਂ ਸਕੇ ਕਿ ਕੀ ਉਹਨਾਂ ਨੂੰ ਇਹਦੇ ਵਿੱਚ ਔਖ ਕੀ ਹੈ ਕਾਨੂੰਨਾਂ ਦੇ ਵਿੱਚ। ਪਰ ਜਿਹੜੀ ਕਮਾਲ ਦੀ ਗੱਲ ਉਹਨਾਂ ਨੇ ਕਹੀ, ਉਹ ਕਹਿੰਦੇ ਵਿਰੋਧੀ ਪਾਰਟੀਆਂ ਜਿਹੜੀਆਂ ਗਲਤ ਕਰ ਰਹੀਆਂ, ਧੋਖਾ ਕਰ ਰਹੀਆਂ ਇਸ ਵੇਲੇ ਬਹੁਤ ਜ਼ਿਆਦਾ, ਕਿਉਂਕਿ ਖੁਦ ਪਹਿਲਾਂ ਕਾਨੂੰਨ ਬਣਾਉਣਾ ਚਾਹੁੰਦੀਆਂ ਸੀ, ਖੁਦ ਕਾਨੂੰਨ ਬਣਵਾਉਣਾ ਚਾਹੁੰਦੀਆਂ ਸੀ। ਜਦੋਂ ਅਸੀਂ ਆ ਕੇ ਸਟੈਪ ਲੈ ਲਿਆ, ਉਹ ਲੈ ਨਹੀਂ ਸਕੇ, ਅਸੀਂ ਕਾਨੂੰਨ ਬਣਾਤੇ ਆ ਕਿਉਂਕਿ ਅਸੀਂ ਕਿਸਾਨ ਦੀ ਖੁਸ਼ਹਾਲੀ ਚਾਹੁੰਦੇ ਆ। ਹੁਣ ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰਦੀਆਂ, ਗਲਤ ਕਹਿੰਦੀਆਂ। ਨਹੀਂ ਦੇਖੋ ਗੱਲ ਪਤਾ ਕੀ, ਪ੍ਰਧਾਨ ਮੰਤਰੀ ਸਾਹਿਬ ਦਾ ਇਹ ਜਿਹੜਾ ਬਿਆਨ ਹੈ ਨਾ ਜੀ, ਇਹ ਇਨ ਬਿਨ ਉਹੀ ਬਿਆਨ ਹੈ ਜਿਹਦੀ ਜ਼ੈਰੋਕਸ ਕਾਪੀ ਮੇਰੇ ਖਿਆਲ ਨਾਲ 36,000 ਵਾਰ ਖੇਤੀ ਮੰਤਰੀ ਸਾਹਿਬ ਪੜ੍ਹ ਚੁੱਕੇ ਆ। ਜੇ ਤੇ ਆਪਾਂ ਕਾਗਜ਼ ਹੀ ਨਹੀਂ ਬਦਲਣਾ ਨਾ ਬਿਆਨ ਵਾਲਾ, ਫਿਰ ਨਹੀਂ ਗੱਡੀ ਬਣਨੀ। ਮੈਨੂੰ ਲੱਗਦਾ ਵੀ ਹੁਣ ਤਾਂ ਯਾਰ 2022 ਚੜ੍ਹ ਜਾਣਾ, ਮਹੀਨੇ ਦੇ 3 ਰਹਿ ਗਏ, ਤੇ 2022 ਦਾ ਅੱਜ ਦਾ ਲਾਰਾ ਨਹੀਂ ਹੈਗਾ, 6 ਸਾਲਾਂ ਦਾ ਲਾਰਾ ਵੀ ਆਪਾਂ ਕਿਸਾਨ ਦੀ ਆਮਦਨ ਦੁੱਗਣੀ ਕਰਨੀ ਹੈ। ਮੈਂ ਨਾ ਵੀ ਖੇਤੀ ਕਾਨੂੰਨ ਦੂਜਾ ਤੀਜਾ ਜੋ ਕੁਝ ਨਹੀਂ ਬੰਦ ਕਰਨਾ ਨਾ ਕਰਨ, ਰੱਦ ਨਹੀਂ ਕਰਨਾ ਨਾ ਕਰਨ, ਨਹੀਂ ਗੱਲ ਕਰਨੀ ਨਾ ਕਰਨ। ਆਹ ਜਿਹੜਾ ਵਾਰ-ਵਾਰ ਆਪਾਂ ਨੂੰ ਇਹ ਗੱਲ ਕਰਨੀ ਪੈਂਦੀ ਵੀ ਉਹ ਝੋਨਾ ਪੱਕਾ ਮੰਡੀ 'ਚ ਆ ਗਿਆ, ਨਹੀਂ ਫਿਰ ਜੇ 10 ਦਿਨ ਨਹੀਂ ਲੈਣਾ ਸੀ। ਮਤਲਬ ਜੇ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਵੀ ਤੁਸੀਂ ਉੱਥੇ 2000 ਮੰਨ ਲਓ ਰੇਟ ਬੰਨੀ ਬੈਠੇ ਹੋ, ਅਗਲਾ 1300 ਨੂੰ ਵੇਚਣ ਡਿਆ, 900 ਨੂੰ ਵੇਚਣ ਡਿਆ, 1000 ਨੂੰ ਵੇਚਣ ਡਿਆ, ਇੱਦਾਂ ਆਮਦਨ ਦੁੱਗਣੀ ਹੋ ਜਾਊਗੀ? ਨਹੀਂ ਹੈ ਤਾਂ ਸਵਾਲ ਤੇ ਆ ਵੀ ਜਾਂ ਤਾਂ ਆਪਾਂ ਉਹ ਕੁਝ ਗਰਾਊਂਡ ਤੇ ਕਰਕੇ ਵਿਖਾ ਦਈਏ ਆਪਾਂ ਨੇ ਵੀ ਕਾਨੂੰਨ ਨਹੀਂ ਲਾਗੂ ਕਰਨੇ, ਅਸੀਂ ਆਪਣੀ ਜਿਹੜੀ ਨੀਤੀ ਆ
ਉਹ ਤੁਹਾਨੂੰ ਦਿਖਾ ਦਿੰਦੇ ਵੀ ਆਹ ਦੇਖੋ ਜੀ ਅਸੀਂ ਜਿਹੜੀਆਂ ਚੇਂਜਿਸ ਲਿਆ ਰਹੇ ਹਾਂ, ਸਾਡੇ ਕਹਿਣ ਤੇ ਆ ਕੰਪਨੀਆਂ, ਬੰਦੇ ਆ, ਲੋਕ ਆ, ਸਰਕਾਰਾਂ, ਆ ਸਿਸਟਮ ਕੰਮ ਕਰਨ ਲੱਗ ਪਿਆ ਜੀ। ਉਹ ਇੱਕ ਨਾ ਦਿਸਣ ਲੱਗ ਪਏ। ਹੋ ਸਕਦਾ ਦਿੱਲੀ ਵਾਲੇ ਬਾਪੂ ਨੂੰ ਪਿੰਡੋਂ ਹੀ ਫੋਨ ਚੱਲ ਜਾਵੇ, ਬਾਪੂ ਉਹ ਫਿਰ ਪੈਸੇ ਲੈਣ ਜਾਣਾ ਬੈਂਕ 'ਚੋਂ, ਆਪਾਂ ਨੂੰ ਡਬਲ ਹੋ ਗਿਆ ਤੂੰ ਚੜਿਆ ਟਰਾਲੀ ਤੇ, ਜੇ ਨਹੀਂ ਟਰਾਲੀ ਆਉਂਦੀ ਤੂੰ ਟ੍ਰੇਨ ਤੇ ਆ ਜਾ, ਜਾਂ ਤੇ ਇਦਾਂ ਕਰ ਲੈਣ। ਮੈਂ ਕਹਿੰਦਾ ਪ੍ਰੈਕਟੀਕਲ ਤੇ ਕੁਝ ਨਜ਼ਰ ਆਵੇ, ਜਦੋਂ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਅਗਲੇ ਬੰਦੇ ਆ ਜਿਹੜੇ ਹੁਣ ਆਪਾਂ ਤੇ ਹੁਣੇ ਮੁੱਦਾ ਸਮਝਾ ਕੇ ਨੇ ਨਾ ਵੀ ਯਾਰ ਜਦੋਂ MSP ਜਿੱਥੇ ਨਹੀਂ ਹੈਗੀ ਉੱਥੇ 900 ਨੂੰ, ਜਿੱਥੇ ਹੈਗੀ ਉੱਥੇ ਵਪਾਰੀ ਬੰਦਾ ਮੈਂ ਕਿਸਾਨ ਬਣ ਕੇ ਵੇਚਣਾ, ਇਹਦਾ ਜਵਾਬ ਦੇ ਦੇਣਾ ਆਪੇ ਮਸਲਾ ਹੱਲ ਹੋ ਜੀ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ। ਬਾਕੀ ਆ ਪਿਛਲੇ 2 ਦਿਨਾਂ ਨੇ ਨਾ ਪੰਜਾਬ ਦੇ ਲੀਡਰਾਂ ਨੂੰ ਇੱਕ ਚੀਜ਼ ਸਿਖਾਤੀ, ਹੁਣੀ ਲੋਕਾਂ ਨੂੰ ਤਾਂ ਸਿਖਾਤੀ ਹੈ। ਕਹਿਣ ਤਿਆਰੀ ਹੈ, ਮੰਡੀਆਂ ਦੇ ਵਿੱਚ ਉਹਨਾਂ ਨੇ ਝਾੜੂ ਝੂੜੂ ਫੇਰ ਕੇ ਸਫਾਈ ਕਰ ਦਿੱਤੀ ਹੈ, ਪਾਂਡੀ ਪੱਲੇਦਾਰ ਸਾਰੇ ਬੰਦੇ ਉੱਥੇ ਆ ਗਏ ਆ। ਪੰਜਾਬ ਸਰਕਾਰ ਵੱਲੋਂ ਕਈ ਬਿਆਨ ਚਲੇ ਗਿਆ ਕਿ ਬਾਰਦਾਨਾ ਆ ਗਿਆ ਜੀ, ਖਰੀਦ ਦੀ ਤਿਆਰੀ ਪੂਰੀ ਹੈ, ਵੇਲੇ ਸਿਰ ਪੈਸੇ ਦੇਾਂਗੇ, ਕੈਸ਼ ਕ੍ਰੈਡਿਟ ਲਿਮਿਟ ਅਪਰੂਵ ਹੈ, ਸਾਰਾ ਕੁਝ ਹੋ ਗਿਆ ਸੀ। ਅਚਾਨਕ ਅੱਧੀ ਰਾਤ ਨੂੰ ਚਿੱਠੀ ਆ ਜਾਂਦੀ ਹੈ ਜੀ 10 ਦਿਨ ਬਾਅਦ ਖਰੀਦਾਂਗੇ। ਸੰਧਾਲੀਆ ਸਾਹਿਬ ਦੇਸ਼ ਏਕ ਹੈ, ਅਨੇਕਤਾ ਦੇ ਵਿੱਚ ਏਕਤਾ ਹੈ। ਸੰਵਿਧਾਨ ਸਾਡਾ ਇਸ ਗੱਲ ਦਾ ਹੱਕ ਦਿੰਦਾ ਕਿ ਅਸੀਂ ਸਾਰਿਆਂ ਨੂੰ ਇੱਕ ਬੁੱਕਲ 'ਚ ਲੈਣਾ। ਪਰ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਪੰਜਾਬ ਦੀ ਲੀਡਰਸ਼ਿਪ ਨੂੰ ਸਾਰੀ ਨੂੰ ਕਿ ਭਾਈ ਅਗਲਿਆਂ ਦੇ ਇੱਕ ਪੈਨ ਦੇ ਸਾਈਨ ਚੱਲਦੇ ਆ ਤੇ ਤੁਹਾਡਾ ਝੋਨਾ, ਤੁਹਾਡੀ ਕਣਕ ਜੇ 10 ਦਿਨ, ਐਤਕੀ 2 ਦਿਨ ਲੇਟ ਹੋਈ ਹੈ, ਅਗਲੇ 4 ਹੋ ਜੂ, 8 ਹੋ ਜੂ, ਕਦੇ 16 ਹੋ ਜੂ। ਕੀ ਪੰਜਾਬ ਦੇ ਇੱਕ ਵੀ ਨੇਤਾ ਨੇ ਆਹ 2 ਦਿਨਾਂ ਦੀ ਐਜੂਕੇਸ਼ਨ ਜਿਹੜੀ ਪ੍ਰਾਪਤ ਉਹਨਾਂ ਨੇ ਕੀਤੀ ਹੈ, ਜਦੋਂ ਕਿਸਾਨਾਂ ਨੇ ਜਾ ਕੇ ਘਰ ਘੇਰਨੇ ਸ਼ੁਰੂ ਕਰਤੇ ਸੀ, ਕੀ ਪੰਜਾਬ ਆਪਣੇ ਪੱਧਰ ਦੇ ਉੱਤੇ ਕਿਸੇ ਚੀਜ਼ ਦੀ ਖਰੀਦੋ ਫਰੋਖਤ ਕਰ ਸਕਦਾ? ਅੱਜ ਭਾਵੇਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਹੈ, ਅਕਾਲੀ ਦਲ ਅਗਲੀ ਸਰਕਾਰ ਬਣਾਉਣ ਨੂੰ ਅਹੁਲਦਾ, ਬਹੁਤ ਸਾਰੀਆਂ ਹੋਰ ਧਿਰਾਂ ਨੇ, ਬਹੁਜਨ ਸਮਾਜ ਪਾਰਟੀ ਹੈ, ਸਿਮਰਜੀਤ ਸਿੰਘ ਬੈਂਸ ਹੋ ਰਹੀ ਹੈ, ਅਕਾਲੀ ਦਲ, ਸੰਯੁਕਤ ਕਾਮਰੇਡ ਸਾਰੇ ਨੇ। ਉਹ ਸਾਰੀਆਂ ਧਿਰਾਂ ਦੇ ਵਿੱਚੋਂ ਕਿਸੇ ਵੀ ਇੱਕ ਧਿਰ ਦਾ ਬਿਆਨ ਇਦਾਂ ਦਾ ਨਹੀਂ ਆਇਆ ਕਿ ਭਾਈ ਆਪਾਂ ਨੂੰ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ, ਕਣਕ ਝੋਨਾ ਤਾਂ ਬਹੁਤ ਹੁੰਦਾ, ਦਾਲਾਂ ਤਾਂ ਨਹੀਂ ਬਹੁਤੀਆਂ ਹੁੰਦੀਆਂ, ਹਰ ਸਾਲ ਦਾਲ ਦੀ ਕੀਮਤ ਵੱਧਦੀ ਹੈ, ਹਰ ਸਾਲ ਅਸੀਂ ਦਾਲ ਬਾਹਰੋਂ ਮੰਗਵਾਉਂਦੇ ਹਾਂ। ਕੀ ਪੰਜਾਬ ਸਰਕਾਰ ਵੱਲੋਂ ਜਾਂ ਵਿਰੋਧੀ ਧਿਰ ਵੱਲੋਂ ਆਹ 2 ਦਿਨਾਂ ਦੀ ਕੁੱਟ ਕਹੂੰਗਾ ਮੈਂ, ਇਹ ਕੁੱਟ ਹੀ ਹੁੰਦੀ ਹੈ, ਮਾਨਸਿਕ ਕੁੱਟ ਲਾ ਲਓ, ਕੁੱਟ ਡਾਂਗ ਨਹੀਂ ਤਾਂ ਨਹੀਂ ਇਕੱਲੀ ਪੈਂਦੀ। ਇੱਕ ਵੀ ਲੀਡਰ ਦਾ ਇਦਾਂ ਦਾ ਬਿਆਨ ਕਿਉਂ ਨਹੀਂ ਆਇਆ ਕਿ ਭਾਈ ਪੰਜਾਬ ਦੇ ਵਿੱਚ ਆਪਾਂ 10 12 15 ਸਾਈਲੋ ਹੀ ਬਣਾ ਲਈਏ, ਜੇ ਜਿੱਥੇ ਕਿਸਾਨ ਨੂੰ ਕਹੀਏ ਕਿ ਤੂੰ ਖਾਦ ਨਹੀਂ ਪਾਉਣੀ, ਤੂੰ ਕੁਛ ਨਹੀਂ ਕਰਨਾ, ਅਸੀਂ ਬੈਠੇ ਆ, ਭਰਾ ਆ ਤੇਰੇ, ਤੇ ਤੁਸੀਂ ਇੰਨੇ ਥਾਂ ਦੇ ਉੱਤੇ ਆਪਣੀਆਂ ਦਾਲਾਂ ਬੀਜਣੀਆਂ, ਆਹ ਚੀਜ਼ ਬੀਜਣੀ ਆ, ਤੇਲ ਵਾਲੇ ਬੀਜ ਬੀਜਣੇ ਆ, ਅਸੀਂ ਖਰੀਦਾਂਗੇ, ਤੇਰੇ ਥੋੜੇ ਹੋਣਗੇ, ਤੇਰਾ ਨੁਕਸਾਨ ਪੂਰਾ ਕਰਾਂਗੇ, ਅਸੀਂ ਖਰੀਦਾਂਗੇ ਤੇਰੇ ਤੋਂ। ਉਹ ਕੁਛ ਤਾਂ ਸ਼ੁਰੂ ਕਰੋ। ਮੈਂ ਕਹਿੰਦਾ ਕਿ ਪੰਜਾਬ ਸਰਕਾਰ ਲਿਮਿਟ ਤੈਅ ਕਰ ਦੇਵੇ ਦਾਲ ਦੀ ਕਿ ਤੁਸੀਂ ਇੰਨੀਆਂ ਦਾਲਾਂ ਬੀਜੋ, ਅਸੀਂ ਇੰਨੇ ਰੁਪਈਏ ਨੂੰ ਕੁਆਂਟਲ ਖਰੀਦਾਂਗੇ, ਤੁਹਾਡੀ ਘੱਟ ਨਿਕਲੂਗੀ, ਅਸੀਂ ਜ਼ਿੰਮੇਵਾਰਾਂ, ਅਸੀਂ ਪੈਸੇ ਦੇਵਾਂਗੇ। ਪੰਜਾਬ ਦੀ ਸਰਕਾਰ ਹੀ ਭਾਰਤ ਦੀ ਮਾਰਕੀਟ ਦੇ ਵਿੱਚ ਹੀ ਵੱਧ ਰੇਟ ਤੇ ਉਹਨੂੰ ਵੇਚ ਸਕਦੀ ਹੈ, ਮੁੜ ਕੇ ਸਰਕਾਰ ਵੀ ਪੈਸੇ ਕਮਾਵੇ, ਲੋਕ ਵੀ ਪੈਸੇ ਕਮਾਉਣ, ਤੇ ਸਾਡੀ ਜ਼ਮੀਨ ਜਿਹੜੀ ਹੈ ਕਣਕ ਝੋਨੇ ਦੇ ਸੈਕਟਰ ਦੇ ਵਿੱਚੋਂ, ਉਸ ਕੁਚੱਕਰ ਦੇ ਵਿੱਚੋਂ ਬਾਹਰ ਵੀ ਨਿਕਲੇ। ਪਰ ਜੇ ਇੱਕ ਵੀ ਲੀਡਰ ਦਾ ਇਧਰਲੇ ਪਾਸੇ ਬਿਆਨ ਨਹੀਂ ਆਇਆ, ਤੁਹਾਡੇ ਕਿਸੇ ਨੇ ਚਪੇੜ ਮਾਰ ਦਿੱਤੀ ਹੋਵੇ, ਉਹ ਘੱਟੋ ਘੱਟ ਮੂੰਹ ਤੇ ਹੱਥ ਤਾਂ ਆਪਣਾ ਰੱਖੋ ਕਿ ਅਗਲੀ ਚਪੇੜ ਤੁਹਾਡੇ ਗਲ ਤੇ ਨਾ ਲੱਗੇ। ਤਾਂ ਜੇ ਹੱਥ ਵੀ ਨਹੀਂ ਰੱਖਿਆ, ਫਿਰ ਜੇ ਪੰਜਾ ਛਪਾਉਣਾ ਤਾਂ ਛਪਾਈ ਜਾਓ। ਅਸੀਂ ਲੀਡਰਾਂ ਤੋਂ ਆਸ ਕਰਦੇ ਹਾਂ ਕਿ ਇਹਦੇ ਨੂੰ ਤੁਰੋ ਮਾੜਾ ਮੋਟਾ। ਜੇ ਦੇਖੋ ਗੱਲ ਇਹ WhatsApp ਵੀ ਅਗਲੇ ਬੰਦੇ ਆ ਵਪਾਰੀ ਚੋਟੀ ਦੇ, ਤਦੇ ਮੈਂ ਤੈਨੂੰ ਆਖਿਆ ਵੀ ਨਾ ਤੁਹਾਡਾ ਕੋ ਬਣਨਾ ਨਾ ਮੇਰੇ ਬਣ ਦੇਣਾ ਦੇ। ਹੁਣ ਤੁਸੀਂ ਦੇਖੋ ਵੀ ਅਗਲਾ ਆਖੋ ਵੀ ਯਾਰ 6 ਮਹੀਨੇ ਦਾਲ ਖਰੀਦਣੀ, ਕਿਹੜੇ ਕੰਮਾਂ 'ਚ ਪਏ ਆ, ਪੈਸੇ ਜਮ੍ਹਾਂ ਰੱਖ। ਅਗਲੇ 6 ਮਹੀਨੇ ਝੋਨਾ ਉਹਨੇ ਨੇ ਜਮ੍ਹਾਂ ਰੱਖ, ਫਿਰ 6 ਮਹੀਨੇ, ਇਹ 6 ਮਹੀਨੇ ਨਾ ਕਰਕੇ 5 ਸਾਲ ਪੂਰੇ ਕਰਨੇ, ਫਿਰ 5 ਸਾਲ ਬਾਅਦ ਖਰੀਦਣਾ ਇੱਕ ਚੀਜ਼। ਹਾਂ ਉਹ ਜਦੋਂ ਚੀਜ਼ ਇੱਕ ਵਾਰ ਖਰੀਦੀ ਗਈ ਨਾ, ਫਿਰ ਅਗਲੇ 5 ਸਾਲ ਜੋ ਮਰਜ਼ੀ ਖਰੀਦੀ ਜਾਓ, ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ। ਨਹੀਂ ਗੱਲ ਤੁਹਾਡੀ ਠੀਕ ਹੈ, ਪਰ ਅਸਲ 'ਚ ਵਪਾਰੀ ਤਾਂ ਇਦਾਂ ਹੀ ਸੋਚਦਾ ਭਾਈ। ਸੰਧਾਲੀਆ ਸਾਹਿਬ, ਆਪਾਂ ਟਿੱਪਣੀਆਂ ਇਸ ਮੁੱਦੇ ਤੇ ਮੰਗ ਰਹੇ ਨੇ ਕਿ ਕੀ ਪੰਜਾਬ ਦੀ ਲੀਡਰਸ਼ਿਪ ਨੂੰ ਆਪਸ 'ਚ ਲੜਨ ਦੀ ਜਗ੍ਹਾ ਕੋਈ ਦਿੱਲੀ ਚੱਕਰ ਮਾਰਦਾ, ਕੋਈ ਚੰਡੀਗੜ੍ਹ ਮਾਰਦਾ, ਇਧਰਲੇ ਪਾਸੇ ਨਹੀਂ ਵਧਣਾ ਚਾਹੀਦਾ ਕਿ ਮਾੜਾ ਮੋਟਾ ਪੈਰਾਂ ਤੇ ਖੜੋਵੋ। ਤੁਸੀਂ ਆਪਦੀਆਂ ਟਿੱਪਣੀਆਂ ਕਰ ਦਿਓ, ਸਮਾਂ ਮੁੱਕ ਚੱਲਿਆ। ਲਓ ਜੀ, ਫਿਰ ਸਮਾਂ ਮੁੱਕ ਗਿਆ, ਚੱਲੀਏ ਫਿਰ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਇੱਕ ਅੱਜ ਨਿਗਾਹ ਰੱਖਿਓ ਜੀ, ਸ਼ਾਇਦ ਪੱਛਮੀ ਬੰਗਾਲ ਵਾਲੇ ਪਾਸੋਂ ਵੀ ਨਤੀਜਾ ਆਉਣਾ, ਮਮਤਾ ਬੈਨਰਜੀ ਹੋਰਾਂ ਦੀ ਜ਼ਿਮਨੀ ਚੋਣ ਦਾ ਅੱਜ ਨਤੀਜਾ, ਜਿੱਤਦੇ ਆ ਤੇ ਮੁੱਖ ਮੰਤਰੀ, ਜੇ ਹਾਰਦੇ ਆ ਤੇ ਨਹੀਂ, ਜੋ ਵੀ ਹੋਊਗਾ ਪਤਾ ਲੱਗ ਜਾਣਾ। ਦੇਖਦੇ ਰਹਿਣਾ, ਸੁਣਦੇ ਰਹਿਣਾ ਪ੍ਰਾਈਮ ਏਸ਼ੀਆ ਰੇਡੀਓ ਤੇ TV, ਤੁਹਾਡਾ ਆਪਣਾ, ਤੁਹਾਡੇ ਲਈ।